हाँ जी, वाहिगुरु जी का खालसा वाहिगुरु जी की फतेह। जय भीम, जय भारत, जय मूलवासी, नमो बुद्धाय, सलाम अलैकुम, जय मसीह दी। भारत वर्सेस हिंदू राष्ट्र 85% वर्सेस 15%। ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ 3.5% ਬ੍ਰਾਹਮਣ ਲੋਕ ਜਿਨ੍ਹਾਂ ਨੇ ਸਾਡੀਆਂ ਫੋਰਸਾਂ ਤੇ ਕਬਜ਼ੇ ਕੀਤੇ ਆ, ਸਾਡੇ ਸਾਰੇ ਵੱਡੇ ਅਹੁਦਿਆਂ ਤੇ ਕਬਜ਼ਾ ਕਰਕੇ ਸਾਨੂੰ ਦੁਬਾਰਾ ਗੁਲਾਮ ਬਣਾਉਣਾ ਚਾਹੁੰਦੇ ਆ 85% ਲੋਕਾਂ ਨੂੰ। ਉਹਦੇ ਸੰਦਰਭ ਦੇ ਵਿੱਚ ਤੁਸੀਂ ਸਾਰੀ ਗੱਲ ਸਮਝਣੀ ਆ ਕਿ ਸਾਨੂੰ ਗੁੰਮਰਾਹ ਕਿੱਦਾਂ ਕਰਦੇ ਆ ਉਹ ਲੋਕ। ਮੇਰੇ ਵੀਰੋ, ਆਪਣੇ ਦਿਲ ਦਿਮਾਗ ਵਿੱਚ ਪਾਇਓ ਕਿ ਬੁੱਧ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੋਇਆ, ਬਹੁਤ ਵੱਡਾ ਰੈਵੋਲੂਸ਼ਨ ਹੋਇਆ ਜਿਹਨੇ ਵਰਨ ਵਿਵਸਥਾ ਨੂੰ ਖਤਮ ਕਰ ਦਿੱਤਾ ਸੀ। ਤੇ ਚਲਾਕ ਬ੍ਰਾਹਮਣ ਨੇ ਚੌਥੇ ਵਰਨ ਦੀਆਂ, ਸ਼ੂਦਰ ਦੀਆਂ 6743 ਜਾਤਾਂ ਬਣਾ ਕੇ ਤੁਹਾਨੂੰ ਫੇਰ ਗੁਲਾਮ ਕਰ ਲਿਆ। ਅੱਜ ਵੀ ਗਿਆ ਦੇ ਵਿੱਚ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਦੱਸ ਕੇ ਉੱਤੇ ਕਬਜ਼ਾ ਕੀਤਾ ਬ੍ਰਾਹਮਣ ਨੇ। ਇਹ ਗੱਲ ਦਿਮਾਗ ਵਿੱਚ ਰੱਖਿਓ। ਇਹ ਕਿੱਦਾਂ ਕਬਜ਼ਾ ਕੀਤਾ ਤੁਹਾਨੂੰ ਵੀ ਪਤਾ, ਤੁਹਾਡੇ ਵਿੱਚ ਕਿੱਦਾਂ ਜਾਤ ਪਾਤ ਪਾਈ, ਕਿੱਦਾਂ ਤੁਹਾਨੂੰ ਮੂਰਤੀ ਪੂਜਾ ਕਰਨ ਲਾਇਆ, ਕਿੱਦਾਂ ਊਚ ਨੀਚ ਪਾ ਕੇ ਤੁਹਾਡੇ ਵਿੱਚ ਵੜ ਕੇ ਤੁਹਾਨੂੰ ਮਾਰਿਆ। ਹੁਣ ਆ ਜਾਓ, ਜਦੋਂ ਇਸਲਾਮ ਭਾਰਤ ਵਿੱਚ ਆਇਆ ਤੇ ਉਹਨੇ ਸਾਡੇ ਲੋਕਾਂ ਨੂੰ ਪੜ੍ਹਾਉਣਾ ਲਿਖਾਉਣਾ ਸ਼ੁਰੂ ਕੀਤਾ। ਬ੍ਰਾਹਮਣਵਾਦ ਦੇ ਖਿਲਾਫ ਲਹਿਰ ਉੱਠੀ। ਰਵਿਦਾਸ ਜੀ ਮਹਾਰਾਜ, ਕਬੀਰ ਜੀ ਮਹਾਰਾਜ, ਬਾਬਾ ਨਾਮਦੇਵ ਜੀ, ਤੇ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ, ਜਿਨ੍ਹਾਂ ਦੀ ਬਾਣੀ ਭਗਤ ਸਾਹਿਬਾਨ ਕੀ ਬਾਣੀ ਦੇ ਅੰਦਰ ਦਰਜ ਹੈ, ਤੇ ਗੁਰੂ ਸਾਹਿਬਾਨ ਸਾਡੇ ਲਈ ਸਾਰੇ ਗੁਰੂ ਸਾਹਿਬਾਨ ਨੇ, ਤੇ 35 ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ, ਜਾਣੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ, 10ਵੇਂ ਪਾਤਸ਼ਾਹ ਜਿਨ੍ਹਾਂ ਨੇ ਬਾਅਦ ਚ ਤੁਹਾਡੇ ਲਈ ਜੰਗਾਂ ਲੜੀਆਂ, ਕਿਉਂਕਿ ਤੁਸੀਂ ਮਾਨਸਿਕ ਤੇ ਸਰੀਰਕ ਗੁਲਾਮ ਸੀ। ਤੁਸੀਂ ਆਪਣੇ ਪ੍ਰਾਊਡ ਨਾਲ ਜੀ ਨਹੀਂ ਸੀ ਸਕਦੇ। ਸ਼ੂਦਰ ਨੂੰ ਮੁੰਡਨ ਕਰਾਉਣਾ ਪੈਂਦਾ ਸੀ, ਸ਼ੂਦਰ ਨੂੰ ਝਾੜੂ ਬੰਨ ਕੇ ਜਾਣਾ ਪੈਂਦਾ ਸੀ, ਰਾਤ ਨੂੰ ਨਿਕਲਣਾ ਪੈਂਦਾ ਸੀ, ਸ਼ੂਦਰ ਨੂੰ ਖੇਤਾਂ 'ਚ ਕੰਮ ਕਰਨਾ ਪੈਂਦਾ ਸੀ, ਤੇ ਅਨਪੜ੍ਹ ਰਹਿ ਕੇ ਸਿਰਫ ਉੱਪਰਲੇ ਵਰਨਾਂ ਦੀ ਸੇਵਾ ਕਰਨੀ ਪੈਂਦੀ ਸੀ 6743 ਜਾਤਾਂ ਵਾਲੇ ਲੋਕਾਂ ਨੂੰ। ਹੁਣ ਜਿਹਦੀ ਜਾਤ ਹੁੰਦੀ ਆ ਉਹ ਸ਼ੂਦਰ ਹੁੰਦਾ। ਇਹ ਵੱਖਰੀ ਗੱਲ ਹੈ, ਕੋਈ ਆਪਣੇ ਆਪ ਨੂੰ ਨੀਵਾਂ ਸਮਝਦਾ, ਕੋਈ ਆਪਣੇ ਆਪ ਨੂੰ ਉੱਚਾ ਸਮਝਦਾ। ਤੁਸੀਂ ਸਾਰੇ ਗੁਲਾਮ ਆ, ਇਹ ਗੱਲ ਆਪਣੇ ਦਿਮਾਗ ਵਿੱਚ ਰੱਖਿਓ। ਹੁਣ ਤੁਹਾਨੂੰ ਹੱਕ ਦਿਵਾਉਣ ਦੇ ਲਈ 35 ਮਹਾਂਪੁਰਸ਼ਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਕਈ ਸ਼ਹੀਦ ਹੋਏ, 13 ਜੰਗਾਂ ਲੜੀਆਂ, 10ਵੇਂ ਪਾਤਸ਼ਾਹ ਨੇ ਆਪਣੇ ਪੁੱਤ ਸ਼ਹੀਦ ਕਰਾ ਲਿਆ, ਪਰਿਵਾਰ ਖਤਮ ਹੋ ਗਿਆ ਤੁਹਾਨੂੰ ਆਜ਼ਾਦ ਕਰਾਉਣ ਦੇ ਲਈ। ਔਰ ਜਿਹੜਾ ਬ੍ਰਾਹਮਣ ਕਹਿੰਦਾ ਸੀ ਕਿ ਸ਼ੂਦਰ ਪ੍ਰਾਪਰਟੀ ਦਾ ਮਾਲਕ ਨਹੀਂ ਬਣ ਸਕਦਾ, ਉਹਨੂੰ ਪ੍ਰਾਪਰਟੀ ਦਾ ਮਾਲਕ ਵੀ ਬਣਾਇਆ। ਬੰਦਾ ਸਿੰਘ ਬਹਾਦਰ ਵੇਲੇ ਜ਼ਮੀਨਾਂ ਤੇ ਕਬਜ਼ੇ ਕੀਤੇ, ਤੇ ਅੱਜ ਉਹ ਤੁਹਾਨੂੰ ਖੋਹਣ ਦੇ ਲਈ ਕਾਨੂੰਨ ਬਣਾ ਕੇ ਤਾਂ ਤੁਸੀਂ ਦਿੱਲੀ ਵਿੱਚ ਬੈਠੇ ਜਾ ਕੇ ਕਿ ਅਸੀਂ ਖੋਹਣ ਨਹੀਂ ਦੇਣੀਆਂ ਜ਼ਮੀਨਾਂ। ਤੁਹਾਡੀ ਲੜਾਈ ਅੱਜ ਵੀ ਚੱਲਦੀ ਹੈ। ਉਸ ਤੋਂ ਬਾਅਦ ਜਿਹੜਾ ਕਹਿੰਦਾ ਸੀ ਕਿ ਚੌਥੇ ਵਰਨ ਦੇ ਲੋਕ, ਜਿਹੜੇ 85% ਲੋਕ ਆ, ਵੀ ਇਹ ਸਿਰਫ ਅਨਪੜ੍ਹ ਰਹਿ ਕੇ ਉੱਪਰਲੇ ਵਰਨਾਂ ਦੀ ਸੇਵਾ ਕਰ ਸਕਦੇ ਆ। ਤੁਹਾਡੀਆਂ ਯੂਨੀਵਰਸਿਟੀਆਂ, ਨਲੰਦਾ, ਤਰਕਸਲਾ ਯੂਨੀਵਰਸਿਟੀਆਂ ਵਰਗੀਆਂ ਖਤਮ ਕਰਤੀਆਂ, ਸਾੜਤੀਆਂ, ਜਾਲਤੀਆਂ ਤੁਹਾਡੀਆਂ ਯੂਨੀਵਰਸਿਟੀਆਂ, ਕਾਲਜ ਸਾਰੇ ਜਿਹੜੇ ਬਹੁਤ ਧਰਮ ਵੇਲੇ ਤੁਸੀਂ ਪੈਦਾ ਕੀਤੇ ਸੀ, ਉਹ ਸਭ ਸਾੜ ਦਿੱਤੇ ਸੀ ਇਹਨਾਂ ਨੇ। ਕਿਹਨਾਂ ਨੇ? ਇਹ ਜੋ ਹਿੰਦੂ ਰਾਸ਼ਟਰ ਵਾਲੇ ਆ, ਇਹ ਜਿਹੜੇ ਬ੍ਰਾਹਮਣਵਾਦੀ ਲੋਕ, ਇਹਨਾਂ ਨੇ ਸਾੜੇ ਸੀ। ਤੇ ਤੁਹਾਡਾ ਸਿੱਖਣਾ ਧਰਮ ਬਣਾਇਆ, ਐਜੂਕੇਸ਼ਨ ਲੈਣਾ ਧਰਮ ਬਣਾਇਆ। ਜਿਨ੍ਹਾਂ ਨੂੰ, ਜਿਹੜਾ ਮੇਰੇ ਵੀਰ ਕਹਿੰਦੇ ਆ ਨਾ ਕਿ ਰਵਿਦਾਸ ਮਹਾਰਾਜ ਦੇ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੇ ਕਿ ਇੰਨੀ ਪੱਗ ਸਿਰ ਤੇ ਕਿਉਂ ਰੱਖ ਦਿੱਤੀ, ਇਹ ਉਹ ਕੱਲਾ ਜਰਾ ਧਿਆਨ ਨਾਲ ਗੱਲ ਸੁਣ ਲੈਣ ਮੇਰੇ ਵੀਰ, ਕਿ ਪੱਗ ਲਈ ਕਿੱਦਾਂ ਆ। ਰਵਿਦਾਸ ਮਹਾਰਾਜ ਨੂੰ ਬਾਬੇ ਨਾਨਕ ਨਾਲ ਤੁਸੀਂ ਲੱਗ ਕਰਕੇ ਨਹੀਂ ਦੇ ਸਕਦੇ, ਰਵਿਦਾਸ ਮਹਾਰਾਜ ਨੂੰ 10ਵੇਂ ਪਾਤਸ਼ਾਹ ਨਾਲ ਲੱਗ ਕਰਕੇ ਨਹੀਂ ਦੇਖ ਸਕਦੇ। ਇਹ ਵੱਖਰੀ ਗੱਲ ਆ ਕਿ ਬ੍ਰਾਹਮਣ ਨੇ ਤੁਹਾਡੇ 'ਚ ਵੰਡੀਆਂ ਪਾਈਆਂ, ਇਹ ਵੱਖਰੀ ਗੱਲ ਆ। ਪਰ ਤੁਸੀਂ 35 ਮਹਾਂਪੁਰਸ਼ਾਂ ਨੂੰ, 10ਵੇਂ ਪਾਤਸ਼ਾਹ ਨੂੰ, ਇਹਨਾਂ ਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ। ਤੁਸੀਂ ਅਲੱਗ ਕਿੱਦਾਂ ਕਰਦੇ ਹੋ? ਯਾਰ ਬਾਬਾ ਨਾਮਦੇਵ ਜੀ ਹੈ, ਇਹਦੀ ਜਾਤ ਸ਼ਿੰਬਾ ਤੇ ਮੈਂ ਵੀ ਸ਼ਿੰਬਾ, ਤਾਂ ਮੈਂ ਇਹਨੂੰ ਪੂਜਾਂ।
रविदास महाराज जी चमार सी ते मैं भी चमार हां, तां मैं इहनूं पूजां। आ तुहाडी मैंटेलिटी गुलामी दी कि तुसीं अपनी जात नूं मनदे आ। ते बाबा साहब की कहंदे सी, जिहड़ा बंदा जात मंनदा अपनी गुलामी पक्की करदा। ते तुहाडे प्रचारक की कहंदे आ, एक बड़ा ज्ञानी ध्यानी सी भरा साडा, ਉਹ ਕਹਿੰਦਾ ਸੀ कि रविदास महाराज ਤਾਂ ਕਹਿ ਗਏ रविदास खलास चमारा। ਅਸੀਂ ਤਾਂ ਕਹਿੰਦਾ प्योर चमारो ਆ। खालस मैंने प्योर हुंदा, खलास मैंने हुंदा रिजेक्ट करना। मैं चमारपुणे नूं, जात पात नूं, ऊच नीच नूं मैं रिजेक्ट करदा। बेशक दी ब्राह्मण मैनूं चमार समझदा, पर मैं नहीं समझदा तुहानूं दस्सण दे लई, लोकां नूं दस्सण दे लई कि तू तां कहंदा रब दा नाम नहीं लै सकदा, तू तां कहंदा कोई आ नहीं हो सकदा, मेरे अगे डंडौत हुंदी आ ते जात मेरी चमारो, पर तैं बनाई आ चमार, पर मैं इहनूं खलास चमारा, मैं इहनूं खत्म करदा। ਇਹਦਾ मतलब ਇਹ ਆ, ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੇ ਜਾਤ ਨਹੀਂ ਮੰਨੀ, ਜਾਤ ਨੂੰ ਰਿਜੈਕਟ ਕੀਤਾ ਗੁਰੂ ਸਾਹਿਬਾਨ ਨੇ। ਖਾਲਸ ਨਹੀਂ, ਉਹ ਖਲਾਸ ਹੈ। ਇਸ ਕਰਕੇ ਧਿਆਨ ਨਾਲ। ਤੇ ਮੇਰੇ ਵੀਰੋ, ਤੁਸੀਂ ਵਿਤਕਰਾ ਤੁਹਾਡੇ ਭਰਾਵਾਂ ਨੇ ਤੁਹਾਡੇ ਨਾਲ ਕੀਤਾ ਹੋਊਗਾ, ਉਹ ਵੀ ਅਣਜਾਣ ਪੁਣੇ ਚ, ਉਹਨਾਂ ਨੂੰ ਨੌਲੇਜ ਨਹੀਂ ਸੀ, ਬ੍ਰਾਹਮਣ ਮਗਰ ਲਾ ਕੇ ਕਰ ਲਿਆ। ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਦੇ ਵੀ ਕਿ ਆਹ 35 ਮਹਾਂਪੁਰਸ਼ਾਂ ਚੋਂ ਸਾਡੀ ਜਾਤ ਆ, ਇਹਨੂੰ ਬਾਹਰ ਕੱਢ ਕੇ ਤਾਂ ਅਸੀਂ ਇਹਨੂੰ ਮੰਨਦੇ ਆ, ਇਹਦੀਆਂ ਮੂਰਤੀਆਂ ਬਣਾਓ ਤੇ ਬ੍ਰਾਹਮਣਵਾਦ ਵਿੱਚ ਫੇਰ ਪਹੁੰਚੋ। ਮੂਰਤੀ ਪੂਜਾ ਇਹ ਬ੍ਰਾਹਮਣ ਦਾ ਕਨਸੈਪਟ ਆ। 33 ਕਰੋੜ ਦੇਵੀ ਦੇਵਤਿਆਂ ਦੀਆਂ ਉਹਨੇ ਮੂਰਤੀਆਂ ਬਣਾਈਆਂ, ਨੰਗੀਆਂ ਔਰਤਾਂ ਦੀਆਂ ਮੂਰਤੀਆਂ ਬਣਾਈਆਂ। ਉਹਨੇ ਤੁਹਾਨੂੰ ਪੂਜਣ ਲਾਇਆ ਤਾਂ ਕਿ ਤੁਸੀਂ ਮਾਨਸਿਕ ਗੁਲਾਮ ਹੋ ਸਕੋ। 5 ਇੱਟਾਂ ਉਹਨੂੰ ਚਿੱਟਾ ਰੰਗ ਕਰਕੇ ਜਠੇਰਿਆਂ ਦੇ ਨਾਂ ਤੇ, ਕਿਸੇ ਜੇ ਕੋਈ 4 ਪੈਸੇ ਉਹ ਜਠੇਰੇ ਬੜੇ ਕਰ ਲੈਂਦਾ, ਇਹ ਬਣਾ ਕੇ ਤੁਹਾਨੂੰ ਪੂਜਣ ਲਾਇਆ। ਦੇਸੀ ਘੀ ਖਾਣ ਵਾਲੀ ਚੀਜ਼ ਵਾ, ਦੇਸੀ ਤੇਲ ਖਾਣ ਵਾਲੀ ਚੀਜ਼ ਵਾ, ਤੇ ਉਹ ਤੁਹਾਨੂੰ ਫੂਕਣ ਲਾਇਆ ਚਿਰਾਗਾਂ ਦੇ ਵਿੱਚ। ਇਹ ਬ੍ਰਾਹਮਣ ਦਾ ਕਨਸੈਪਟ ਆ। ਬੰਦਿਆਂ ਨੂੰ ਮੱਥੇ ਟੇਕਣੇ, ਇਹ ਬ੍ਰਾਹਮਣ ਦਾ ਕਨਸੈਪਟ ਆ। ਤੇ ਇਸ ਕਨਸੈਪਟ ਨੂੰ ਤੁਸੀਂ ਮੰਨ ਕੇ ਆਪਣੇ 3.5% ਦੁਸ਼ਮਣ ਦੇ ਲਈ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਕੀਤੀ ਹੋਈ ਆ। ਤੁਹਾਡਾ ਦਿਮਾਗ ਜਿਹੜਾ ਆ ਉਹ ਤੁਹਾਡਾ ਇੰਨਾ ਗੁਲਾਮ ਹੋ ਚੁੱਕਾ। ਬਾਬਾ ਨਾਮਦੇਵ ਜੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬ੍ਰਾਹਮਣਵਾਦ ਦੇ ਖਿਲਾਫ ਸੰਘਰਸ਼ ਕੀਤਾ, ਪੰਜਾਬ ਦੇ ਵਿੱਚ ਉਹ 18 ਸਾਲ ਰਹੇ। ਜਿਸ ਪਿੰਡ ਵਿੱਚ ਰਹੇ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਹੋਇਆ ਤੇ ਨਾਲੇ ਸ਼ਿਵਲਿੰਗ ਆ। ਕਿਸੇ ਵੀ ਸਿੱਖ ਨੇ ਇਹ ਨਹੀਂ ਕਿਹਾ ਵੀ ਸ਼ਿਵਲਿੰਗ ਇੱਥੇ ਕੀ ਕਰਦਾ, ਕਿਉਂਕਿ ਜਿਹੜੇ ਸਿੱਖ ਬਣ ਗਏ ਸਾਡੇ ਵਿੱਚੋਂ, ਜਿਹੜੇ ਕੇਸਾਧਾਰੀ ਬਣ ਗਏ, ਉਹਨਾਂ ਨੇ ਵੀ ਕਲੇਮ ਨਹੀਂ ਕੀਤਾ ਕਿ 35 ਦੇ 35 ਸਾਡੇ ਗੁਰੂ ਆ, ਇਹ ਸਾਡੇ ਮਾਰਗਦਰਸ਼ਕ ਨੇ, ਇੱਥੇ ਕੋਈ ਵੀ ਬ੍ਰਾਹਮਣਵਾਦੀ ਇਹਨਾਂ ਦੀ ਮੂਰਤੀ ਨਹੀਂ ਬਣਾ ਸਕਦਾ, ਇਹਨਾਂ ਦੀਆਂ ਫੋਟੋਆਂ ਨਹੀਂ ਕੋਈ ਬਣਾ ਸਕਦਾ, ਨਾ ਕੋਈ ਗੁਰੂ ਨਾਨਕ ਦੀ, ਨਾ ਕੋਈ 10ਵੇਂ ਪਾਤਸ਼ਾਹ ਦੀ, ਕਿਸੇ ਦੀ ਵੀ ਕੋਈ ਫੋਟੋ ਨਹੀਂ ਬਣਾ ਸਕਦਾ। ਬ੍ਰਾਹਮਣ ਨੇ ਕੀ ਕੀਤਾ? ਉਹਨੇ 10 ਗੁਰੂਆਂ ਦੀਆਂ ਤਾਂ ਸੋਭਾ ਸਿੰਘ ਤੋਂ ਬਣਵਾਤੀਆਂ ਦਸਤਾਰ ਵਾਲੀਆਂ ਤਸਵੀਰਾਂ, ਤੇ ਉਹ ਨਹੀਂ ਸੀ ਚਾਹੁੰਦਾ ਕਿ ਇਹ ਦਸਤਾਰ ਸਾਰੇ ਭਾਰਤ ਵਿੱਚ ਫੈਲੇ, ਕਿਉਂਕਿ ਉਹਨੂੰ ਪਤਾ ਸੀ ਕਿ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਜਾਂ ਰਵਿਦਾਸ ਮਹਾਰਾਜ ਦੀ ਜਿਹੜੀ ਜਾਤ ਹੈ, ਉਹ ਜਾਤ ਦੇ ਲੋਕ ਸਾਰੇ ਭਾਰਤ ਵਿੱਚ ਬਹੁ ਗਿਣਤੀ ਵਿੱਚ ਨੇ। ਬਾਬਾ ਨਾਮਦੇਵ, ਕਬੀਰ ਜੀ ਮਹਾਰਾਜ, ਤਰਲੋਚਨ ਜੀ, ਸਦਨਾ ਜੀ, ਵੀ ਇਹ ਤਾਂ ਸਾਰੇ ਭਾਰਤ ਵਿੱਚੋਂ ਆ। ਜੇ ਕਿਤੇ ਦਸਤਾਰ ਸਾਰੇ ਭਾਰਤ ਵਿੱਚ ਫੈਲ ਗਈ ਤਾਂ ਬ੍ਰਾਹਮਣਵਾਦ ਦਾ ਖਾਤਮਾ ਹੋ ਜਾਣਾ, ਸਾਡੇ ਵੇਦਾਂ ਸ਼ਾਸਤਰਾਂ ਦਾ ਖਾਤਮਾ ਹੋ ਜਾਣਾ, ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਖਾਤਮਾ ਹੋ ਜਾਣਾ, ਰਾਮ ਦਾ ਖਾਤਮਾ ਹੋ ਜਾਣਾ, ਕ੍ਰਿਸ਼ਨ ਦਾ ਖਾਤਮਾ ਹੋ ਜਾਣਾ। ਜਿਸ ਕਰਕੇ ਮੇਰੇ ਵੀਰੋ, ਉਹਨਾਂ ਨੇ ਰਵਿਦਾਸ ਮਹਾਰਾਜ ਦੇ ਸਿਰ ਤੇ ਦਸਤਾਰ ਵਾਲੀ ਫੋਟੋ ਨਹੀਂ ਬਣਨ ਦਿੱਤੀ। ਉਹਨਾਂ ਨੇ ਉਹ ਫੋਟੋ ਬਣਾਈ ਜੋ ਉਹਨਾਂ ਨੂੰ ਪਾਉਂਦੀ ਸੀ ਤਿਲਕ ਵਾਲੀ। ਉਹਨੇ ਜੰਜੂ ਤੁਹਾਡੇ ਤੋਂ ਕੈਸ਼ ਕਰਾ ਲੈ, ਹਿੱਕ ਵਿੱਚ ਰੰਬੀ ਮਰਵਾ ਕੇ, ਤੇ ਤੁਸੀਂ ਉਹਨੂੰ ਪੂਜਣ ਲੱਗ ਪਏ। ਤਿਲਕ ਵਾਲੀ, ਗਲ 'ਚ ਮਾਲਾ ਵਾਲੀ, ਇਹ ਤਾਂ ਬ੍ਰਾਹਮਣ ਦਾ ਕਨਸੈਪਟ ਆ। ਤੇ ਦਸਤਾਰ ਤਾਂ ਸਿੱਖੀਜ਼ਮ ਕਰਕੇ ਆਈ ਆ ਸ਼ੂਦਰਾਂ ਦੇ ਸਿਰ ਤੇ, ਐਜੂਕੇਸ਼ਨ ਤਾਂ ਸਿੱਖੀਜ਼ਮ ਕਰਕੇ ਆਈ ਆ ਸ਼ੂਦਰਾਂ ਦੇ ਕੋਲ। ਕਿਰਪਾਨ, ਜਿਹੜਾ ਦਸਤਾਰ ਤੇ ਕਿਰਪਾਨ ਤੇ ਐਜੂਕੇਸ਼ਨ ਫੰਡਾਮੈਂਟਲ ਰਾਈਟ ਆ, ਇਹ ਜੰਗਲ ਦੇ ਵੇਲੇ ਤੋਂ ਤੁਰੇ ਆਉਂਦੀ ਆ। ਦਸਤਾਰ ਪਹਿਲਾਂ ਜਿਹੜਾ ਘਾਹ-ਫੂਸ ਦੀ ਇਨਸਾਨ ਪਹਿਨਦਾ ਸੀ, ਤੇ ਕਿਰਪਾਨ ਪੱਥਰ ਦੀ ਰੱਖਦਾ ਸੀ ਜੰਗਲੀ ਜਾਨਵਰਾਂ ਨਾਲ ਲੜਨ। ਇਹ ਸੈਲਫ ਡਿਫੈਂਸ ਦੀ ਨਿਸ਼ਾਨੀ ਹੈ। ਇਹ ਫੰਡਾਮੈਂਟਲ ਰਾਈਟ ਤੁਹਾਨੂੰ 35 ਮਹਾਂਪੁਰਸ਼ਾਂ ਨੇ ਲੈ ਕੇ ਦਿੱਤੇ, ਤੇ ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਸ਼ਾਂ ਨੇ ਲਿਖਿਆ ਭਾਰਤ ਦੇ ਕੋਨੇ-ਕੋਨੇ ਵਿੱਚੋਂ। ਉਹਨਾਂ ਨੇ ਤੁਹਾਡੇ ਹੱਕਾਂ ਦੇ ਲਈ ਜੰਗ ਲੜੀ, ਪਰ ਤੁਸੀਂ ਅੱਜ ਬ੍ਰਾਹਮਣਵਾਦ ਦੇ ਵਿੱਚ
ਫਿਰ ਘੁਸਪੈਠ ਕਰ ਰਹੇ ਆ, ਸ਼ਰਤਾਂ ਲਾਉਂਦੇ ਆ ਕਿ ਕਰੋੜ ਰੁਪਏ ਦੀ ਸ਼ਰਤ ਲਾ ਲਓ ਕਿ ਰਵਿਦਾਸ ਮਹਾਰਾਜ ਨੇ ਪੱਗ ਦਿਖਾ ਦਿਓ ਇਤਿਹਾਸ ਦੇ ਵਿੱਚ। ਮੇਰੇ ਵੀਰੋ, ਉਹ ਤਾਂ ਦਸਤਾਰ ਲਈ ਲੜੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਜਿਹੜੀ ਆ ਉਹਨਾਂ ਦੀ ਇਸ ਤਰ੍ਹਾਂ ਨਹੀਂ ਹੈਗੀ ਕਿ ਬਾਹਰ ਬਾਣੀ ਪਈ ਸੀ ਤਾਂ ਉਹਨਾਂ ਨੂੰ ਚੰਗੀ ਲੱਗੀ ਤਾਂ ਲੈ ਲਈ, ਇਦਾਂ ਨਹੀਂ ਹੈਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਰਵਿਦਾਸ ਮਹਾਰਾਜ ਮਿਲੇ, ਉਹਨਾਂ ਨੂੰ ਲੰਗਰ ਛਕਾਇਆ, ਇਹ ਗੱਲਾਂ ਸੱਚੀਆਂ ਨੇ। ਇੱਕੋ ਹੀ ਕਨਸੈਪਟ ਹੈ, ਇਹ ਤੁਹਾਡੀ ਆਜ਼ਾਦੀ ਦਾ ਕਨਸੈਪਟ ਆ, ਇਹ ਬੇਗਮਪੁਰਾ ਖਾਲਸਾ ਰਾਜ ਦਾ ਕਨਸੈਪਟ ਆ, ਇਹ ਭਾਰਤ ਦੇ 85% ਲੋਕਾਂ ਦੀ ਆਜ਼ਾਦੀ ਦਾ ਕਨਸੈਪਟ ਆ। ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਨਹੀਂ ਕਰ ਸਕਦੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਹੜਾ ਉਹਨਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਚੁੱਕੇ ਆ ਕਿ ਸਾਡੇ ਸਤਿਗੁਰੂ ਨੇ, ਸਾਡੇ ਗੁਰੂ ਨੇ। ਕਈ ਵਾਰੀ ਬੰਦਿਆਂ ਦੀ ਜ਼ੁਬਾਨ ਤੇ ਭਗਤ ਸ਼ਬਦ ਚੜਿਆ ਹੁੰਦਾ, ਜਿੱਦਾਂ ਗੁਰੂ ਕਬੀਰ ਕਹਿਣ ਦੀ ਜਗ੍ਹਾ ਆਪਾਂ ਭਗਤ ਕਬੀਰ ਵੀ ਕਹਿ ਦਿੰਦੇ ਆ, ਪਰ ਹੈ ਸਾਡੇ ਸਾਰੇ ਗੁਰੂ, ਤੇ ਕਹਿਣਾ ਵੀ ਗੁਰੂ ਚਾਹੀਦਾ, ਕਿਉਂਕਿ ਜਦੋਂ ਕੋਈ ਕਮਿਊਨਿਟੀ ਇਤਰਾਜ਼ ਕਰਨ ਲੱਗ ਪਵੇ ਉੱਥੇ ਕਹਿਣਾ ਵੀ ਗੁਰੂ ਚਾਹੀਦਾ। ਪਰ ਉਹਨਾਂ ਦੇ ਮਨ ਔਰ ਦਿਲ ਦਿਮਾਗ ਵਿੱਚ ਕੋਈ ਫਰਕ ਨਹੀਂ। ਉਹ ਸਾਫ਼ ਲਫ਼ਜ਼ਾਂ ਵਿੱਚ ਕਹਿੰਦੇ ਨੇ ਕਿ ਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਗੁਰੂ ਨੇ। ਉਹ ਜਿਹੜੀ ਤਸਵੀਰ ਉਹਨਾਂ ਦੇ ਚੱਕ ਕੇ ਲਾਈ ਆ ਉਹਨਾਂ ਦੇ ਚੈਨਲ ਵਾਲਿਆਂ ਨੇ, ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ। ਤਸਵੀਰ ਚਾਹੇ ਕੇਸਾਧਾਰੀ ਆ ਤੇ ਚਾਹੇ ਹੈਗੀ ਆ ਬਿਨਾਂ ਕੇਸਾਂ ਤੋਂ। ਜਿਹੜੀ ਮਨੂਵਾਦ ਹੈ ਇਹ ਬ੍ਰਾਹਮਣਵਾਦ ਆ, ਕਿਉਂਕਿ ਲੋਕਾਂ ਨੇ ਤਸਵੀਰਾਂ ਨੂੰ ਪੂਜਣ ਲੱਗ ਪੈਣਾ, ਸਿਧਾਂਤ ਨਾਲ ਟੁੱਟ ਜਾਣਾ। ਇਹ ਤਸਵੀਰਾਂ ਨਹੀਂ ਚਾਹੀਦੀਆਂ। ਪਰ ਜੇ ਤੁਸੀਂ ਕਲਪਨਾ ਹੀ ਕਰਨੀ ਆ, ਕਲਪਨਾ ਤੁਸੀਂ ਬ੍ਰਾਹਮਣ ਦੇ ਰੱਬ ਤੋਂ ਕਿਉਂ ਕਰਦੇ ਆ? ਕਲਪਨਾ ਤੁਸੀਂ ਤਿਲਕ ਜੰਜੂ ਨਾਲ ਕਿਉਂ ਕਰਦੇ ਆ? ਕਲਪਨਾ ਤੁਸੀਂ ਦਸਤਾਰ ਨਾ ਕਰੋ, ਲੰਬੇ ਕੇਸਾਂ ਨਾਲ ਦਾੜਿਆਂ ਨਾ ਕਰੋ। ਇਹ ਵੱਖਰੀ ਗੱਲ ਹੈ, ਸਾਡੇ ਕੇਸ ਨਹੀਂ, ਸਾਡੇ ਦਾੜੀ ਨਹੀਂ, ਸਾਡੇ ਪੱਗ ਨਹੀਂ, ਇਹ ਵੱਖਰੀ ਗੱਲ ਹੈ। ਅਸੀਂ ਮਾਡਰਨ ਜ਼ਮਾਨੇ ਵਿੱਚ ਆ ਗਏ, ਭੁੱਲ ਗਏ ਸਾਰਾ ਕੁਝ। ਪਰ ਜਿਹੜਾ ਸੱਚਾਈ ਹੈ ਯਾਰ, ਉਹ ਸੱਚਾਈ ਨੂੰ ਸੱਚ ਕਹਿਣ ਦੇ ਲਈ ਜੁਰਤ ਕਰੋ। ਕਿਉਂ ਇਹ ਸ਼ਰਤਾਂ ਲਾਉਂਦੇ ਆ ਕਿ ਕਰੋੜ ਰੁਪਏ ਦੀ 10-10 ਲੱਖ ਦੀ ਸ਼ਰਤ ਲਾਉਂਦੇ ਆ ਵੀ ਉਹਨਾਂ ਦੇ ਪੱਗ ਦਿਖਾ ਦਿਓ? ਮੇਰੇ ਵੀਰੋ, ਉਹ ਦਸਤਾਰ ਲਈ ਉਹਨਾਂ ਨੇ ਜੰਗ ਲੜੀ ਆ, ਤੁਹਾਡੇ ਫੰਡਾਮੈਂਟਲ ਰਾਈਟ ਲਈ ਜੰਗ ਲੜੇ ਆ। ਉਹਨਾਂ 35 ਮਹਾਂਪੁਰਸ਼ਾਂ ਚੋਂ ਕਿਸੇ ਦੀ ਜਾਤ ਨਹੀਂ ਸੀ, ਕਿਸੇ ਦਾ ਵਰਨ ਨਹੀਂ ਸੀ। ਉਹ ਤੁਹਾਡੇ ਲਈ ਲੜੇ ਆ, ਉਹਨਾਂ ਨੇ ਸ਼ਹੀਦੀਆਂ ਵੀ ਦਿੱਤੀਆਂ, ਤੇ ਉਹ ਤੁਹਾਨੂੰ ਤੁਹਾਡੇ ਫੰਡਾਮੈਂਟਲ ਰਾਈਟ ਤੇ ਲੜਿਆ। ਇੱਕ ਵੀਰ ਮੈਂ ਵੀਡੀਓ ਸੁਣੀ ਆ, ਉਹ ਕਹਿੰਦਾ ਵੀ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਜਿੱਦਾਂ ਦੀ ਰਵਿਦਾਸ ਮਹਾਰਾਜ ਦੀ ਤਸਵੀਰ ਆ, ਕਹਿੰਦਾ ਮਤਲਬ ਜਿੱਦਾਂ ਬਿਨਾਂ ਕੇਸਾਂ ਤੋਂ, ਬਿਨਾਂ ਦਸਤਾਰ ਤੋਂ, ਵੀ ਉਹਦੇ ਫਾਲੋਅਰ ਨੂੰ ਉਹਦੇ ਵਰਗੇ ਬਣਨਾ ਚਾਹੀਦਾ, ਕਿ ਨਾ ਕਿ ਗੁਰੂ ਨੂੰ ਆਪਣੇ ਵਰਗੇ ਬਣਾਓ। ਵੀ ਕਹਿੰਦਾ ਮਤਲਬ ਜਿਨ੍ਹਾਂ ਨੇ ਦਸਤਾਰ ਰੱਖੀ ਵੀ ਆ, ਜਿਹੜੇ ਗੱਦੀ ਨਸ਼ੀਨ ਨੇ ਜਾਂ ਡੇਰੇ ਨੇ, ਵੀ ਉਹ ਵੀ ਪੱਗਾਂ ਲਾ ਦੋ। ਉਹਦੇ ਕਹਿਣ ਦਾ ਮਤਲਬ ਇਹ ਆ, ਜਾਣੀ ਕਿ ਪੱਗ ਦੇ ਨਾਲ ਇੰਨੀ ਨਫ਼ਰਤ, ਇਹ ਪ੍ਰਾਊਡ ਦਾ ਚਿੰਨ੍ਹ ਹੈ। ਜੰਗਲੀ ਮਨੁੱਖ ਪਹਿਨਦਾ ਸੀ ਦੁਨੀਆ ਦਾ ਜੰਗਲੀ ਮਨੁੱਖ ਘਾਹ ਫੂਸ ਦੀ ਪੱਗ ਪਹਿਨਦਾ ਸੀ। ਦੁਨੀਆ 'ਚ ਕਿਤੇ ਇਹ ਟੋਪੀ ਪਹਿਨੀ ਜਾਣ ਲੱਗੀ, ਕਿਤੇ ਹੈਟ ਬਣ ਗਿਆ, ਕਿਤੇ ਕਰਾਊਨ ਬਣ ਗਿਆ, ਕਿਤੇ ਤਾਜ ਬਣ ਗਿਆ, ਕਿਤੇ ਦਸਤਾਰ ਬਣ ਗਈ, ਹੀਰੇ ਜਵਾਹਰ ਮੋਤੀ ਜੜੇ ਜਾਣ ਲੱਗੇ, ਰਾਜਿਆਂ ਮਹਾਰਾਜਾਂ ਦੇ ਸਿਰ ਦਾ ਤਾਜ ਬਣ ਗਈ। ਇਹ ਦਸਤਾਰ, ਇਹ ਐਡਾ ਪ੍ਰਾਊਡ ਦਾ ਚਿੰਨ੍ਹ ਹੈ। ਤੇ ਜਿਹੜੇ ਬੰਦੇ ਗੁਲਾਮੀ 'ਚ ਜਿਉਣਾ ਚਾਹੁੰਦੇ ਆ, ਉਹਨਾਂ ਨੂੰ ਇਹ ਚੁੱਭਦੀ ਆ। ਉਹ ਕਿਉਂਕਿ ਜਾਤੀ ਵਿਵਸਥਾ 'ਚ ਫਸੇ ਲੋਕ ਨੇ, ਉਹਨਾਂ ਨੇ ਕਿਸੇ ਤੋਂ ਨਫ਼ਰਤ ਖਾਧੀ ਹੋਣੀ ਆ, ਦਸਤਾਰ ਵਾਲੇ ਤੋਂ, ਤੇ ਇਦਾਂ ਹੀ ਉਹ ਦਸਤਾਰ ਨੂੰ ਨਫ਼ਰਤ ਕਰਨ ਦਾ ਪਿਆ। ਇਹ ਤੁਹਾਡੀ ਮਾਨਸਿਕ ਗੁਲਾਮੀ ਆ, ਇਹ ਤੁਹਾਡੀ ਮਾਨਸਿਕ ਗੁਲਾਮੀ ਹੈ। ਜਿਹੜਾ ਬੰਦਾ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੂੰ 35 ਤੋਂ ਅਲੱਗ ਕਰਕੇ ਦੇਖਦਾ, ਤੇ ਜਿਹੜੇ 10 ਗੁਰੂਆਂ ਨੂੰ ਮੰਨਣ ਵਾਲੇ ਭਗਤ ਸਾਹਿਬਾਂ ਨੂੰ ਅਲੱਗ ਕਰਕੇ ਦੇਖਦੇ ਆ, ਜਾਂ ਉਹਨਾਂ ਨੂੰ ਸੋਚਦੇ ਹੋ ਸਾਡੇ ਗੁਰੂ ਨੇ, ਉਹ ਵੀ ਗੁਲਾਮ ਨੇ, ਮਾਨਸਿਕ ਗੁਲਾਮ ਨੇ। ਇਹ ਲੋਕ ਆਜ਼ਾਦ ਨਹੀਂ ਹੋ ਸਕਦੇ। ਤੇ ਕੁੱਟ ਵੀ ਮਿੱਤਰੋ ਆਪਾਂ ਇਸੇ ਕਰਕੇ ਖਾ ਰਹੇ ਹਾਂ। ਜਿਹੜੇ ਅੱਜ ਤੱਕ ਕੁੱਟ ਖਾਧੀ ਆ, ਜਿਹੜੇ ਕਹਿੰਦੇ ਅਸੀਂ ਬੇਗਮਪੁਰਾ ਬਣਾਉਣਾ, ਮੈਨੂੰ ਦੱਸੋ ਤੁਸੀਂ ਬੇਗਮਪੁਰਾ ਕਿੱਦਾਂ ਬਣਾ ਲਓਗੇ? 52% ਲੋਕ ਅਦਰ ਬੈਕਵਰਡ ਕਲਾਸਿਸ ਦੇ, ਬ੍ਰਾਹਮਣ ਉਹਨਾਂ ਨੂੰ ਕੁਛ ਨਹੀਂ ਸਮਝਦਾ। ਦਿੱਲੀ ਵਿੱਚ ਜਾ ਕੇ ਬੈਠੇ ਆ, ਉਹ ਕਹਿੰਦਾ ਤੁੰਬੇ ਉਡਾ ਦੂੰ। ਮੈਂ ਕਹਿੰਦਾ 52% ਲੋਕਾਂ ਦੇ। ਉਹ ਕਹਿੰਦਾ ਜ਼ਮੀਨਾਂ ਖੋਣੀਆਂ ਲਾ ਲਓ ਜ਼ੋਰ। ਕਹਿੰਦਾ ਪਟੇਲ, ਸ਼ਾਹ, ਜੱਟ, ਸੈਣੀ, ਤਰਖਾਨ 3743 ਜਾਤਾਂ, 52% ਲੋਕ ਆ ਅਦਰ ਬੈਕਵਰਡ ਕਲਾਸਿਸ ਦੇ, ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਕਹਿੰਦੇ, ਬ੍ਰਾਹਮਣ ਮਰ ਲਾ ਕੇ। ਉਹ ਉਹਨਾਂ ਦੀ ਪਰਵਾਹ ਨਹੀਂ ਕਰਦਾ। ਤੇ ਸਾਡੇ ਵਿੱਚੋਂ ਤਾਂ
ਅੰਬੇਡਕਰਾਈਜ਼ ਲੋਕਾਂ ਵਿੱਚ ਕਾਂਗਰਸੀ ਬਥੇਰੇ ਬੈਠੇ ਆ, ਬਥੇਰੇ ਬੀਜੇਪੀ ਵਾਲੇ ਬੈਠੇ ਆ, ਬਥੇਰੇ ਆਰਐਸਐਸ ਏਜੰਟ ਬੈਠੇ ਆ, ਤੇ ਤੁਹਾਡੀ ਉਹ ਕੇਅਰ ਕਿੱਦਾਂ ਕਰੂਗਾ? ਤੁਸੀਂ ਕਿੱਦਾਂ ਇਕੱਲੇ ਬੇਗਮਪੁਰਾ ਬਣਾ ਲਓਗੇ? ਮੈਂ ਹੁਣ ਨੋਟ ਕਰਦਾ ਵੀ ਸਾਹਿਬ ਸ਼੍ਰੀ ਕਾਂਚੀ ਰਾਮ ਜਿਹੜੇ ਆ ਪੰਜਾਬ ਵਿੱਚ ਕਿਉਂ ਨਹੀਂ ਕਾਮਯਾਬ ਹੋਏ। ਇਹ ਇਕੱਲਾ ਕੇਸਾਧਾਰੀ ਮੂਲ ਨਿਵਾਸੀ ਜਾਂ ਕੇਸਾਧਾਰੀ ਸ਼ੂਦਰ ਜਾਂ ਕੇਸਾਧਾਰੀ ਲੋਕਾਂ ਦਾ ਕਸੂਰ ਨਹੀਂ। ਉਹਦੇ ਵਿੱਚ ਪਾਰਟੀ ਦੇ ਵਿੱਚ ਉਹ ਮਨੂਵਾਦੀ ਵੀ ਲੋਕ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਸਿਰਫ ਤੇ ਸਿਰਫ ਇੱਕ ਜਾਤ ਨਾਲ ਜੋੜ ਕੇ ਦੇਖਦੇ ਆ ਤੇ ਦੂਜਿਆਂ ਨੂੰ ਨਫ਼ਰਤ ਕਰਦੇ, ਦੂਜਿਆਂ ਦੀਆਂ ਵੋਟਾਂ ਤਾਂ ਲੈਣਾ ਚਾਹੁੰਦੇ ਆ ਪਰ ਨਫ਼ਰਤ ਕਰਦੇ ਆ। ਇਹ ਪਾਰਟੀ ਵਿੱਚ ਵੀ ਬੈਠੇ ਆ। ਉਹ ਬੰਦਾ ਦਾਖਲ ਆ ਪਾਰਟੀ ਵਿੱਚ ਜਿਹੜਾ ਸ਼ਰੇਆਮ ਇਹ ਗੱਲ ਕਹਿੰਦਾ ਕਿ ਰਵਿਦਾਸ ਮਹਾਰਾਜ ਤੇ ਕੋਈ ਪੱਗ ਨਹੀਂ ਸਿਰ ਤੇ ਸਜਾ ਸਕਦਾ, ਨਾਲ ਹਾਲਾਂਕਿ ਕਾਲਪਨਿਕ ਆ ਤਸਵੀਰ ਕਾਲਪਨਿਕ ਆ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਜੋ ਲਿਖਿਆ ਹੈ ਨਾ, ਉਹਦੇ ਵਿੱਚ ਬਰਾਬਰਤਾ ਦਾ, ਇਕੁਐਲਿਟੀ, ਫਰੀडम ਐਂਡ ਜਸਟਿਸ ਦਾ, ਤੁਸੀਂ ਉਹਨੂੰ ਮੰਨਣਾ ਸੀ। ਪਰ ਤੁਸੀਂ ਗੁਰੂ ਸਾਹਿਬਾਨ ਦੀਆਂ 10ਵੇਂ ਪਾਤਸ਼ਾਹ ਦੀਆਂ, ਗੁਰੂ ਨਾਨਕ ਦੇਵ ਜੀਆਂ, ਗੁਰੂ ਰਵਿਦਾਸ ਮਹਾਰਾਜ ਦੀਆਂ, ਕਬੀਰ ਮਹਾਰਾਜ ਦੀਆਂ ਤਸਵੀਰਾਂ ਬਣਾ ਕੇ ਉਹਨਾਂ ਨੂੰ ਪੂਜਣ ਲੱਗ ਪਏ ਤੇ ਉਹਨਾਂ ਦੇ ਮੁਕਾਬਲੇ ਕਰਾਉਣ ਲੱਗ ਪਏ ਤੇ ਇਹ ਮੇਰਾ, ਆ ਮੇਰਾ, ਉਹਦਾ, ਇਹਨਾਂ ਚੱਕਰਾਂ 'ਚ ਪੈ ਗਏ। ਤੇ ਜਿਹੜਾ ਤੁਹਾਡਾ ਦੁਸ਼ਮਣ ਸੀ, ਜਿਹੜਾ ਸ਼ਿਵਲਿੰਗ ਦੀ ਵੀ ਪੂਜਾ ਕਰਾਉਂਦਾ ਤੁਹਾਡੇ ਤੋਂ, ਉਹਨੂੰ ਭੁੱਲ ਗਿਆ ਤੁਸੀਂ। ਸਾਰੇ ਲੋਕ ਆਪਸ ਵਿੱਚ ਹੀ ਲੜਨ ਲੱਗ ਪਏ। 52% ਲੋਕ ਦਿੱਲੀ ਜਾ ਕੇ ਬੈਠੇ ਆ, ਸਾਰੇ ਭਾਰਤ ਵਿੱਚ ਧਰਨੇ ਲਾ ਰਹੇ ਆ। ਕਿਉਂ? ਕਿਉਂਕਿ 52% ਲੋਕਾਂ ਨੇ ਵੀ ਆਪਣੇ ਭਰਾਵਾਂ ਦੇ ਨਾਲ ਜਸਟਿਸ ਨਹੀਂ ਕੀਤਾ। ਹੁਣ ਤਾਂ ਉਹ ਚਾਹੁੰਦੇ ਆ ਵੀ ਇਕੱਠੇ ਹੋਣ, ਪਰ ਆਮ ਤੌਰ ਤੇ ਅੰਬੇਡਕਰਾਈਜ਼ ਲੋਕ, ਅਦਰ ਬੈਕਵਰਡ ਕਲਾਸਿਸ ਦੇ ਲੋਕਾਂ ਨੂੰ ਕਹਿੰਦੇ ਨੇ ਵੀ ਇਹ ਲੋਕ ਬ੍ਰਾਹਮਣ ਦੇ ਗੁਲਾਮ ਨੇ, ਇਹ ਐਜੀਟੇਸ਼ਨ ਨਹੀਂ ਕਰਦੇ। ਕਿਉਂਕਿ 52% ਲੋਕਾਂ ਦੀ ਕੋਈ ਨੈਸ਼ਨਲ ਪਾਰਟੀ ਵੀ ਨਹੀਂ ਹੈਗੀ। ਤੇ ਅੱਜ ਤਾਂ 52% ਲੋਕ ਦਿੱਲੀ ਵਿੱਚ ਜਾ ਕੇ ਬੈਠੇ ਆ, ਸਾਰੇ ਭਾਰਤ ਵਿੱਚ ਐਜੀਟੇਸ਼ਨ ਕਰ ਰਹੇ ਆ। ਜੇ ਉਹਨਾਂ ਨੂੰ ਅਕਲ ਨਹੀਂ ਸੀ ਆਈ ਤੁਹਾਡੀ ਹੈਲਪ ਕਰਨ ਦੀ, ਤੁਹਾਨੂੰ ਤਾਂ ਅਕਲ ਚਾਹੀਦੀ ਆ। ਤੁਸੀਂ ਵੱਡੇ ਲੈਵਲ ਤੇ ਚੱਲ ਜਾਓ। ਹਾਂ, ਮੈਨੂੰ ਪਤਾ ਤੁਸੀਂ ਗਏ ਆ, ਸਾਡੇ ਲੀਡਰ ਸਾਹਿਬਾਨ ਸਾਰੇ, ਆਪਾਂ ਉਹਨਾਂ ਨੂੰ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ, ਪਰ ਨਹੀਂ, ਸ਼ਰੇਆਮ ਦਿੱਲੀ ਭਰ ਦੋ, ਨਾਲ ਦੱਸੋ ਵੀ ਇਹ ਮੰਗਾਂ ਵੀ ਰੱਖੋ। ਸਾਡਾ 12 ਘੰਟੇ ਤੋਂ ਕਰ ਦਿੱਤੇ ਇਹਨਾਂ ਨੇ, 8 ਘੰਟੇ ਕਰੋ। ਮੰਡਲ ਕਮਿਸ਼ਨ ਦੀ ਗੱਲ ਕਰੋ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਗੱਲ ਕਰੋ। ਜੇ ਤੁਸੀਂ ਜਾਗਰਤ ਲੋਕ ਹੋ, ਤੁਸੀਂ ਬਾਬਾ ਸਾਹਿਬ ਅੰਬੇਡਕਰ ਨੂੰ, ਰਵਿਦਾਸ ਮਹਾਰਾਜ, ਕਬੀਰ ਮਹਾਰਾਜ, ਬਾਬਾ ਨਾਮਦੇਵ ਜੀ, ਅਗਰ ਇਹਨਾਂ ਨੂੰ ਸਭ ਨੂੰ ਫੋਲੋ ਕਰਦੇ ਆ ਤਾਂ ਆ ਤੁਹਾਡੇ ਕੋਲ ਸਮਾਂ ਆ। ਬਾਹਰ ਨਿਕਲੋ, ਬਾਹਰ ਨਿਕਲ ਕੇ ਉਹਨਾਂ ਨੂੰ ਦੱਸੋ ਭਾਈ ਸਾਰੀਆਂ ਮੰਗਾਂ ਤੇ ਆਓ, 85% ਸਾਡੀ ਗਿਣਤੀ ਆ ਤੇ ਤੁਸੀਂ ਭਾਰਤ ਦਾ ਬੇਗਮਪੁਰਾ ਬਣਾ ਸਕਦੇ ਆ। ਹੁਣ ਤਾਂ ਟਾਈਮ ਆ, ਹੁਣ ਤਾਂ 52% ਜਾਗਦਾ, ਪਰ ਨਹੀਂ, ਤੁਸੀਂ ਮੂਰਤੀਆਂ ਵੱਲ ਨੂੰ ਪੈ ਗਏ। ਹਾਏ, ਰਵਿਦਾਸ ਮਹਾਰਾਜ ਦੀ ਮੂਰਤੀ ਨਾਲ ਛੇੜਛਾੜ ਕਿਉਂ ਹੋਈ? ਦੱਸੋ ਇਹ ਕਨਸੈਪਟ ਕਿੱਥੇ ਆ? ਕਿੱਥੇ ਰਵਿਦਾਸ ਮਹਾਰਾਜ ਨੇ ਕਿਹਾ ਸੀ ਕਿ ਮੇਰੀਆਂ ਮੂਰਤੀਆਂ ਪੂਜੋ? ਬਾਬਾ, ਇਹ ਤਾਂ ਬਾਬਾ ਸਾਹਿਬ ਅੰਬੇਡਕਰ ਵੀ ਕਹਿ ਗਏ ਵੀ ਜਿਹੜਾ ਰਾਜਨੀਤਿਕ ਨੇਤਾ ਜਾਂ ਰਹਿਬਰਾਂ ਦੇ ਬੁੱਤਾਂ ਨੂੰ ਲੋਕੀ ਪੂਜਣ ਲੱਗ ਪੈਂਦੇ ਆ, ਉਹ ਲੋਕ ਕਦੇ ਆਜ਼ਾਦ ਨਹੀਂ ਹੋ ਸਕਦੇ, ਕਦੇ ਵੀ ਆਜ਼ਾਦ ਨਹੀਂ ਹੋ ਸਕਦੇ। ਬਾਬਾ ਸਾਹਿਬ ਦੀ ਗੱਲ ਨਹੀਂ ਤੁਸੀਂ ਸਮਝੀ। ਆ ਜਿਹੜੀ ਰਿਪਰੈਜ਼ੈਂਟੇਸ਼ਨ ਹੋਏ ਨਹੀਂ ਲੋਕਾਂ ਨੂੰ ਦੱਸ ਸਕੇ ਵੇਖ ਕੀ ਆ। ਬਾਬਾ ਸਾਹਿਬ ਅੰਬੇਡਕਰ ਤੁਸੀਂ ਆਪਣੇ ਭਰਾ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦੇ, ਉਹਨਾਂ ਨੂੰ ਨਹੀਂ ਦੱਸ ਸਕੇ ਅੱਜ ਤੱਕ। ਤੇ ਕਿੱਦਾਂ ਬੇਗਮਪੁਰਾ ਖਾਲਸਾ ਰਾਜ ਬਣਾ ਲਵਾਂਗੇ? ਕਿੱਦਾਂ ਬੇਗਮਪੁਰਾ ਬਣਾ ਲਵਾਂਗੇ? ਜ਼ਰੂਰਤ ਆ ਉਹਨਾਂ ਦੇ ਘਰ ਜਾ ਕੇ ਦੱਸੋ ਵੀ ਰਵਿਦਾਸ ਮਹਾਰਾਜ ਜੇ ਸਾਡੇ ਗੁਰੂ ਆ, ਤੁਹਾਡੇ ਵੀ ਗੁਰੂ ਆ, ਉਹਨਾਂ ਨਾਲ ਫਾਈਟ ਕਰੋ। ਫਾਈਟ ਦਾ ਮਤਲਬ ਵਿਚਾਰਧਾਰਕ ਫਾਈਟ ਕਰੋ, ਉਹਨਾਂ ਨੂੰ ਪਤਾ ਲੱਗੇ। ਸਾਰੇ ਨਹੀਂ, ਉਹ ਥੋੜੇ ਜਿਹੇ ਲੋਕ ਵਾ। ਹਰ ਪਿੰਡ ਦੇ ਵਿੱਚ 2-4 ਘਰ ਹੁੰਦੇ ਆ ਜਿਹੜੇ ਵਿਤਕਰਾ ਕਰਦੇ ਆ, ਪਰ ਜਿਹੜੇ ਬਾਕੀ ਚੁੱਪ ਰਹਿ ਜਾਂਦੇ ਉਹ ਕਸੂਰਵਾਰ ਜ਼ਰੂਰ ਮੰਨੇ ਜਾਂਦੇ ਆ। ਤੇ ਇਹ ਤਾਂ ਮਿੱਤਰੋ ਸਰ ਜਾਤ ਦੇ ਵਿੱਚ ਬੈਠੇ ਆ ਜਿਹੜੇ ਰਿਜ਼ਰਵੇਸ਼ਨ ਲੈ ਕੇ IAS IPS ਆਫੀਸਰ ਜਾਂ ਆਫੀਸਰ ਬਣਦੇ ਆ। ਉਹ ਕਿੰਨਾ ਖਿਆਲ ਰੱਖਦੇ ਆ, ਉਹ ਬਾਬਾ ਸਾਹਿਬ ਅੰਬੇਡਕਰ ਨੂੰ ਕਿੰਨਾ ਕੁ ਉਹਦਾ ਵਿਚਾਰਾਂ ਨੂੰ ਲੈ ਕੇ ਚੱਲਦੇ ਆ। ਉਹ ਤਾਂ ਸ਼ਹਿਰਾਂ ਵਿੱਚ ਜਾ ਕੇ ਸੈੱਟ ਹੋ ਜਾਂਦੇ ਆ ਕਿ ਸਾਡੀ ਕੋਈ ਜਾਤ ਵੀ ਲੁਕੋ ਕੇ ਬਹਿੰਦੇ ਆ। ਤੇ ਇਸ ਵੇਲੇ ਮੋਦੀ ਦੀ ਗਵਰਨਮੈਂਟ ਵਿੱਚ 67 ਜਿਹੜੇ ਆ ਦਲਿਤਾਂ ਵਿੱਚੋਂ ਆ, 67 MP। ਅਗਰ ਉਹ ਚਾਹਣ ਤਾਂ ਸਰਕਾਰ ਸੱਟ ਸਕਦੇ ਆ, ਪਰ ਉਹਨਾਂ ਨੂੰ ਵੋਟਾਂ ਕਰਨ ਪਾਈਆਂ ਆਪਾਂ ਪਾਈਆਂ ਨਾ ਸਾਰਿਆਂ ਨੇ, ਕਿਉਂਕਿ ਅਸੀਂ ਸੋਚਿਆ ਸਾਡੀ ਜਾਤ ਦਾ ਬੰਦਾ ਹੈ, ਪਰ ਉਹ ਜਾਤ ਦਾ ਨਿਕਲਿਆ ਨਹੀਂ, ਉੱਪਰ ਜਾ ਕੇ ਬ੍ਰਾਹਮਣ ਨਾਲ ਰਲ ਗਿਆ ਤੇ ਸਾਨੂੰ ਪੁੱਛਦਾ ਨਹੀਂ, ਸਰਕਾਰ ਨਹੀਂ ਸੱਟਦਾ। ਇਦਾਂ ਹੀ ਅਦਰ ਬੈਕਵਰਡ ਕਲਾਸਿਸ ਦੇ ਲੋਕ, ਬਾਦਲ ਵਰਗੇ, KPS ਗਿੱਲ ਵਰਗੇ, ਕੈਪਟਨ ਵਰਗੇ, ਅਦਰ ਬੈਕਵਰਡ ਕਲਾਸਿਸ ਦੇ ਲੋਕ ਆ,
ਇਹ ਬ੍ਰਾਹਮਣ ਦਾ ਸਾਥ ਦਿੰਦੇ ਆ, ਇਹ ਆਪਣੇ ਲੋਕਾਂ ਦਾ ਸਾਥ ਨਹੀਂ ਦਿੰਦੇ। ਇਹ ਗਦਾਰ ਜਿਹੜੇ ਆ ਇਹ ਸਭ ਦੇ ਵਿੱਚ ਆ, ਇਹ ਜਿਹੜੇ ਗਦਾਰ ਆ ਸਭ ਦੇ ਵਿੱਚ ਆ। ਪਰ ਦੁੱਖ ਦੀ ਗੱਲ ਇਹ ਆ ਵੀ ਜਿਹੜੇ ਬੰਦੇ ਗਰਾਊਂਡ ਤੇ ਕੰਮ ਕਰਦੇ ਆ, ਜਥੇਬੰਦੀਆਂ ਨਾਲ ਕੰਮ ਕਰਦੇ ਆ, ਗਰੀਬੀ ਨਾਲ ਘੁਲਦੇ ਆ, ਮਿਸ਼ਨਰੀ ਆ, ਸਿੰਗਰ ਆ, ਸਾਰੇ ਤੁਸੀਂ ਤਾਂ ਘੱਟੋ ਘੱਟ ਮੇਰੇ ਵੀਰੋ ਨਫ਼ਰਤ ਨਾ ਫੈਲਾਓ। ਤੁਸੀਂ ਤਾਂ ਕਹਿ ਦੋ ਕਿ 35 ਮਹਾਂਪੁਰਸ਼ ਸਾਡੇ ਇੱਕ ਨੇ। ਇਹ ਬੇਗਮਪੁਰਾ ਦੀ ਗੱਲ ਕਰਦੇ ਆ, ਸਾਡੀ ਆਜ਼ਾਦੀ ਦੀ ਗੱਲ ਕਰਦੇ ਆ, ਇਹ ਭਾਰਤ ਦੇ 85% ਲੋਕਾਂ ਦੀ ਗੱਲ ਕਰਦੇ ਆ। ਇਹ ਬ੍ਰਾਹਮਣ ਖੱਤਰੀ ਵੈਸ਼ ਨੂੰ ਵੀ ਕਹਿੰਦੇ ਆ ਵੀ ਜੇ ਤੂੰ ਵਰਨ ਛੱਡ ਦਿੰਨਾ, ਆਪਣਾ ਉੱਚੀ ਜਾਤ ਦਾ ਕਨਸੈਪਟ ਛੱਡ ਕੇ ਬਰਾਬਰਤਾ ਦੇ ਕਨਸੈਪਟ ਵਿੱਚ ਆ ਜਾਣਾ, ਤੇ ਤੂੰ ਵੀ ਸਿੱਖ ਸਿੰਘ ਕੌਰ ਐਂਡ ਖਾਲਸਾ ਦਾ ਕਨਸੈਪਟ ਨੂੰ ਮੰਨ ਸਕਦਾ, ਤੂੰ ਵੀ ਬੁੱਧ ਨੂੰ ਮੰਨ ਸਕਦਾ। ਪਰ ਉਹਨਾਂ ਨੇ ਤਾਂ ਬੁੱਧ ਤੇ ਵੀ ਕਬਜ਼ਾ ਕੀਤਾ ਹੈ, ਤੇ ਉਹਨਾਂ ਨੇ ਅਕਾਲ ਤਖਤ ਤੇ ਵੀ ਕਬਜ਼ਾ ਕੀਤਾ ਹੈ, ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕੀਤਾ ਹੈ, ਤੇ ਕੁੱਟ ਤਾਂ ਆਪਾਂ ਸਾਰੇ ਇਕੱਲੇ ਇਕੱਲੇ ਖਾ ਰਹੇ ਹਾਂ। ਅੱਜ ਵੀ ਕੁੱਟ ਖਾ ਰਹੇ ਹਾਂ। ਮੈਨੂੰ ਗੱਲ ਯਾਦ ਆਈ, ਮੈਂ ਅੱਜ ਸਪੀਚ ਸੁਣਦਾ ਸੀ ਸ਼ਿੰਗਾਰਾ ਰਾਮ ਸੁੰਗੜਾ ਸਾਹਿਬ ਦੀ, ਬਹੁਤ ਵਧੀਆ ਗੱਲ ਕੀਤੀ। ਉਹ ਕਹਿੰਦੇ ਵੀ ਇਹ ਜਿਹੜੀ ਪੱਗ ਦਸਤਾਰ ਆ ਨਾ, ਇਹ ਨੋਇੰਗਲੀ ਲਾਈ ਗਈ ਆ ਰਵਿਦਾਸ ਮਹਾਰਾਜ ਜੀ ਦੇ ਸੀਸ ਤੋਂ। ਵੀ ਜੇ ਰਵਿਦਾਸ ਮਹਾਰਾਜ ਦੇ ਸੀਸ ਤੋਂ ਬ੍ਰਾਹਮਣ ਪੱਗ ਨਾ ਲਾਉਂਦਾ ਤਾਂ ਭਾਰਤ ਦੇ ਕਹਿੰਦਾ ਸਾਰੇ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕਾਂ ਦੇ ਸਿਰਾਂ ਤੇ ਪੱਗਾਂ ਰੱਖ ਲੈਣੀਆਂ ਸੀ। ਜੇ ਰਵਿਦਾਸ ਮਹਾਰਾਜ ਦੀ ਸੀਸ ਤੇ ਦਸਤਾਰ ਵਾਲੀ ਫੋਟੋ ਬਣ ਜਾਂਦੀ ਤਾਂ ਭਾਰਤ ਦੇ ਵਿੱਚ ਸਾਰਿਆਂ ਨੇ ਪੱਗਾਂ ਰੱਖ ਲੈਣੀਆਂ ਸੀ। ਇਦਾਂ ਹੀ ਕਬੀਰ ਮਹਾਰਾਜ, ਇਦਾਂ ਹੀ ਨਾਮਦੇਵ ਵੀ ਸਾਰਿਆਂ ਨੇ ਪੱਗਾਂ ਰੱਖ ਲੈਣੀਆਂ ਸੀ, ਤਾਂ ਬ੍ਰਾਹਮਣ ਨੂੰ ਪੱਗਾਂ ਵਾਲੇ ਤੋਂ ਖਤਰਾ ਹੋ ਜਾਣਾ ਸੀ। ਫਿਰ ਤਾਂ ਤੁਹਾਡਾ ਬੇਗਮਪੁਰਾ ਖਾਲਸਾ ਰਾਜ ਬਣ ਜਾਣਾ ਸੀ। ਕਹਿੰਦਾ ਵੀ ਜਿਹੜੇ ਅੱਜ ਵਿਰੋਧ ਕਰਦੇ ਆ ਵੀ ਦਸਤਾਰ ਨਹੀਂ ਚਾਹੀਦੀ ਰਵਿਦਾਸ ਮਹਾਰਾਜ ਦੇ ਸੀਸ ਤੇ, ਇਹ ਉਹੀ ਬ੍ਰਾਹਮਣਵਾਦੀ ਲੋਕ ਨੇ। ਇੱਕ ਦੋ ਥੋੜੇ ਬਹੁਤੇ ਤਾਂ ਹੁੰਦੇ RSS ਦੇ ਏਜੰਟ ਜਿਹੜੇ ਘੁਸਪੈਠ ਕੀਤੀ ਹੁੰਦੀ ਆ, ਤੇ ਬਾਕੀ ਉਹ ਉਹਨਾਂ ਦੇ ਮਗਰ ਲਾ ਕੇ ਬੋਲਣ ਲੱਗ ਪੈਂਦੇ ਆ ਵੀ ਹਾਂ ਮੇਰੀ ਜਾਤ ਵੀ ਇਹੀ ਆ, ਵੀ ਅਸੀਂ ਇਹਨਾਂ ਸਿੱਖਾਂ ਨੂੰ ਦੜਾਉਨੇ ਆ ਫਲਾਨਾ। ਉਹ ਮੇਰੇ ਵੀਰੋ, ਸਿੱਖਣਾ, ਐਜੂਕੇਸ਼ਨ ਲੈਣਾ ਇਹ ਦੁਨੀਆ ਦਾ ਧਰਮ ਹੋਣਾ ਚਾਹੀਦਾ। ਕੇਸ ਦਾੜੀ ਇਨਸਾਨ ਦੇ ਆਉਂਦੀ ਆ, ਤੇ ਐਜੂਕੇਸ਼ਨ ਲੈਣਾ ਫੰਡਾਮੈਂਟਲ ਰਾਈਟ ਆ। ਤੁਹਾਡਾ ਅਨਪੜ੍ਹ ਰਹਿਣਾ ਧਰਮ ਸੀ, ਬ੍ਰਾਹਮਣ ਦੀ, ਖੱਤਰੀਆਂ, ਵੈਸ਼ਾਂ ਦੀ ਸੇਵਾ ਕਰਨਾ ਸੀ, ਤੇ ਗੁਰੂ ਸਾਹਿਬ ਨੇ ਆਪੋਜੀਟ ਉਹਦੇ ਸਿੱਖਣਾ ਬਣਾਤਾ। ਇਤਿਹਾਸ ਤਾਂ ਪੜ੍ਹੋ, ਤੇ ਵੇਦਾਂ ਸ਼ਾਸਤਰਾਂ ਦੇ ਖਿਲਾਫ ਜਿੱਥੇ ਸਾਨੂੰ ਸ਼ੂਦਰ ਲਿਖਿਆ ਸੀ, ਬੁੱਤ ਪੂਜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ। ਇਹ ਕਾਊਂਟਰ ਅਟੈਕ ਕੀਤਾ ਵੇਦਾਂ ਸ਼ਾਸਤਰਾਂ ਤੇ। ਜੇ ਕੁਝ ਲੋਕ ਨਹੀਂ ਸਮਝਦੇ ਉਹਨਾਂ ਨੂੰ ਛੱਡ ਦਿਓ, ਤੇ ਤੁਸੀਂ ਤਾਂ ਬੋਲੋ ਨਾ ਡਟ ਕੇ, ਸਾਰੇ ਲੋਕ ਤੁਹਾਨੂੰ ਫਾਲੋ ਕਰੋਗੇ। ਇਹ ਤਾਂ ਕਨਸੈਪਟ ਹੀ ਤੁਹਾਡੀ ਆਜ਼ਾਦੀ ਦਾ ਆ। ਬੇਗਮਪੁਰਾ, ਖਾਲਸਾ ਰਾਜ, ਖਾਲਿਸਤਾਨ, ਜੋ ਮਰਜ਼ੀ ਕਹਿ ਲਓ, ਇਹ ਸ਼ੂਦਰਾਂ ਦੀ ਆਜ਼ਾਦੀ ਦਾ ਕਨਸੈਪਟ ਆ। ਡਟ ਕੇ ਕਹੋ ਵੀ ਸ਼ੂਦਰਾਂ ਚੋਂ ਸਿੱਖ ਬਣੇ ਆ, ਵੀ ਸਿੱਖਣਾ ਧਰਮ ਆ, ਸ਼ੂਦਰ ਦਾ ਧਰਮ ਅਨਪੜ੍ਹ ਰਹਿਣਾ ਸੀ। ਇਹ ਆ ਤੁਹਾਡਾ ਕਨਸੈਪਟ। ਤੇ ਤੁਸੀਂ ਡਟ ਕੇ ਸ਼ਰਤਾਂ ਲਾਉਣ ਲੱਗ ਪਏ ਵੀ ਰਵਿਦਾਸ ਮਹਾਰਾਜ ਦੇ ਦਾਸਾਂ ਨਾਲ ਬਹਿਸ ਕਰ ਲਓ, ਉਹਨਾਂ ਦੇ ਸਿਰ ਤੇ ਪੱਗ ਨਹੀਂ ਸੀ, ਐਂ ਨਹੀਂ ਸੀ, ਜਿਉਂ ਨਹੀਂ ਸੀ। ਮੇਰੇ ਵੀਰੋ, ਜੇ ਅਸਲੀ ਤਸਵੀਰਾਂ ਹੋਣ ਤਾਂ ਆਪਾਂ ਉਹਨਾਂ ਨੂੰ ਬੁੱਤ ਬਣਾ ਕੇ ਸਲੂਟ ਮਾਰ ਸਕਦੇ ਹਾਂ। ਫੇਰ ਵੀ ਅਸੀਂ ਮੱਥੇ ਨਹੀਂ ਟੇਕ ਸਕਦੇ ਬੁੱਤਾਂ ਨੂੰ, ਜੇ ਅਸਲੀ ਤਸਵੀਰਾਂ ਹੋਣ। ਜੇ ਅਸਲੀ ਹੋਣ, ਬਾਬਾ ਸਾਹਿਬ ਦੀ ਜੇ ਸਟੈਚੂ ਆ ਉਹਨੂੰ ਸਲੂਟ ਮਾਰੋ, ਕੋਈ ਵੀ ਨਹੀਂ ਰੋਕਦਾ। ਪਰ ਜੇ ਉਹਨੂੰ ਕੋਈ ਧੂਫ ਬੱਤੀਆਂ ਕਰੇ, ਮੱਥਾ ਟੇਕੇ, ਅਸੀਂ ਤਾਂ ਰੋਕਾਂਗੇ ਬਈ, ਕਿਉਂਕਿ ਪੂਜਾ ਲਈ ਬਾਬਾ ਸਾਹਿਬ ਨੇ ਨਹੀਂ ਕਿਹਾ। ਉਹਨੂੰ ਸਲੂਟ ਮਾਰੋ, ਕਿਉਂਕਿ ਸਾਨੂੰ ਉਹਨਾਂ ਦੀ ਤਸਵੀਰਾਂ, ਅਸੀਂ ਉਹਨਾਂ ਦੇ ਸਟੈਚੂ ਬਣਾ ਸਕਦੇ ਹਾਂ, ਪਰ ਉਹਨਾਂ ਦੀ ਪੂਜਾ ਨਹੀਂ ਕਰ ਸਕਦੇ। ਸਲੂਟ ਮਾਰ ਸਕਦੇ ਹਾਂ, ਉਹਨਾਂ ਦੇ ਰਸਤੇ ਤੇ ਚੱਲ ਸਕਦੇ ਹਾਂ ਜੋ ਸਾਨੂੰ ਦੱਸਿਆ। ਪਰ ਇਹ ਤਸਵੀਰਾਂ ਬਾਬੇ ਨਾਨਕ ਦੀਆਂ, ਰਵਿਦਾਸ ਮਹਾਰਾਜ, ਕਬੀਰ ਮਹਾਰਾਜ, 10ਵੇਂ ਪਾਤਸ਼ਾਹ, ਇਹਨਾਂ ਨੂੰ ਸਾਰੇ ਮੱਥੇ ਟੇਕਣ ਲੱਗੇ ਆ, ਧੂਫ ਦਿਖਾਉਣ ਲੱਗੇ ਆ, ਆਪਣੀ ਮਨਮਤ, ਕੋਈ ਦਸਤਾਰ ਚਾੜ ਪਾ ਲੈਂਦਾ, ਕੋਈ ਬਿਨਾਂ ਦਸਤਾਰ ਤੋਂ ਕਲਪਨਾਕ। ਇਹ ਤਾਂ ਤੁਹਾਡੀ ਗੁਲਾਮੀ ਆ ਯਾਰ, ਇਹ ਗੁਲਾਮੀ ਚੋਂ ਤੁਸੀਂ ਨਿਕਲ ਹੀ ਨਹੀਂ ਸਕਦੇ। 5 ਇੱਟਾਂ ਚਿੱਟੀਆਂ ਨੂੰ ਰੰਗ ਕਰਕੇ ਉਹਨੂੰ ਮੱਥਾ ਟੇਕ ਲਿਆ, ਜਾਂ ਤਸਵੀਰ ਨੂੰ ਮੱਥਾ ਟੇਕ ਲਿਆ। ਵਾਟ ਇਜ਼ ਦ ਡਿਫਰੈਂਸ? ਕੀ ਫਰਕ ਹੈ ਇਹਦੇ ਵਿੱਚ? ਇਹੀ ਤਾਂ ਚਾਹੁੰਦਾ ਬ੍ਰਾਹਮਣ ਤੁਹਾਡੇ ਕੋਲ, ਵੀ ਤੁਸੀਂ ਇਹੀ ਕੰਮ ਕਰਦੇ ਰਹੋ ਤੇ ਰਾਜ ਭਾਗ ਦੀ ਗੱਲ ਨਾ ਕਰ ਲਓ। ਰਾਜ ਭਾਗ ਦੀ ਗੱਲ ਕਰੋ। ਅੰਬੇਡਕਰਾਈਜ਼ ਆਰਗੇਨਾਈਜੇਸ਼ਨ ਬਹੁਤ ਵੱਡੇ ਲੈਵਲ ਤੇ ਕੀਡਰਾਈਜ਼ ਕਰ ਰਹੀਆਂ, ਉਹਨਾਂ ਵਿੱਚ ਲੋਕਾਂ ਨੂੰ ਲੈ ਕੇ ਜਾਓ ਤਾਂ ਕਿ ਰਾਜ ਭਾਗ ਦੀ ਗੱਲ ਕਰੋ, ਲੋਕ ਸੁੱਖ ਮਾਨਣ। ਇਹਨਾਂ ਤਸਵੀਰਾਂ ਦੇ ਚੱਕਰਾਂ ਦੇ ਵਿੱਚ ਲੜਾਈਆਂ ਨਾ ਵਧਾਓ, ਇਹ ਲੜਾਈਆਂ ਨਾ ਵਧਾਓ ਮੇਰੇ ਵੀਰੋ। ਜਿਹੜਾ ਬੰਦਾ ਗੱਲ ਕਰਦਾ ਆ ਤਸਵੀਰਾਂ ਦੀ, ਉਹਨੂੰ ਰੋਕੋ ਵੀ ਭਾਈ ਇਹ ਅਸਲੀ ਨਹੀਂ ਹੈਗੀ, ਇਹ ਨਕਲੀ ਆ, ਉਹਨੂੰ ਉੱਥੇ ਰੋਕੋ।
ਨਫ਼ਰਤ ਦੀ ਗੱਲ ਨਾ ਕਰੋ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਦੇ ਜਿਹੜੇ ਬੰਦਿਆਂ ਨੇ ਜੋ ਤਸਵੀਰ ਲਾਈ ਵੀ ਆ, ਮੈਂ ਨਹੀਂ ਉਹਦੇ ਹੱਕ ਵਿੱਚ ਵੀ ਇੱਕ ਬੰਦਾ ਦਸਤਾਰ ਸਜਾ ਕੇ ਤਸਵੀਰ ਲਾਉਂਦਾ, ਇੱਕ ਮੁੰਨਾ ਲਾ ਲੈਂਦਾ, ਇਹ ਤਾਂ ਫਿਰ ਤਸਵੀਰਾਂ ਨੂੰ ਪੂਜਣ ਵਾਲੇ ਰਹਿ ਗਏ ਸੀ ਤਾਂ, ਜਾਂ ਹੈ ਹੀ ਨਹੀਂ, ਲਾਉਣ ਦੀ ਲੋੜ ਨਹੀਂ। ਇਹ ਚੀਜ਼ਾਂ ਲਾਉਣ ਦੀ ਲੋੜ ਨਹੀਂ ਹੈਗੀ। ਸਾਰੀਆਂ ਫੋਟੋਆਂ ਨੂੰ ਰਿਜੈਕਟ ਕਰੋ। ਪਰ ਜੇ ਕਲਪਨਾ ਕਰਨੀ ਹੈ ਤੁਸੀਂ, ਯਾਰ ਕਲਪਨਾ ਜਾਂ ਗੁਰੂ ਸਾਹਿਬਾਨ ਨੇ ਤੁਹਾਡੇ ਸਿਰ ਤੇ ਦਸਤਾਰ ਸਜਾਤੀ, ਜਾਂ ਤੁਹਾਨੂੰ ਐਜੂਕੇਸ਼ਨ ਲੈ ਕੇ ਦੇਤੀ, ਬ੍ਰਾਹਮਣ ਨਾਲ ਲੜ ਕੇ ਆਪਣੇ ਸਰੀਰ ਤੇ ਕਸ ਸਹਿ ਕੇ, ਤੇ ਕਲਪਨਾ ਤਾਂ ਘੱਟੋ ਘੱਟ ਤੁਸੀਂ ਦਸਤਾਰ ਵਾਲੀ ਕਰੋ ਵੀ ਸਾਡੇ ਗੁਰੂ ਸਾਹਿਬਾਨ ਦੇ ਸੋਹਣੇ ਸੁਨਹਿਰੀ ਕੇਸਾਂ ਤੇ ਸੋਹਣੀ ਸਫਬ ਦੀ ਦਸਤਾਰ ਹੋਵੇਗੀ, ਕੇਸ ਦਾੜਾ ਹੋਵੇਗਾ, ਇਸ ਤਰੀਕੇ ਉਹਨਾਂ ਨਾਲ ਜੰਗ ਲੜੀ ਹੋਵੇਗੀ, ਇਹਨਾਂ ਬ੍ਰਾਹਮਣਵਾਦੀ ਲੋਕਾਂ ਨਾਲ ਵਿਚਾਰਧਾਰਕ ਜੰਗ ਲੜੀ ਹੋਗੀ। ਕਹਿੰਦਾ ਮਤਲਬ ਤੁਹਾਡੀ ਕਲਪਨਾ ਤਾਂ ਮਨੂਵਾਦੀ ਨਹੀਂ ਹੋਣੀ ਚਾਹੀਦੀ ਨਾ, ਤੁਸੀਂ ਤਾਂ ਕਲਪਨਾ ਵੀ ਮਨੂਵਾਦੀ ਕਰਦੇ ਆ। ਤੇ ਮਾਲਾ ਪਾ ਲੈਣੀ ਗਲ 'ਚ, ਕਿਤੇ ਵੀ ਦੁਨੀਆ ਦੇ ਵਿੱਚ, ਯੂਰਪੀਅਨ ਕੰਟਰੀਜ਼, ਅਮਰੀਕਾ, ਕੈਨੇਡਾ, ਕਿਤੇ ਮਾਲਾ ਨਹੀਂ ਹੈਗੀ ਕਿਸੇ ਦੇ ਮੱਥੇ ਤੇ ਤਿਲਕ ਨਹੀਂ ਹੈਗਾ, ਕਿਤੇ ਕੋਈ ਚਿਰਾਗ ਨਹੀਂ ਕਰਦਾ, ਕਿਤੇ ਕੋਈ ਪ੍ਰਸ਼ਾਦ ਨਹੀਂ ਬਣਦਾ, ਕਿਤੇ ਕੋਈ ਗੋਲਕ ਨਹੀਂ। ਪਰ ਇਹ ਖੁਸ਼ਹਾਲ ਨੇ ਦੇਸ਼। ਇਹ ਜੀਸਸ ਕ੍ਰਾਈਸਟ ਦੇ ਦੱਸੇ ਰਸਤੇ ਤੇ, ਇਹ ਬਾਈਬਲ ਦੇ ਦੱਸੇ ਰਸਤੇ ਤੇ ਚੱਲਦੇ ਆ, ਤੇ ਬਾਈਬਲ ਇਹ ਪਾਰਲੀਮੈਂਟ ਵਿੱਚ ਲੱਗਾ। ਬਾਈਬਲ ਨੂੰ ਮੰਨਣ ਵਾਲੇ ਲੋਕ ਜਦੋਂ ਪਾਰਲੀਮੈਂਟ ਵਿੱਚ ਚਲ ਗਏ ਤਾਂ ਉਹਨਾਂ ਨੇ ਇਕੁਐਲਿਟੀ, ਫਰੀडम ਐਂਡ ਜਸਟਿਸ ਪੈਦਾ ਕਰ ਦਿੱਤਾ। ਇਦਾਂ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਬਰਾਬਰਤਾ ਪਾਰਲੀਮੈਂਟ ਵਿੱਚ ਲੈ ਕੇ ਜਾਣੀ ਸੀ, ਤਾਂ ਕਿ ਪਾਰਲੀਮੈਂਟ ਵਿੱਚੋਂ ਕਾਨੂੰਨ ਬਣਦੇ ਤੁਹਾਡੇ ਭਲੇ ਲਈ। ਤੁਹਾਡੇ ਲਈ ਮੈਡੀਕਲ ਹੁੰਦਾ, ਤੁਹਾਡੇ ਲਈ ਐਜੂਕੇਸ਼ਨ ਹੁੰਦੀ, ਰੋਟੀ ਕੱਪੜਾ ਮਕਾਨ ਹੁੰਦਾ, ਸਭ ਲਈ ਹੱਕ ਹੁੰਦੇ। ਇਹ ਸੀ ਧਰਮ। ਤੇ ਤੁਸੀਂ ਡੇਰਿਆਂ ਵਿੱਚ ਉਲਝ ਕੇ ਰਹਿ ਗਏ। ਮੇਰੇ ਸੰਤ ਆਇਆ, ਮੇਰੇ ਸੰਤ ਆਇਆ, ਮੇਰਾ ਆ ਬਾਬਾ, ਮੇਰਾ ਉਹ ਬਾਬਾ, ਜਾਣ ਕੇ ਇਹ ਮੈਂ 85% ਲੋਕਾਂ ਦੀ ਗੱਲ ਕਰਦਾ। 85% ਲੋਕ ਡੇਰਿਆਂ ਵਿੱਚ ਉਲਝ ਕੇ ਰਹਿ ਗਏ, ਸੰਤਾਂ ਮਹਾਂਪੁਰਸ਼ਾਂ ਵਿੱਚ ਉਲਝ ਕੇ ਰਹਿ ਗਏ, ਕੀਰਤਨੀਆਂ ਢਾਡੀਆਂ ਪ੍ਰਚਾਰਕਾਂ ਵਿੱਚ ਉਲਝ ਕੇ ਰਹਿ ਗਏ। ਉਹਨਾਂ ਨੇ ਵੀ ਤੁਹਾਨੂੰ ਕੁਛ ਨਹੀਂ ਦੱਸਿਆ। ਉਹਨਾਂ ਨੇ ਵੀ ਪ੍ਰਚਾਰ ਰੱਬ ਦੇ ਨਾਂ ਦਾ ਕੀਤਾ। ਤੁਹਾਡੇ ਵਿੱਚੋਂ ਜਾਤ ਨਹੀਂ ਖਤਮ ਕੀਤੀ, ਤੁਹਾਡੇ ਵਿੱਚੋਂ ਊਚ ਨੀਚ ਨਹੀਂ ਖਤਮ ਕੀਤੀ। ਤੁਹਾਡਿਆਂ ਸੇਵੇ ਵੀ ਲੱਗ, ਗੁਰਦੁਆਰੇ ਵੀ ਲੱਗ, ਤੁਹਾਨੂੰ ਡਿਵੀਜ਼ਨ ਤੋਂ ਤੁਹਾਨੂੰ ਰੋਕਿਆ ਨਹੀਂ। ਜਿੱਦਾਂ ਮੈਂ ਗੱਲ ਕੀਤੀ ਸੀ, ਮੈਂ ਤਾਂ ਇੰਦਰਜੀਤ ਸਿੰਘ ਬੱਲੋਵਾਲੀਆ ਭਾ ਤੇ ਉਹਨਾਂ ਨੇ ਅਸੀਂ ਇਕੱਠੇ ਸਰਬਜੀਤ ਸਿੰਘ ਧੁੰਦਾ ਨੂੰ ਮਿਲੇ ਤੇ ਉਹਨਾਂ ਨੂੰ ਕਿਤਾਬ ਦਿਖਾਈ ਵੀ ਆ ਕਿਤਾਬ ਮੇਰੇ ਵੀਰੋ ਦੇਖੋ ਵੀ ਇਹ ਕਿਤਾਬ ਦੇ ਵਿੱਚ ਸਰਜੀਤ ਸਿੰਘ ਨਨੂਆ ਵੀ ਉਹਨੂੰ ਗੁਰਦੁਆਰਿਆਂ ਦੇ ਵਿੱਚ ਸਨਮਾਨਿਤ ਕੀਤਾ। ਉਹ ਕਿਤਾਬ ਦੇ ਵਿੱਚ ਲਿਖਿਆ ਆ ਵੀ ਭਗਤ ਸਾਹਿਬਾਨ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਦੇ ਤੁੱਲ ਨਹੀਂ ਹੋ ਸਕਦੀ, ਉਹਨਾਂ ਦੇ ਬਰਾਬਰ ਨਹੀਂ ਹੋ ਸਕਦੀ, ਕਿਉਂਕਿ ਭਗਤ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਹਿੰਦੂ ਫਲਸਫੇ ਦੀ ਬੋ ਆਉਂਦੀ ਆ ਐਦਾਂ। ਔਰ ਉਹ ਕਿਤਾਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੇ ਬੜੀਆਂ ਫੋਟੋ ਲਾਈਆਂ ਬੜੇ ਲੀਡਰਾਂ ਦੀਆਂ। ਕਹਿੰਦਾ ਮੰਨ ਲਓ RSS ਨੇ ਇਸ ਕਿਤਾਬ ਜਾਰੀ ਕੀਤੀ। ਉਹ ਕਿਤਾਬ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਵੀ ਦਿੱਤੀ ਤੇ ਸਰਬਜੀਤ ਸਿੰਘ ਧੁੰਨਾ ਨੂੰ ਦੱਸੀ, ਨਾਲੇ ਦੱਸਿਆ ਵੀ ਭਾਈ ਇਹਦੇ ਬਾਰੇ ਪ੍ਰਚਾਰ ਕਰੋ, ਇਹ ਤੁਹਾਡੇ 'ਚ ਡਿਵੀਜ਼ਨ ਪਾ ਰਿਹਾ। ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ। ਇਹ ਸਾਨੂੰ ਨਾਰਾਜ਼ਗੀ ਇਸ ਗੱਲ ਦੀ ਸਾਨੂੰ ਇਹਨਾਂ ਲੋਕਾਂ ਨਾਲ ਨਾਰਾਜ਼ਗੀ ਆ ਵੀ ਯਾਰੋ ਤੁਸੀਂ ਇਨਸਾਨਾਂ ਨੂੰ ਇਨਸਾਨ ਤਾਂ ਬਣਾਓ। ਠੀਕ ਆ, ਤੁਸੀਂ ਅੰਮ੍ਰਿਤ ਛਕਾਉਂਦੇ ਆ, ਅੰਮ੍ਰਿਤ ਛਕਾ ਕੇ ਉਹਨਾਂ ਨੂੰ ਦੱਸੋ ਵੀ ਜਾਤ ਛੱਡੀ ਦੀ ਹੁੰਦੀ ਆ, ਊਚ ਨੀਚ ਛੱਡੀ ਦੀ ਹੁੰਦੀ ਆ। ਉਹ ਜਿਹੜੇ ਅੰਮ੍ਰਿਤ ਛਕਾਏ ਇਹਨਾਂ ਲੋਕਾਂ ਨੂੰ, ਕਿਹੜੇ ਪਿੰਡਾਂ 'ਚ ਰਹਿੰਦੇ ਯਾਰ ਉਹ ਲੋਕ? ਪਿੰਡਾਂ ਵਿੱਚ ਤਾਂ ਉੱਦਾਂ ਹੀ ਆ ਨਫ਼ਰਤ, ਸਿਵੇ ਗੁਰਦੁਆਰੇ ਉੱਦਾਂ ਹੀ ਲੱਗ ਵਾ, ਪੂਰੀ ਨਫ਼ਰਤ ਵਾ। ਤੇ ਕਹਿੰਦੇ ਮੂਹਰੇ ਕੀ ਆ ਦੇਖੋ ਜੀ ਆ ਰਿਜ਼ਰਵੇਸ਼ਨ ਛੱਡ ਦੋ, ਜਾਤ ਖਤਮ ਹੋ ਜਾਂਦੀ ਆ। ਉਹ ਭਰਾਵੋ ਤੁਹਾਨੂੰ ਪਤਾ ਹੀ ਨਹੀਂ ਰਿਜ਼ਰਵੇਸ਼ਨ ਕੀ ਆ, ਤੁਹਾਨੂੰ ਪਤਾ ਹੀ ਨਹੀਂ ਸੰਵਿਧਾਨ ਕੀ ਕਹਿੰਦਾ। ਫਿਰ ਕਹਿੰਦੇ ਕੇਸਦਾੜੀ ਰੱਖ ਲਓ ਤੇ ਜਾਤ ਖਤਮ ਹੋ ਜਾਂਦੀ ਆ। ਤੇ ਤੁਸੀਂ ਕੇਸਦਾੜੀ ਰੱਖ ਕੇ ਤੁਸੀਂ ਅਖਬਾਰਾਂ ਵਿੱਚ ਦਿੰਦੇ ਸਾਨੂੰ ਇਸ ਜਾਤ ਦੀ ਕੁੜੀ ਤਾਂ ਇਸ ਜਾਤ ਦਾ ਮੁੰਡਾ ਚਾਹੀਦਾ। ਜਾਣੀ ਕਿ ਨਾ ਸੰਵਿਧਾਨ ਪੜ੍ਹਿਆ ਤੇ ਨਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਤੇ ਨਾ ਸੰਵਿਧਾਨ ਦੇ ਮੁਤਾਬਕ ਚੱਲੇ ਨਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲੇ। ਇੱਥੇ ਵੀ ਕੁੱਟ ਤਾਂ ਅਸੀਂ ਖਾਣੀ ਆ, ਤੇ ਜਦੋਂ ਸਾਡੇ ਕੁੱਟ ਪੈਂਦੀ ਆ ਉਦੋਂ ਅਸੀਂ ਕਹਿੰਦੇ ਆਓ ਸਾਡਾ ਸਾਥ ਦਵੋ। ਦਲਿਤ ਵੀ ਰੌਲਾ ਪਾਉਂਦੇ ਆ। ਜਦੋਂ SC ST ਕਮਿਸ਼ਨ ਦਾ ਲਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਵੀ ਰੌਲਾ ਪਾਇਆ। ਅਦਰ ਬੈਕਵਰਡ ਕਲਾਸਿਸ ਨੇ ਨਹੀਂ ਸਾਥ ਦਿੱਤਾ।
ਤੇ ਹੁਣ ਅਦਰ ਬੈਕਵਰਡ ਕਲਾਸ ਦੇ ਲੋਕ ਫਸੇ ਹੋ ਤੇ ਉੱਥੇ ਦਲਿਤ ਦਾ ਸਾਥ ਦੇ ਰਹੇ ਆ। ਮੇਰੇ ਕਹਿਣ ਦਾ ਮਤਲਬ ਤੁਸੀਂ ਇਕੱਠੇ ਹੋਵੋ। ਇਹ ਮੂਰਤੀਆਂ ਚੋਂ ਫੋਟੋਆਂ ਚੋਂ ਕੱਖ ਨਹੀਂ ਤੁਹਾਨੂੰ ਮਿਲਣਾ। ਕਨਸੈਪਟ ਹੈਗਾ ਤੁਹਾਡੇ ਪ੍ਰਾਊਡ ਆਨ ਔਰ ਸ਼ਾਨ ਨਾਲ ਰਹਿਣ ਦੇ ਲਈ ਗੁਰੂ ਸਾਹਿਬ ਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਆ। ਤੇ ਦਸਤਾਰ ਜਿਹੜੀ ਆ ਸਾਰੇ 35 ਦੇ 35 ਮਹਾਪੁਰਸ਼ ਬੰਦੇ ਸੀ। ਸਾਡੇ ਮਹਾਪੁਰਸ਼ਾਂ ਨੇ ਕਿਰਪਾਨਾਂ ਵੀ ਰੱਖੀਆਂ, ਲੜਾਈਆਂ ਲੜੀਆਂ, ਐਜੀਟੇਸ਼ਨ ਕੀਤੇ, ਜੰਗਾਂ ਲੜੀਆਂ ਤੁਹਾਡੇ ਲਈ, ਸ਼ਹੀਦੀਆਂ ਦਿੱਤੀਆਂ ਤੁਹਾਡੇ ਲਈ। ਇਸ ਕਰਕੇ ਇਹ ਜਿਹੜਾ ਮੁੱਦਾ ਆ ਇਹਨੂੰ ਛੱਡ ਦਿਓ। ਜਿਹੜਾ ਮੁੱਦਾ ਆ ਇਹਨੂੰ ਛੱਡ ਦਿਓ। ਸ਼ਰਤਾਂ ਨਾ ਲਾਓ, ਵੱਡੀਆਂ ਵੱਡੀਆਂ ਸਪੀਚਾਂ ਨਾ ਦਿਓ ਕਿ ਰਵਿਦਾਸ ਮਹਾਰਾਜ ਦੇ ਸੀਸ ਤੇ ਦਸਤਾਰ ਕਿਉਂ ਸਜਾਈ। ਹੁਣ ਜਿਹੜੇ ਪੂਰੇ ਕੇਸਾਧਾਰੀ ਆ ਲੋਕ ਰਵਿਦਾਸ ਮਹਾਰਾਜ ਨੂੰ ਮੰਨਦੇ ਆ, ਉਹ ਕਲਪਨਾ ਕਰੂਗੇ ਅਸੀਂ ਤਾਂ ਦਸਤਾਰ ਵਾਲੀ ਲਾਉਣੀ। ਤੁਸੀਂ ਕੌਣ ਹੁੰਦੇ ਰੋਕਣ ਵਾਲੇ? ਫਿਰ ਜੇ ਤੁਸੀਂ ਜਾਤ ਮੰਨ ਕੇ ਇਹ ਕਹਿੰਦੇ ਆ ਕਿ ਰਵਿਦਾਸ ਮਹਾਰਾਜ ਸਾਡੀ ਜਾਤ ਦਾ ਵੇ, ਅਸੀਂ ਨਹੀਂ ਦਸਤਾਰ ਸਜਾਉਣੀ। ਮੈਂ ਤੁਹਾਨੂੰ ਕਾਊਂਟਰ ਸਵਾਲ ਕਰਦਾ ਵੀ ਜਿਹੜੇ ਰਵਿਦਾਸ ਮਹਾਰਾਜ ਨੂੰ ਮੰਨਦੇ ਨੇ, 35 ਨੂੰ ਗੁਰੂ ਕਹਿੰਦੇ ਆ, ਤੇ ਜਿਹੜੇ ਉਹ ਲੋਕ ਵੀ ਨੇ ਜਿਹੜੇ ਉਸੇ ਜਾਤ ਦੇ ਸਰਦਾਰ ਨੇ, ਅੰਮ੍ਰਿਤਧਾਰੀ ਨੇ, ਤੇ ਉਹ ਵੀ ਰਵਿਦਾਸ ਮਹਾਰਾਜ ਮੰਨਦੇ ਆ, ਉਹ ਤਾਂ ਕਲਪਨਾ ਦਸਤਾਰ ਨਾ ਕਰਦੇ, ਤੁਸੀਂ ਉਹਨਾਂ ਨੂੰ ਕਿੱਦਾਂ ਰੋਕ ਲਓਗੇ? ਫਿਰ ਤਾਂ ਤੁਹਾਡੀ ਫੋਟੋਆਂ ਦੀ ਲੜਾਈ ਹੋ ਗਈ ਨਾ, ਫਿਰ ਤਾਂ ਤੁਸੀਂ ਵੰਡੇ ਗਏ। ਇਸ ਕਰਕੇ ਫੋਟੋਆਂ ਵਿੱਚ ਨਾ ਪਵੋ। 35 ਦੇ 35 ਮਹਾਪੁਰਸ਼ ਦਸਤਾਰ ਬੰਨ੍ਹਦੇ ਸੀ ਤੇ ਉਹਨਾਂ ਨੇ ਤੁਹਾਡੀ ਆਜ਼ਾਦੀ ਦੇ ਲਈ ਲੜੇ ਆ। ਇਹ ਵੱਖਰੀ ਗੱਲ ਆ ਕਿ RSS ਨੇ ਘੁਸਪੈਠ ਕੀਤੀ ਆ, ਤੁਹਾਨੂੰ ਪੂਜਣ ਲਾਇਆ, ਸਿਧਾਂਤ ਨੂੰ ਤੁਸੀਂ ਕਬੂਲ ਨਹੀਂ ਕੀਤਾ। ਇਹ ਤੁਹਾਡਾ ਕਸੂਰ ਆ, ਇਹ ਗੁਰੂ ਸਾਹਿਬਾਨ ਦਾ ਕਸੂਰ ਨਹੀਂ ਹੈਗਾ। ਤੁਸੀਂ ਉਲਝੇ ਹੋ। ਸ਼੍ਰੋਮਣੀ ਕਮੇਟੀ ਆ, RSS ਬੜੀ ਆ, ਬਾਦਲ ਆ, ਹੋਰ ਪਤਾ ਨਹੀਂ ਕਿੰਨੇ ਕੁ ਲੀਡਰ ਜਿਹੜੇ RSS ਨੇ ਪੈਦਾ ਕੀਤੇ ਆ, ਉਹਨਾਂ ਨੇ ਤੁਹਾਨੂੰ ਗੁਲਾਮ ਕੀਤਾ ਹੈ। ਭਾਵਾਂ ਉਹ ਕੇਸਦਾੜੀ ਰੱਖਿਓ ਆ, ਪਰ ਅੰਦਰੋਂ RSS ਦੇ ਨੇ। ਤੇ ਤੁਸੀਂ ਉਹਨਾਂ ਤੇ ਇਤਰਾਜ਼ ਕਰੀ ਜਾਂਦੇ ਜਿਹੜੇ ਭੋਲੇ ਭਾਲੇ ਪਿੰਡਾਂ 'ਚ ਲੋਕੀ ਰਹਿੰਦੇ ਆ। ਉਹ ਤੁਹਾਡੇ ਤੇ ਤਰਸ ਵੀ ਕਰਦੇ ਆ, ਤੁਹਾਨੂੰ ਪਿਆਰ ਵੀ ਕਰਦੇ ਆ, ਤੇ ਉਹ ਤੋਂ ਇਕੱਠੇ ਵੀ ਹੋਣਾ ਚਾਹੁੰਦੇ ਆ। ਬਹੁ ਗਿਣਤੀ ਲੋਕ ਆਪਸ ਵਿੱਚ ਹੀ ਪਿਆਰ ਕਰਦੇ ਆ, ਘੱਟ ਗਿਣਤੀ ਲੋਕ ਜਿਹੜੇ ਆ, ਬਹੁਤ ਘੱਟ ਗਿਣਤੀ ਜਿਹੜੇ ਨਫ਼ਰਤ ਕਰਦੇ ਆ ਜਾਤੀ ਵਿਵਸਥਾ ਤੇ। ਇਸ ਕਰਕੇ ਇਕੱਠੇ ਹੋਵੋ, ਅੱਗੇ ਨੂੰ ਵਧੋ, ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਸਮਝੋ, ਕੁਰਾਨ ਦੇ ਬਾਈਬਲ ਦੇ ਫਲਸਫੇ ਨੂੰ ਸਮਝੋ। ਇਹ ਫੰਡਾਮੈਂਟਲ ਰਾਈਟ ਦੀ ਗੱਲਾਂ ਕਰਦੇ ਨੇ, ਤੁਹਾਡੀ ਆਜ਼ਾਦੀ ਦੀ ਗੱਲ ਕਰਦੇ ਨੇ, ਬਰਾਬਰਤਾ ਦੀ ਗੱਲ ਕਰਦੇ ਨੇ। ਇਹਨਾਂ ਚੀਜ਼ਾਂ ਨੂੰ ਸਮਝੋ। ਅਮਰੀਕਾ, ਕੈਨੇਡਾ, ਯੂਰਪੀਅਨ ਕੰਟਰੀ, ਇਹਨਾਂ 'ਚ ਆਪਾਂ ਇਸ ਕਰਕੇ ਆਉਂਦੇ ਆ ਕਿ ਇੱਥੇ ਬਾਈਬਲ ਦੇ ਸਿਧਾਂਤ ਦੇ ਨਾਲ ਰਾਜ ਚੱਲ ਰਿਹਾ, ਤੇ ਇਹ ਸਾਨੂੰ ਚਰਚ ਇਹਨਾਂ ਨੇ ਸਾਡੇ ਲਈ ਓਪਨ ਕੀਤੇ ਨੇ। ਆਓ, ਸਾਨੂੰ ਪਿਆਰ ਕਰਦੇ ਨੇ। ਇਹ ਕਹਿੰਦੇ ਆ ਬੇਸ਼ੱਕ ਦੀ ਤੁਸੀਂ ਆਪਣੇ ਗੁਰਦੁਆਰੇ ਬਣਾਓ, ਮਸਜਿਦਾਂ ਬਣਾਓ, ਸਾਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੇ ਨਾਲ। ਇਹ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਇਹਨਾਂ ਨੂੰ ਪਿਆਰ ਕਰੋ। ਇੱਦਾਂ ਪੰਜਾਬ ਵਿੱਚ, ਇੰਡੀਆ ਵਿੱਚ ਵੀ ਇਹੀ ਦਿਮਾਗ ਰੱਖੋ। ਜੇ ਬਾਹਰਲੇ ਲੋਕ ਚਰਚਾਂ ਵਾਲੇ ਸਾਨੂੰ ਪਿਆਰ ਕਰਦੇ ਆ, ਤੇ ਇੰਡੀਆ ਵਿੱਚ ਵੀ ਸਿਵੇ ਇੱਕ ਕਰ ਦਿਓ, ਗੁਰਦੁਆਰੇ ਇੱਕ ਕਰ ਦਿਓ, ਚਰਚਾਂ ਵਿੱਚ ਜਾਓ, ਮਸਜਿਦਾਂ ਵਿੱਚ ਜਾਓ। ਇੱਥੇ ਲੋਕ ਜਾਂਦੇ ਨੇ ਯਾਰ, ਦੁਨੀਆ ਜਾਂਦੀ ਨਹੀਂ, ਤੇ ਤੁਸੀਂ ਵੀ ਜਾਓ ਸਾਰੇ। ਜੇ ਰੱਬ ਇੱਕ ਵਾ ਤੇ ਫਿਰ ਇਹ ਅਲੱਗ-ਅਲੱਗ ਕਿਉਂ ਆ? ਧਰਮ ਵੀ ਇੱਕ ਹੈ, ਰੱਬ ਵੀ ਇੱਕ ਆ। ਇਹ ਵੱਖਰੀ ਗੱਲ ਆ ਕਿ ਧਰਮਾਂ ਦੇ ਨਾਂ ਅਲੱਗ-ਅਲੱਗ ਖਿੱਤੇ 'ਚ ਅਲੱਗ-ਅਲੱਗ ਹੈ। ਹਵਾ, ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਹਵਾ ਦਾ ਸੁਭਾਅ ਆ ਕਿ ਇਨਸਾਨ ਨੂੰ ਸਾਹ ਦੇਣਾ, ਪਰ ਜਦ ਹਵਾ ਗੁੱਸੇ ਵਿੱਚ ਆਉਂਦੀ ਆ ਤੇ ਇਹ ਉਡਾ ਦਿੰਦੀ ਆ ਸਾਰਾ ਕੁਝ। ਅੱਗ ਦਾ ਸੁਭਾਅ ਆ ਲੋਕਾਂ ਨੂੰ ਜਿੰਦੇ ਰੱਖਣਾ। ਅੱਗ ਦਾ ਸੁਭਾਅ ਆ ਜਦੋਂ ਇਹਦਾ ਕਰੂਅਲਟੀ ਵਿੱਚ ਆਉਂਦੀ ਹੈ ਤਾਂ ਉਸ ਵੇਲੇ ਇਹ ਸੜ ਕੇ ਸੁਆਹ ਕਰ ਦਿੰਦੀ ਆ। ਪਾਣੀ ਦਾ ਸੁਭਾਅ ਆ ਤੁਹਾਨੂੰ ਜਿੰਦਾ ਰੱਖਣਾ, ਪਰ ਇਹ ਹੜਾ ਕੇ ਵੀ ਲੈ ਜਾਂਦਾ। ਦੂਜਾ ਸੁਭਾਅ ਇਹਦਾ ਇਹ ਆ। ਇੱਦਾਂ ਹੀ ਮੇਰੇ ਵੀਰੋ ਸਿਧਾਂਤ ਆ ਜਿਹੜਾ, ਉਹਦਾ ਸੁਭਾਅ ਆ ਇਕੁਐਲਿਟੀ, ਫਰੀडम ਐਂਡ ਜਸਟਿਸ। ਜਿੱਥੇ ਇਕੁਐਲਿਟੀ, ਫਰੀडम ਐਂਡ ਜਸਟਿਸ ਨਾ ਹੋਵੇ, ਉੱਥੇ ਸਿਧਾਂਤ ਆਪਣਾ ਜੋਸ਼ ਦੇ ਨਾਲ ਉਸ ਚੀਜ਼ ਨੂੰ ਬਦਲ ਕੇ ਰੱਖ ਦਿੰਦਾ। ਭਾਰਤ ਦੇ ਵਿੱਚ ਸਿਧਾਂਤ ਉਲਟ ਸੀ। ਤੁਹਾਡਾ ਅਨਪੜ੍ਹ ਰਹਿਣਾ ਧਰਮ ਸੀ, ਤੁਹਾਨੂੰ ਗੁਲਾਮ ਕੀਤਾ ਗਿਆ ਸੀ। ਉੱਥੇ ਸਿਧਾਂਤ ਨੇ ਆਪਣਾ ਜਿਹੜਾ ਜੋਸ਼ ਵਾਲਾ ਸੁਭਾਅ ਦਿਖਾਇਆ, ਤੇ ਗੁਰੂ ਸਾਹਿਬਾਨ ਨੇ ਜੰਗਾਂ ਲੜੀਆਂ, 35 ਮਹਾਪੁਰਸ਼ਾਂ ਨੇ ਸੰਘਰਸ਼ ਕੀਤਾ, ਤੇ ਸਿਧਾਂਤ ਲਾਗੂ ਹੋ ਗਿਆ। ਤੁਹਾਡਾ ਸਿੱਖਣਾ ਧਰਮ ਬਣ ਗਿਆ। ਉੱਥੇ ਸਿਧਾਂਤ ਨੇ ਕੰਮ ਕੀਤਾ। ਜਦੋਂ ਹਵਾ, ਪਾਣੀ, ਅੱਗ ਪੈਦਾ ਹੋਏ ਸੀ, ਉਸੇ ਵੇਲੇ ਸਿਧਾਂਤ ਵੀ ਪੈਦਾ ਹੋਇਆ ਸੀ। ਤੇ ਸਿਧਾਂਤ ਬਰਾਬਰਤਾ ਦਾ, ਉਹਨੂੰ ਫਾਲੋ ਕਰੋ। ਇਹ ਮੂਰਤੀਆਂ ਵਿੱਚ, ਪੱਥਰ ਪੂਜਾ ਦੇ ਵਿੱਚ, ਇਹ
ਇਹ ਤੁਹਾਡਾ ਕਨਸੈਪਟ ਨਹੀਂ, ਇਹ ਬੁੱਤ ਪੂਜਕਾਂ ਦਾ ਕਨਸੈਪਟ ਆ, ਜਿਹੜੇ ਕਨਾਨ ਦੇਸ਼ ਤੋਂ, ਜਿਹਨੂੰ ਅੱਜ ਇਜ਼ਰਾਈਲ ਕਹਿੰਦੇ ਆ, ਬੁੱਤ ਪੂਜਕ ਯਹੂਦੀ ਜਿਹੜੇ ਭਾਰਤ ਵਿੱਚ ਇਸ ਵੇਲੇ ਰਾਜ ਕਰਦੇ ਨੇ, ਇਹ ਉਹਨਾਂ ਦਾ ਕਨਸੈਪਟ ਆ। ਉਹਨਾਂ ਨੇ ਤੁਹਾਨੂੰ 33 ਕਰੋੜ ਦਾ ਕਨਸੈਪਟ ਇਸ ਕਰਕੇ ਦਿੱਤਾ ਸੀ ਕਿ ਤੁਹਾਨੂੰ ਗੁਲਾਮ ਕੀਤਾ ਜਾਵੇ। ਜਾਤ ਇਸ ਕਰਕੇ ਦਿੱਤੀ ਸੀ ਕਿ ਤੁਹਾਨੂੰ ਗੁਲਾਮ ਕੀਤਾ ਜਾਵੇ, ਪਰ ਤੁਸੀਂ ਉਸੇ ਚੀਜ਼ ਨੂੰ ਫਾਲੋ ਕਰਦੇ ਆ। ਤੁਸੀਂ ਗੁਰੂ ਸਾਹਿਬਾਨ ਦੀਆਂ ਵੀ ਮੂਰਤੀਆਂ ਬਣਾ ਕੇ, ਪੱਥਰਾਂ ਦੇ ਸਟੈਚੂ ਬਣਾ ਕੇ ਪੂਜਦੇ ਆ, ਚਿਰਾਗ ਕਰਦੇ ਆ, ਪ੍ਰਸ਼ਾਦ ਬਣਦੇ ਆ। ਇਹਨਾਂ ਚੱਕਰਾਂ 'ਚ ਤੁਸੀਂ ਪਏ ਹੋ। ਇਹ ਤੁਹਾਡੀ ਮਾਨਸਿਕ ਗੁਲਾਮੀ ਆ। ਜਿੱਦਣ ਤੁਸੀਂ ਮਾਨਸਿਕ ਗੁਲਾਮੀ ਦਿਮਾਗ 'ਚੋਂ ਕੱਢ ਦਵੋਗੇ, ਤੁਹਾਨੂੰ ਪਿੰਡ ਮਿੱਤਰਾਂ ਦਾ ਲੱਗੂਗਾ, ਤੁਹਾਨੂੰ ਦੁਨੀਆ ਮਿੱਤਰਾਂ ਦੀ ਲੱਗੂਗੀ। ਨਾ ਤੁਸੀਂ ਕੇਸ ਦਾੜੀ ਵਾਲੇ ਨਾਲ ਨਫ਼ਰਤ ਕਰੋਗੇ ਤੇ ਨਾ ਕੇਸ ਦਾੜੀ ਵਾਲੇ ਮੋਨੇ ਨਾਲ ਕਿਸੇ ਨਾਲ ਨਫ਼ਰਤ ਕਰੋਗੇ। ਇਹ ਗੱਲ ਨੋਟ ਕਰ ਲਿਓ ਦਿਲ ਦਿਮਾਗ ਦੇ ਵਿੱਚ, ਫਿਰ ਤੁਹਾਨੂੰ ਪਿੰਡ ਮਿੱਤਰਾਂ ਦਾ ਲੱਗੂਗਾ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰ ਕਰਦੇ ਆ। ਹਾਂ, ਗਿਲਾ ਹੈ ਕਿ ਉਹਨਾਂ ਨੇ ਕਿਤਾਬ ਆਪਣੇ ਕੋਲ ਰੱਖ ਲਈ, ਪਰ ਉਹ ਕਿਤਾਬ ਬਾਰੇ ਲੋਕਾਂ ਨੂੰ ਦੱਸਿਆ ਨਹੀਂ ਵੀ ਇਹੋ ਜਿਹੀਆਂ RSS ਕਿਤਾਬਾਂ ਲਿਖਦੀ ਆ, ਸ਼੍ਰੋਮਣੀ ਕਮੇਟੀ ਇਨਵੋਲਵ ਆ, ਵੱਡੇ ਵੱਡੇ ਲੀਡਰ ਇਨਵੋਲਵ ਆ। ਉਹ ਕਿਤਾਬ ਦਾ ਉਹਨਾਂ ਨੇ ਪਰਦਾਫਾਸ਼ ਨਹੀਂ ਕੀਤਾ। ਇਸ ਗੱਲ ਦੀ ਨਾਰਾਜ਼ਗੀ ਵੀ ਆ। ਬਾਕੀ ਉਹਨਾਂ ਨੇ ਕੋਈ ਵੀ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਆ। ਰਵਿਦਾਸ ਮਹਾਰਾਜ ਨੂੰ ਸ਼ਰੇਆਮ ਸਤਿਗੁਰੂ ਗੁਰੂ ਸਾਹਿਬਾਨ ਕਹਿੰਦੇ ਆ, ਮੰਨਦੇ ਆ ਗੱਲ, ਸਾਡੀ ਗੱਲ ਵੀ ਹੋਈ ਆ, ਕਹਿੰਦੇ ਠੀਕ ਆ ਸਾਡੇ ਗੁਰੂ ਆ, ਕਹਿੰਦਾ। ਪਰ ਇਹ ਸੱਚਾਈ ਆ ਕਿ ਵਿਤਕਰਾ ਹੋਇਆ, ਇਸ ਗੱਲ ਵਿੱਚ ਕੋਈ ਝੂਠ ਨਹੀਂ। ਜੋ ਸਿੱਖਾਂ ਦੇ ਵਿੱਚ RSS ਦੀ ਜਮਾਤ ਬੜੀ, ਉਹਨਾਂ ਨੇ ਇਹਨਾਂ ਦੇ ਮਾਈਂਡ ਸੈੱਟ ਕਰ ਦਿੱਤੇ ਕਿ ਦਸੇ ਹੀ ਤੁਹਾਡੇ ਗੁਰੂ ਆ, ਬਾਕੀ ਨਹੀਂ। ਇਹ ਮਾਈਂਡ ਸੈੱਟ ਕੀਤੇ ਨੇ, ਇਹ ਹੌਲੀ ਹੌਲੀ ਬਦਲੂਗੇ। ਬਦਲਣਾ ਕਿੱਦਾਂ? ਪ੍ਰੇਮ ਭਾਵਨਾ, ਖੁੱਲ ਦਿਲੀ ਨਾਲ ਪ੍ਰਚਾਰ ਕਰੋ, ਡਟ ਕੇ ਪ੍ਰਚਾਰ ਕਰੋ। ਤੇ ਬੇਗਮਪੁਰੇ ਦੀ ਗੱਲ ਕਰੋ, ਖਾਲਸਾ ਰਾਜ ਦੀ ਗੱਲ ਕਰੋ, ਹਿੰਦੂ ਰਾਸ਼ਟਰ ਦੇ ਖਿਲਾਫ ਗੱਲ ਕਰੋ। ਔਰ ਉਹਨਾਂ ਵੀਰਾਂ ਨੂੰ ਵੀ ਕਹੋ ਵੀ ਬੁੱਤ ਪੂਜਣ ਦੇ ਨਾਲ ਕੱਖ ਨਹੀਂ ਮਿਲਣਾ। ਆਪਣੇ ਆਪ ਨੂੰ ਬ੍ਰਾਹਮਣ ਕਹਾਉਣ ਨਾਲ, ਖੱਤਰੀ ਵੈਸ਼ ਕਹਾਉਣ ਨਾਲ, ਉੱਚੀਆਂ ਜਾਤਾਂ ਕਹਾਉਣ ਨਾਲ ਕੱਖ ਨਹੀਂ ਮਿਲਣਾ। ਤੇ ਤੁਸੀਂ ਸਾਨੂੰ ਹਰਾ ਨਹੀਂ ਸਕਦੇ, ਤੁਸੀਂ ਸਾਨੂੰ ਦੁਬਾਰਾ ਗੁਲਾਮ ਨਹੀਂ ਕਰ ਸਕਦੇ। ਤੇ ਆਪਣੇ ਲੋਕਾਂ ਦਾ ਸਾਥ ਦੇਵੋ, ਆਪਣੇ ਲੋਕਾਂ ਦਾ ਸਾਥ ਦੇਵੋ। ਇਸ ਵੇਲੇ ਜਦੋਂ ਬੰਦਾ ਸਿੰਘ ਬਹਾਦਰ ਵੇਲੇ ਜ਼ਮੀਨਾਂ ਤੇ ਕਬਜ਼ੇ ਕਰਾਏ, ਤੁਸੀਂ ਭਾਰਤ ਦੇ 85% ਲੋਕਾਂ ਨੇ, ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿੰਦਾ ਸੀ, ਤੇ ਇਹ ਕੇਸ ਦਾੜਾ ਕਿਰਪਾਨ ਰੱਖ ਕੇ, ਹਥਿਆਰ ਰੱਖ ਕੇ ਤੁਸੀਂ ਜੰਗਾਂ ਲੜੀਆਂ ਤੇ ਆਜ਼ਾਦੀ ਪ੍ਰਾਪਤ ਕੀਤੀ, ਬੰਦਾ ਸਿੰਘ ਬਹਾਦਰ ਦਾ ਰਾਜ ਪੈਦਾ ਕੀਤਾ ਤੇ ਜ਼ਮੀਨਾਂ ਤੇ ਕਬਜ਼ੇ ਕਰਾਏ। ਤੇ ਬ੍ਰਾਹਮਣ ਨੂੰ ਇਸ ਚੀਜ਼ ਦਾ ਪਤਾ, RSS ਨੂੰ ਪਤਾ, ਮਨੂਵਾਦੀਆਂ ਨੂੰ ਪਤਾ ਵੀ ਇੰਨੀ ਜ਼ਮੀਨਾਂ ਸਾਡੇ ਤੋਂ ਖੋਹੀਆਂ ਸੀਆਂ, ਇੰਨੀ ਆਜ਼ਾਦੀ ਪ੍ਰਾਪਤ ਕੀਤੀ ਸੀ। ਅੱਜ ਉਹੀ ਜ਼ਮੀਨਾਂ ਤੁਹਾਡੇ ਤੋਂ ਵਾਪਸ ਹੋਣਾ ਚਾਹੁੰਦੇ ਆ। ਜੇ ਜ਼ਮੀਨਾਂ ਖੋਲ੍ਹੀਆਂ, ਬਾਅਦ ਵਿੱਚ ਤੁਹਾਨੂੰ ਸੰਵਿਧਾਨ ਵੀ ਖਤਮ ਕਰ ਦੇਣਾ, ਤੁਹਾਡੀ ਰਿਜ਼ਰਵੇਸ਼ਨ ਵੀ ਖਤਮ ਕਰ ਦੇਣੀ, ਤੇ ਭਾਰਤ ਨੂੰ ਪ੍ਰਾਈਵੇਟ ਕਰਕੇ ਸਾਰੀਆਂ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਹੱਥਾਂ 'ਚ ਚੱਲ ਜਾਣੀਆਂ। ਤੇ ਤੁਸੀਂ ਮੰਗਤੇ ਦੇ ਮੰਗਤੇ ਉਹੀ ਝਾੜੂ ਬੰਨਣਾ, ਉਹੀ ਗੁਲਾਮੀ ਉਧਰ ਨੂੰ ਫਿਰ ਵੱਧ ਜਾਣਾ। ਫਿਰ ਪੂਜੀ ਜਾਇਓ ਪੱਥਰ, ਪੂਜੀ ਜਾਇਓ ਮੂਰਤੀਆਂ। ਇਸ ਕਰਕੇ ਮੇਰੇ ਵੀਰੋ, ਕਨਸੈਪਟ ਨੂੰ ਸਮਝੋ। ਵਿਤਕਰਾ ਬੰਦਾ ਬੰਦੇ ਨਾਲ ਕਰ ਸਕਦਾ। 35 ਮਹਾਂਪੁਰਸ਼ਾਂ ਨੇ ਇਕੱਠੇ ਬੈਠੇ ਆ, ਉਹ ਇਸ ਕਰਕੇ ਇਕੱਠੇ ਬੈਠੇ ਇੱਕ ਥਾਂ। ਔਰ ਜਦੋਂ 5ਵੇਂ ਪਾਤਸ਼ਾਹ ਨੇ ਇਹ 35 ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਤਾਂ ਉਹਨਾਂ ਨੂੰ ਕੁਰਬਾਨੀ ਦੇਣੀ ਪਈ, ਉਹਨਾਂ ਨੂੰ ਸ਼ਹੀਦ ਹੋਣਾ ਪਿਆ। ਇਸੇ ਬ੍ਰਾਹਮਣ ਨੇ ਕੀਤਾ ਵੀ ਤੂੰ ਕਾਹਤੇ ਭਾਰਤ ਦੇ ਸਾਰੇ ਲੋਕ ਇਕੱਠਾ ਕਰਕੇ ਆਜ਼ਾਦੀ ਦੇ ਕਨਸੈਪਟ ਦੀ ਗੱਲ ਕਰ ਰਿਹਾ। ਇਹ ਐਡੀ ਕੁਰਬਾਨੀ ਦੇਣੀ ਪਈ ਆ। ਰਵਿਦਾਸ ਮਹਾਰਾਜ, ਕਬੀਰ ਮਹਾਰਾਜ, ਇਹਨਾਂ ਨੂੰ ਸਾਰਿਆਂ ਨੂੰ ਤਸ਼ੱਦਦ ਸਹਿਣਾ ਪਿਆ, ਸ਼ਹੀਦੀਆਂ ਦੇਣੀਆਂ ਪਈਆਂ ਗੁਰੂ ਸਾਹਿਬਾਨ ਨੂੰ, ਪਰਿਵਾਰ ਬਾਰ ਨਹੀਂ ਪਿਆ। ਇਹ ਛੋਟੀਆਂ ਗੱਲਾਂ ਥੋੜ੍ਹਾ। ਜੇ ਹੁਣ ਆਪਾਂ ਬਾਲ ਕਟਾ ਲਿਆ ਤਾਂ ਇਤਿਹਾਸ ਭੁੱਲ ਜਾਓਗੇ ਤੁਸੀਂ ਆਪਣਾ। ਜੇ 2-4 ਪਿੰਡ ਚੋਂ ਬੰਦੇ ਕੇਸ ਦਾੜਾ ਰੱਖ ਕੇ, ਕਿਰਪਾਨ ਪਾ ਕੇ ਤੁਹਾਨੂੰ ਨਫ਼ਰਤ ਕਰਦੇ ਆ, ਉਹਨਾਂ ਦੇ ਮਗਰ ਲੱਗ ਕੇ ਤੁਸੀਂ ਇਤਿਹਾਸ ਭੁੱਲ ਜਾਓਗੇ, ਤੁਸੀਂ ਗੁਰੂ ਸਾਹਿਬਾਨ ਨੂੰ ਭੁੱਲ ਜਾਓਗੇ। ਨੋ ਵੇ, ਇਹ ਕੰਮ ਨਹੀਂ ਹੋ ਸਕਦਾ। ਉਹਨਾਂ 5-4 ਨੂੰ ਠੋਕ ਕੇ ਜਵਾਬ ਦਿੱਤਾ ਜਾ ਸਕਦਾ ਵੀ ਤੁਸੀਂ RSS ਏਜੰਟ ਆ ਜਿਹੜੇ ਨਫ਼ਰਤ ਕਰਦੇ ਨੇ ਜਾਤੀ ਤੌਰ ਤੇ, ਤੁਸੀਂ ਮਾੜੇ ਲੋਕ ਆ, ਉਹਨਾਂ ਦਾ ਮੁਕਾਬਲਾ ਕਰੋ। ਗੁਰੂ ਸਾਹਿਬਾਨ ਦੀ ਜੋ ਕਨਸੈਪਟ ਆ ਉਹਨੂੰ ਨਾ ਭੁੱਲੋ, ਗੁਲਾਮ ਹੋ ਜਾਓਗੇ, ਦੁਬਾਰਾ ਗੁਲਾਮ ਹੋ ਜਾਓਗੇ। ਤੁਸੀਂ ਦੇਖੋ, ਆਪਾਂ ਅਮਰੀਕਾ, ਕੈਨੇਡਾ, ਬਾਹਰਲੇ ਦੇਸ਼ਾਂ 'ਚ ਬੈਠੇ ਆ, ਕਿੰਨੇ ਵਧੀਆ ਲੋਕ ਨੇ ਯਾਰੇ, ਕਿੰਨਾ ਪਿਆਰ ਕਰਦੇ ਆ ਸਾਡੇ ਲੋਕਾਂ ਨੇ। ਇਹਨਾਂ ਦੀਆਂ ਧੀਆਂ ਭੈਣਾਂ ਨਾਲ ਵਿਆਹ ਕਰਾਏ, ਪੱਕੇ ਹੋ ਕੇ ਛੱਡ ਕੇ ਫਿਰ ਇੰਡੀਆ ਚਲ ਗਏ, ਉੱਥੇ ਜਾ ਕੇ ਵਿਆਹ ਕਰਾਏ। ਇਹਨਾਂ ਨੇ ਫੇਰ ਵੀ ਸਾਨੂੰ ਕੁਝ ਨਹੀਂ ਕਿਹਾ, ਇਹਨਾਂ ਦਾ ਕਲਚਰ ਨਹੀਂ ਹੈਗਾ। ਅਸੀਂ ਧੋਖਾ ਕੀਤਾ ਇਹਨਾਂ ਲੋਕਾਂ ਨੇ।
ਪਰ ਫਿਰ ਵੀ ਸਾਨੂੰ ਪਿਆਰ ਕਰਦੇ ਆ। ਇਹ ਇੰਨਾ ਪਰਮੇਸ਼ਰ ਨਾਲ ਜੁੜੇ ਹੋ ਆ, ਇੰਨਾ ਬਾਈਬਲ ਦੇ ਨਾਲ ਜੁੜੇ ਹੋ ਆ। ਇਸ ਕਰਕੇ ਇਹਨਾਂ ਨੇ ਦੇਸ਼ਾਂ ਦੇ ਬੇਗਮਪੁਰੇ ਬਣਾ ਲਿਆ, ਖਾਲਸਾ ਰਾਜ ਬਣਾ ਲਿਆ। ਇਹ ਇੰਨਾ ਜੁੜਨਾ ਪੈਣਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ। ਜੇ ਤੁਸੀਂ 35 ਮਹਾਂਪੁਰਸ਼ਾਂ ਨੂੰ ਮੰਨਦੇ ਆ, ਬੁੱਧ ਨੂੰ ਮੰਨਦੇ ਆ, ਬਰਾਬਰਤਾ ਨੂੰ ਮੰਨਦੇ ਆ, ਤਾਂ ਇੰਨਾ ਜੁੜਨਾ ਪੈਣਾ ਤੁਹਾਨੂੰ। ਤੇ ਤੁਸੀਂ ਤਾਂ ਡਾਂਗਾ ਕੱਢ ਲੈਂਦੇ ਆ। ਤੁਸੀਂ ਤਾਂ ਕਹਿੰਦੇ ਆ ਛੋਟੀ ਜਾਤ ਦਾ ਹੁੰਦਾ ਫਲਾਨਾ। ਤੁਹਾਡੇ ਤਾਂ ਇਹੀ ਨਹੀਂ ਮੁੱਕਦਾ ਜੇ। ਤੁਸੀਂ ਬਹੁਤ ਦੂਰ ਬੈਠੇ ਆ, ਤੁਸੀਂ ਕਦਮ ਵੀ ਨਹੀਂ ਤੁਰੇ ਯਾਰ। ਨਾਰਿਆਂ ਜਕਾਰਿਆਂ 'ਚ ਕੱਖ ਨਹੀਂ ਰੱਖਿਆ। ਜਿੰਨੇ ਮਰਜ਼ੀ ਜਕਾਰੇ ਮਾਰੀ ਚਲੋ, ਸ਼ਹੀਦਾਂ ਦੀਆਂ ਸ਼ਹੀਦੀ ਦਿਨ ਮਨਾਈ ਚਲੋ। ਸਾਡੇ ਇੰਨੇ ਸ਼ਹੀਦ ਹੋ ਗਏ, ਸਾਡੇ ਉਹਨੇ ਸ਼ਹੀਦ ਹੋ ਗਏ। ਜੇ ਤੁਸੀਂ ਉਹਨਾਂ ਦੇ ਪੂਰਨਿਆਂ ਤੇ ਨਹੀਂ ਚੱਲਣਾ, ਜੇ ਤੁਸੀਂ ਬਰਾਬਰਤਾ ਹੀ ਨਹੀਂ ਰੱਖਣੀ, ਇਕੁਐਲਿਟੀ, ਫਰੀडम ਐਂਡ ਜਸਟਿਸ ਦੀ ਗੱਲ ਨਹੀਂ ਕਰਨੀ, ਊਚ ਨੀਚ ਨਹੀਂ ਛੱਡਣੀ, ਵਿਤਕਰਾ ਨਹੀਂ ਛੱਡਣਾ, ਫਿਰ ਜੋ ਮਰਜ਼ੀ ਕਰੀ ਚਲੋ। ਭਾਵੇਂ ਲੱਖ ਵਾਰੀ ਕੋਈ ਜੇ ਮੈਂ ਰਵਿਦਾਸ ਮਹਾਰਾਜ ਨੂੰ ਮੰਨਦਾ, ਮੈਂ ਕਬੀਰ ਨੂੰ ਮੰਨਦਾ, ਮੈਂ ਗੁਰੂ ਨਾਨਕ ਨੂੰ ਮੰਨਦਾ, ਮੈਂ 10ਵੇਂ ਪਾਤਸ਼ਾਹ ਨੂੰ ਮੰਨੀ ਜਾਓ ਯਾਰ। ਕੌਣ ਪੁੱਛਦਾ ਜੇ ਤੁਹਾਡੇ ਅੰਦਰੋਂ ਵਿਤਕਰਾ ਨਹੀਂ ਖਤਮ ਹੁੰਦਾ? ਸਾਨੂੰ ਨਹੀਂ ਪਤਾ ਇਸ ਗੱਲਾਂ ਦਾ। ਅੱਜ ਤੁਸੀਂ ਆ ਫੋਟੋ ਤੇ ਲੜਨ ਲੱਗ ਪਏ। ਹਰ ਰਵਿਦਾਸ ਮਹਾਰਾਜ ਦੇ ਪੱਗ ਕਿ ਕਿਉਂ ਲਾ? ਉਹ ਪੱਗ ਬੰਨਣਾ ਤਾਂ ਪ੍ਰਾਊਡ ਦਾ ਚਿੰਨ੍ਹ ਆ, ਪੱਗ ਲਾਉਣਾ ਬੇਇੱਜ਼ਤੀ ਆ। ਤੁਸੀਂ ਪੱਗ ਲਾ ਕੇ ਬੇਇੱਜ਼ਤੀ ਕੀਤੀ ਆ ਰਵਿਦਾਸ ਮਹਾਰਾਜ ਦੀ, ਤੇ ਉਹਨਾਂ ਨੇ ਤਾਂ ਪੱਗ ਬੰਨ ਕੇ ਇੱਜ਼ਤ ਕੀਤੀ ਆ। ਪੱਗ ਬੰਨਣਾ ਇੱਜ਼ਤ ਦਾ ਸਿੰਬਲ ਆ, ਤੇ ਪੱਗ ਲਾਉਣਾ ਬੇਇੱਜ਼ਤੀ ਦਾ। ਬ੍ਰਾਹਮਣ ਨੇ ਤੁਹਾਡੀ ਪੱਗ ਲਾਹੀ ਸੀ। ਬ੍ਰਾਹਮਣ ਕਹਿੰਦਾ ਸੀ ਬੇ ਸ਼ੂਦਰ ਦਸਤਾਰ ਨਹੀਂ ਸਕਦਾ, ਸ਼ੂਦਰ ਮੁਸ਼ਹਿਰੇ ਨਹੀਂ ਰੱਖ ਸਕਦਾ, ਕੇਸ ਦਾੜਾ ਰੱਖੇਂਗੇ। ਰਿਸ਼ੀਆਂ ਮੁਨੀਆਂ ਦੇ ਹੁੰਦਾ ਸੀ ਇਹ। ਸਾਡਾ ਪ੍ਰਾਊਡ ਨਾ ਜੀਣਾ ਬ੍ਰਾਹਮਣ ਨੇ ਖਤਮ ਕੀਤਾ ਸੀ। ਤੇ ਅੱਜ ਜੇ ਸਾਡੇ ਕੇਸ ਦਾੜੀ ਹੈ ਨਹੀਂ, ਤਾਂ ਸਿਰ ਤੇ ਦਸਤਾਰ ਹੈ ਨਹੀਂ, ਇਹਦਾ ਮਤਲਬ ਇਹ ਥੋੜ੍ਹਾ ਅਸੀਂ ਸਹੀ ਆ। ਇਹਦਾ ਮਤਲਬ ਇਹ ਥੋੜ੍ਹਾ ਆ ਬਈ ਸਾਡੇ ਗੁਰੂ ਦੇ ਵੀ ਨਹੀਂ ਹੋਣੀ ਚਾਹੀਦੀ। ਯਾਰ ਕਿੰਨਾ ਚੱਕਰਾਂ 'ਚ ਪੈ ਗਿਆ ਤੁਸੀਂ ਲੋਕ। ਗੁਰੂ ਸਾਹਿਬਾਨ ਦਸਤਾਰ ਲਈ ਲੜਿਆ। ਇਹ ਵੱਖਰੀ ਗੱਲ ਆ, ਡਰਾਮੇ ਵਾਲਿਆਂ ਨੇ ਜਾਦੂਗਰ ਬਣਾ ਕੇ ਦੱਸਤਾ ਰਵਿਦਾਸ ਮਹਾਰਾਜ ਨੂੰ, ਤੇ ਸਾਡੇ ਹੋਰ ਮਨਮੰਤੀ ਲੋਕ ਗੁਰੂ ਸਾਹਿਬਾਨ ਤੋਂ ਧੀਆਂ ਪੁੱਤ ਭਾਲਦੇ ਆ ਜਾਂ ਮਿਰਕਲ ਭਾਲਦੇ ਆ। ਉਹ ਤਾਂ ਸ਼ਹੀਦੀਆਂ ਦੇਗਾ ਸਾਡੀ ਖਾਤਰ। ਸਾਡੀ 4000 ਸਾਲ ਦੀ ਗੁਲਾਮੀ ਖਤਮ ਕਰ ਗਏ। ਬੁੱਧ ਨੇ ਤੁਹਾਡੀ ਗੁਲਾਮੀ ਖਤਮ ਕੀਤੀ, ਉਦੋਂ ਬਾਅਦ ਗੁਰੂ ਸਾਹਿਬਾਨ ਨੇ ਤੁਹਾਡੀ ਗੁਲਾਮੀ ਖਤਮ ਕੀਤੀ। ਇਸਲਾਮ ਨੇ ਹੈਲਪ ਕੀਤੀ ਤੁਹਾਡੀ ਆ ਕੇ। ਕ੍ਰਿਸਚੈਨਿਟੀ ਇਸ ਵੇਲੇ ਹੈਲਪ ਕਰ ਰਹੀ ਆ ਤੁਹਾਡੇ ਲਈ, ਸਕੂਲ ਕਾਲਜ ਖੋਲ ਰਹੀ ਆ। ਇਹ ਕ੍ਰਿਸਚੈਨਿਟੀ ਕਰ ਰਹੀ ਆ ਇਸ ਵੇਲੇ। ਇਹ ਧਰਮ ਨੇ ਬਰਾਬਰਤਾ ਦੇ ਧਰਮ ਨੇ। ਇਨਸਾਨ ਨੂੰ ਰੱਬ ਵਾਂਗ ਪੂਜਦੇ ਨੇ, ਇਨਸਾਨ ਨੂੰ ਅਪਲਿਫਟ ਕਰਦੇ ਨੇ। ਤੇ ਜਿਹੜਾ ਤੁਹਾਨੂੰ ਥੱਲੇ ਸਿੱਟਦਾ ਤੇ ਉਹਦੇ ਮਗਰ ਲਾ ਕੇ ਤੁਸੀਂ ਬੁੱਤ ਪੂਜਾ ਕਰਦੇ ਆ। ਨਾ ਇਸਲਾਮ ਬੁੱਤ ਪੂਜਾ ਨੂੰ ਮੰਨਦਾ, ਨਾ ਕ੍ਰਿਸਚੈਨਿਟੀ ਮੰਨਦੀ, ਨਾ ਸਿੱਖੀਜ਼ਮ ਮੰਨਦਾ, ਨਾ ਲਿੰਗਾਇਤ, ਨਾ ਜੈਨ, ਨਾ ਬੁੱਧ, ਕੋਈ ਵੀ ਨਹੀਂ ਮੰਨਦਾ। ਪਰ ਤੁਸੀਂ ਗੁਰੂ ਸਾਹਿਬਾਨ ਦੀ ਤਸਵੀਰ ਬਣਾ ਕੇ ਤੁਸੀਂ ਪੂਜਣਾ ਚਾਹੁੰਦੇ ਆ, ਚਾਹੇ ਉਹ ਦਸਤਾਰ ਵਾਲੀ ਹੋਵੇ, ਚਾਹੇ ਬਿਨਾਂ ਦਸਤਾਰ ਤੋਂ ਹੋਵੇ। ਤੁਸੀਂ ਪੂਜਣਾ ਚਾਹੁੰਦੇ ਆ। ਤੁਸੀਂ ਦੁਬਾਰਾ ਸਾਨੂੰ ਗੁਲਾਮੀ ਵੱਲ ਲਿਜਾਣਾ ਚਾਹੁੰਦੇ ਆ, ਬ੍ਰਾਹਮਣ ਦੇ ਖਾਮੇ 'ਚ ਪਾਉਣਾ ਚਾਹੁੰਦੇ ਆ, ਉਸ ਖਿੱਤੇ 'ਚ ਪਾਉਣਾ ਚਾਹੁੰਦੇ ਆ। ਤੁਹਾਨੂੰ ਮੈਂ ਦੱਸਾਂ ਜੀ, ਬਾਬਾ ਨਾਮਦੇਵ ਜੀ 18 ਸਾਲ ਪੰਜਾਬ ਵਿੱਚ ਰਹੇ। ਹੁਣ ਪਿੰਡ ਦਾ ਮੈਨੂੰ ਨਾਂ ਵਿਸਰ ਗਿਆ। ਉੱਥੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਆ ਤੇ ਨਾਲ ਸ਼ਿਵਲਿੰਗ ਵੀ ਆ। ਕਿਸੇ ਵੀ ਸਿੱਖ ਨੇ ਇਹ ਗੱਲ ਨਹੀਂ ਕਿ ਵੀ ਸ਼ਿਵਲਿੰਗ ਕਿੱਥੇ ਕਿਉਂ। ਨਵਜੋਤ ਸਿੰਘ ਸਿੱਧੂ ਸ਼ਿਵਲਿੰਗ ਨੂੰ ਪੂਜਦਾ, ਨਾਲ ਸਰਦਾਰ ਵੀ ਆ। ਬਹੁਤ ਸਿੱਖ ਆ ਜਿਹੜੇ ਸ਼ਿਵਲਿੰਗ ਨੂੰ ਪੂਜਦੇ ਆ, ਦੇਵੀਆਂ ਦੇ ਜਾਂਦੇ ਆ, ਮੱਥੇ ਟੇਕਦੇ ਆ, ਕਬਰਾਂ ਤੇ ਬਹੁਤ ਲੋਕ ਨੇ। ਨਿਆਣੇ ਹੁੰਦੇ ਅਸੀਂ ਵੀ ਕਰਦੇ ਰਹੇ ਯਾਰ, ਕਬਰਾਂ ਨੂੰ ਸਭ ਕੋ ਮੱਥੇ ਟੇਕਦੇ ਰਹੇ ਆ, ਚਿਰਾਗ ਕਰਦੇ ਰਹੇ, ਪ੍ਰਸ਼ਾਦ ਬਣਦੇ ਰਹੇ। ਪਰ ਜਦੋਂ ਅਕਲ ਆ ਗਈ ਤਾਂ ਰੌਲਾ ਵੀ ਪਾਇਆ ਲੋਕਾਂ ਦੇ ਵਿੱਚ, ਉਹ ਭਰਾਵੋ ਇਹ ਗਲਤ ਕੰਮ ਆ, ਇਹ ਤਾਂ ਗੁਲਾਮੀ ਆ। ਰੱਬ ਨਹੀਂ ਇਹ 'ਚ ਕਮਚਾਉਣ ਭਾਲਦਾ। ਰੱਬ ਹੈਗਾ, ਪਰ ਰੱਬ ਸਿਰਫ ਪਿਆਰ ਚਾਹੁੰਦਾ। ਉਹ ਕਹਿੰਦਾ ਵੀ ਆਪਣੇ ਗੁਆਂਢੀ ਨੂੰ ਵੀ ਪਿਆਰ ਕਰ, ਕਿਸੇ ਨਾਲ ਨਫ਼ਰਤ ਨਾ ਕਰ, ਕਿਸੇ ਨਾਲ ਈਰਖਾ ਨਾ ਕਰ, ਕਿਸੇ ਨੂੰ ਉੱਚਾ ਨਾ ਮੰਨ, ਕਿਸੇ ਨੂੰ ਨੀਵਾਂ ਨਾ ਮੰਨ, ਕਿਸੇ ਨਾਲ ਵਿਤਕਰਾ ਨਾ ਕਰ, ਭੁੱਖੇ ਨੂੰ ਰੋਟੀ ਦੇ ਤੇ ਬਰਾਬਰ ਖੜ। ਇਹ ਆ ਰੱਬ ਕਹਿੰਦਾ। ਜੇ ਤੁਹਾਡੇ ਵਿੱਚ ਇਹ ਚੀਜ਼ ਆ ਗਈ ਤਾਂ ਰੱਬ ਤੁਹਾਡੇ ਅੰਦਰ ਪ੍ਰਗਟ ਹੋ ਗਿਆ, ਤਾਂ ਰੱਬ ਤੁਹਾਨੂੰ ਪਿਆਰ ਕਰੂਗਾ। ਰੱਬ ਤੁਹਾਨੂੰ ਚੁਣਦਾ, ਤੁਸੀਂ ਰੱਬ ਨੂੰ ਨਹੀਂ ਚੁਣ ਸਕਦੇ। ਇਹ ਮੈਂ ਨਹੀਂ ਕਹਿੰਦਾ, ਇਹ ਬਾਈਬਲ ਪੜ੍ਹ ਲਓ, ਇਤਿਹਾਸਕ ਬੁੱਕਾਂ ਪੜ੍ਹ ਲਓ। ਉਹ ਤਾਂ ਕਹਿੰਦਾ ਵੀ ਮੈਂ ਆਪਣੀ ਮਹਿਮਾ, ਮੈਂ ਇਨਸਾਨ ਨੂੰ, ਧਾਰਮਿਕ ਜਿਹੜੇ ਗ੍ਰੰਥ ਆ ਉਹ ਕਹਿੰਦੇ ਵੀ ਮੈਂ ਇਨਸਾਨ ਨੂੰ ਬਣਾਇਆ ਕਿ ਮੇਰਾ ਇਨਸਾਨ ਦੇ ਨਾਲ ਜਿਹੜਾ ਰਿਲੇਸ਼ਨ ਹੈ ਉਹ ਬਣਿਆ ਰਹੇ, ਇਨਸਾਨ ਮੇਰੇ ਅਸੂਲਾਂ ਤੇ ਚੱਲਦਾ ਰਹੇ, ਤੇ ਮੈਂ ਇਨਸਾਨ ਨੂੰ ਪਿਆਰ ਕਰਦਾ ਰਹਾਂ, ਤੇ ਇਨਸਾਨ ਜਿਹੜਾ ਮੇਰੇ ਨਾਲ ਜੁੜਿਆ ਰਹੇ, ਉਹ ਪੱਥਰਾਂ ਨਾਲ ਨਾ ਜੁੜੇ। ਮੇਰੀ ਮਹਿਮਾ ਜੇ ਇੱਦਾਂ ਮੈਂ ਇਨਸਾਨ ਨੂੰ ਪਿਆਰ ਕਰਦਾ, ਇਨਸਾਨ ਮੈਨੂੰ ਪਿਆਰ ਕਰੇ, ਉਹ ਬੁੱਤਾਂ ਨੂੰ ਪਿਆਰ ਨਾ ਕਰੇ। ਇਹ ਮੈਂ ਨਹੀਂ ਕਹਿੰਦਾ, ਇਹ ਗ੍ਰੰਥ ਕਹਿੰਦੇ। ਤੇ ਅਸੀਂ ਮੂਰਤੀਆਂ ਬਣਾ ਕੇ ਲੜਨ ਲੱਗੇ ਹਾਂ। ਇਹ ਜੀ ਦਸਤਾਰ ਕਾਤੇ ਬੰਨ੍ਹਤੀ? ਉਹ ਭਰਾਵੋ, ਦਸਤਾਰ ਬੰਨਣਾ ਪ੍ਰਾਊਡ ਦਾ ਚਿੰਨ੍ਹ ਹੁੰਦਾ। ਮੈਨੂੰ ਪਤਾ
ਤੁਹਾਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਣੀਆਂ, ਕਿਉਂਕਿ ਤੁਹਾਡੇ ਵਿੱਚ ਪਿਆਰ ਭਾਵਨਾ ਨਹੀਂ, ਤੁਸੀਂ ਸਿਰਫ ਨਫ਼ਰਤ ਵਿੱਚ ਜਿਉਣਾ ਚਾਹੁੰਦੇ ਆ ਕਿ ਜੇ ਕਿਸੇ ਨੇ ਤੁਹਾਨੂੰ ਨਫ਼ਰਤ ਕੀਤੀ ਤੁਸੀਂ ਵੀ ਉਹਨੂੰ ਨਫ਼ਰਤ ਹੀ ਕਰੋ। ਫਿਰ ਉਹਦੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੋਇਆ? ਜੇ ਸਪੋਜ਼ ਕਰ ਲਾ ਕੋਈ ਬੰਦਾ ਉੱਚੀ ਜਾਤ ਦਾ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦਾ, ਸ਼ੂਦਰ ਆ ਕੋਈ, ਮੈਂ ਜਾਤ ਦਾ ਨਾਂ ਨਹੀਂ ਲੈਣਾ, ਕੋਈ ਸ਼ੂਦਰ ਹੈ, ਕੇਸ ਦਾੜਾ ਰੱਖਿਆ, ਕਿਰਪਾਨ ਪਹਿਨੀ ਆ, ਪਰ ਆਪਣੇ ਆਪ ਨੂੰ ਉੱਚੀ ਜਾਤ ਦਾ ਕਹਿੰਦਾ ਵੀ ਮੇਰੀ ਜਾਤ ਉੱਚੀ ਆ, ਉਹ ਤੁਹਾਨੂੰ ਨਫ਼ਰਤ ਕਰਦਾ। ਜੇ ਤੁਸੀਂ ਵੀ ਉਹਨੂੰ ਨਫ਼ਰਤ ਕਰੋ ਤਾਂ ਫਿਰ ਤੁਹਾਡੇ ਚ ਉਹਦੇ ਚ ਕੀ ਫਰਕ ਹੋਇਆ? ਸਵਾਦ ਤਾਂ ਜੋ ਉਹਨੂੰ ਅਕਲ ਦਵੇਂ ਮੈਂ ਮਿੱਤਰਾ ਤੂੰ ਵੀ ਸ਼ੂਦਰ ਹੈ, ਤੂੰ ਵੀ ਸ਼ੂਦਰ ਹੈ, ਇਤਿਹਾਸ ਪੜ੍ਹ, ਫਿਰ ਤਾਂ ਮੈਂ ਮੰਨੂਗਾ ਵੀ ਤੁਸੀਂ ਉਹਦੇ ਵਿੱਚ ਚੇਂਜ ਲੈ ਕੇ ਆਂਦੀ ਆ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰਵਿਦਾਸ ਮਹਾਰਾਜ ਦੀ ਬਾਣੀ ਦਾ ਚਲੋ ਆਪਾਂ ਗ੍ਰੰਥ ਬਣਾ ਲਿਆ ਹਨਾ, ਅਸੀਂ ਜੀ ਤੁਹਾਡੇ ਨਾਲ ਲਾਗੋ, ਸਵਾਦ ਤਾਂ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਬੈਠ ਕੇ, ਜਿਹਦਾ 35 ਮਹਾਂਪੁਰਸ਼ਾਂ ਦੇ ਵਿੱਚ ਰਵਿਦਾਸ ਮਹਾਰਾਜ ਬੈਠੇ, ਇੱਧਰ ਵਿੱਚ ਬੈਠ ਕੇ ਕਹਿੰਦੇ ਵੀ ਕਨਸੈਪਟ ਆ, ਤੁਸੀਂ ਕੌਣ ਹੁੰਦੇ ਸਾਨੂੰ ਨਫ਼ਰਤ ਕਰਨ ਵਾਲੇ? ਜੰਗਾਂ ਅਸੀਂ ਲੜੀਆਂ, ਜ਼ਮੀਨਾਂ ਤੇ ਕਬਜ਼ੇ ਅਸੀਂ ਕਰਾਏ, ਮੱਝ ਵੀ ਸਿੱਖਾਂ ਹੀ ਕਾਏ, ਤੁਸੀਂ ਸਾਡੇ ਨਾਲ ਅਜੇ ਵੀ ਨਫ਼ਰਤ ਕਰਦੇ। ਇਹ ਸਵਾਦ ਦੀ ਗੱਲ ਹੈ। ਸੰਤ ਬਾਬਾ ਰਾਮਾਨੰਦ ਜੀ, ਮੈਂ ਉਹਨਾਂ ਨੂੰ ਮਿਲਿਆ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਸੀ, ਵੱਡੇ ਪੱਧਰ ਤੇ ਪ੍ਰਚਾਰ ਕਰਦੇ ਸੀ। ਮੈਂ ਉਹਨਾਂ ਨੂੰ ਕਿਹਾ ਵੀ ਸੀ ਬੰਦਿਆਂ ਦੇ ਵਿੱਚ ਬੈਠ ਕੇ ਵੀ ਤੁਸੀਂ ਵੱਡੇ ਲੈਵਲ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ, ਵੀ ਤੁਹਾਨੂੰ ਗਨ ਵਗੈਰਾ ਰੱਖਣੀ ਚਾਹੀਦੀ ਆ, ਤੁਹਾਨੂੰ ਸਿਕਿਉਰਿਟੀ ਰੱਖਣੀ ਚਾਹੀਦੀ ਆ। ਮੈਂ ਗੱਲ ਕਹੀ ਸੀ ਮਿਲ ਕੇ। ਉਹਨਾਂ ਨੇ ਕਿਹਾ ਸੀ ਵੀ ਦਿਲਬਾਗ ਸਿੰਘ ਜੀ ਵੀ ਜੇ ਸਿਕਿਉਰਿਟੀ ਰੱਖਣ ਲੱਗ ਪਿਆ ਨਾ ਆਪਾਂ, ਗੰਨਾਂ ਵਾਲੇ ਰੱਖਣ ਲੱਗ ਪਿਆ, ਕਹਿੰਦਾ ਫਿਰ ਗੱਲ ਨਹੀਂ ਬਣਨੀ, ਵੀ ਇਹ ਕੁਰਬਾਨੀਆਂ ਦੇ ਕੇ ਸਿੱਖੀ ਮਿਲਣੀ ਆ। ਇਹ ਗੱਲ ਬੰਦਿਆਂ ਵਿੱਚ ਕਹੀ ਸੀ ਉਹਨਾਂ ਨੇ, ਇੱਥੇ ਸੈਟਲ ਆਏ ਸੀ ਹਨਾ, ਵੀ ਕੁਰਬਾਨੀ ਦੇ ਕੇ ਮਿਲਣੀ ਆ, ਵੀ ਲੋਕਾਂ ਨੇ ਜਾਗਣਾ ਤਾਂ ਆ ਕੁਰਬਾਨੀ ਦੇ ਕੇ, ਪਰ ਅਸੀਂ ਕਹਿੰਦਾ ਵੀ ਇਹ ਕਰਨਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਹਨਾ। ਉਹ ਕਰਦੇ ਸੀ, ਪਰ ਆਪਾਂ ਨੇ ਕੀ ਕੀਤਾ? ਜਦੋਂ ਸ਼ਹੀਦ ਹੋ ਗਿਆ, ਮੈਂ ਸ਼ਹੀਦ ਪਹਿਲਾਂ ਵੀ ਕਹਿੰਦਾ ਸੀ, ਅੱਜ ਵੀ ਕਹਿੰਦਾ, ਉਹ ਭਾਰਤ ਦੇ 85% ਲੋਕਾਂ ਦੇ ਸ਼ਹੀਦ ਆ। ਬੇਸ਼ੱਕ ਮਨੂਵਾਦੀ ਲੋਕ, ਮਨਮਤ ਲੋਕ, ਉਹਨਾਂ ਨੂੰ ਇਹ ਕਹਿਣੇ ਸਾਡੇ ਨਹੀਂ, ਉਹ ਲੱਖ ਵਾਰੀ ਕਿ ਮੈਂ ਕਹਿੰਦਾ ਕਿ ਭਾਰਤ ਦੇ 85% ਲੋਕਾਂ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ, ਸਾਰਿਆਂ ਦੇ ਜਿਹੜੇ 85% ਉਹਨਾਂ ਦੇ ਸ਼ਹੀਦ ਸੀ, ਤੇ ਉਹ ਸ਼ਹੀਦ ਹੋ ਗਏ ਤੇ ਅਸੀਂ ਕਹਿਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਉਹ ਤਾਂ ਜੇ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਹੁੰਦਾ ਫਿਰ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਅੱਗੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਸੀ, ਪਰ ਅਸੀਂ ਕੀ ਕੀਤਾ? ਅਸੀਂ ਨਫ਼ਰਤ ਕਰਕੇ, ਤੇ ਰਵਿਦਾਸ ਮਹਾਰਾਜ ਸਾਡੀ ਜਾਤ ਦੇ ਆ, ਅਸੀਂ ਇਹਨਾਂ ਨੂੰ ਮੰਨਣਾ, ਹੋਰ ਨਹੀਂ ਮੰਨਣਾ ਕਿਸੇ ਨੂੰ, ਅਸੀਂ ਆਪਣੀ ਗ੍ਰੰਥ ਅਲੱਗ ਬਣਾਉਣਾ, ਇਹ ਆਪਾਂ ਕੀਤਾ। ਇਹ ਮੈਂ ਇਦਾਂ ਨਹੀਂ ਵੀ ਹੁਣ ਕਹਿਣਾ, ਮੈਂ ਟੋਰਾਂਟੋ ਵੀ ਬੋਲ ਕੇ ਆਇਆ ਜਿੱਥੇ ਅੰਮ੍ਰਿਤ ਬਾਣੀ ਪ੍ਰਕਾਸ਼ ਸੀ, ਉਹਨਾਂ ਨੇ ਮੈਨੂੰ ਸੱਦਿਆ ਸੀ, ਮੈਂ ਕਿਹਾ ਵੀ ਮੈਂ ਤਾਂ ਸੱਚ ਬੋਲੂੰਗਾ, ਝੂਠ ਨਹੀਂ ਬੋਲਦਾ। ਉੱਥੇ ਦੀ ਮੇਰੀ ਸਪੀਚ ਵੀ ਆ, ਉੱਥੇ ਅੰਮ੍ਰਿਤ ਬਾਣੀ ਪ੍ਰਕਾਸ਼ ਸੀ, ਪਰ ਮੈਂ ਉੱਥੇ ਬੋਲਿਆ ਵੀ ਸੱਚਾਈ ਆ, ਤੁਸੀਂ ਕਮਜ਼ੋਰੀ ਦਿਖਾ ਲਈ ਆ, ਤੁਸੀਂ ਇਹਨਾਂ ਨੂੰ ਦੱਸ ਦੇ ਵੀ ਜੰਗਾਂ ਅਸੀਂ ਲੜੀਆਂ, ਅਸੀਂ ਮੱਝ ਵੀ ਸਿੱਖ ਕਹਾਏ, ਅਸੀਂ ਰਾਜ ਪੈਦਾ ਕੀਤੇ, ਤੁਸੀਂ ਸਾਡਾ ਵਿਤਕਰਾ ਕਰਨ ਵਾਲੇ ਕੌਣ ਹੁੰਦੇ? ਉਹ RSS ਦੇ ਬੰਦੇ ਸੀ, ਸਰਨੇ ਰਾਹੀਂ ਉਹਨਾਂ ਨੇ, ਦੇਖੋ ਜਦੋਂ ਜਿੰਨੇ ਵੀ ਭਾਰਤ ਦੇ ਮੂਲ ਵਾਸੀ ਲੋਕਾਂ ਚੋਂ ਬਰਾਬਰਤਾ ਦੀ ਗੱਲ ਕਰਦੇ ਆ ਜਾਂ ਲੋਕਾਂ ਨੂੰ ਜਗਾਉਣ ਦੀ ਗੱਲ ਕਰਦੇ, ਉਹਨਾਂ ਦੇ ਕਤਲ ਹੋਏ ਆ, ਉਹਨਾਂ ਦੇ ਕਤਲ ਹੋਏ ਆ। 5ਵੇਂ ਪਾਤਸ਼ਾਹ ਦਾ ਕਤਲ ਹੋਇਆ, ਅਸੀਂ ਤਾਂ ਰਵਿਦਾਸ ਮਹਾਰਾਜ ਦੇ ਮੰਨਦੇ ਵੀ ਕਤਲ ਹੋਇਆ, ਕਿੰਨੇ ਭਗਤ ਸਾਹਿਬਾਨ ਦੇ ਕਤਲ ਹੋਏ, ਗੁਰੂ ਸਾਹਿਬਾਨ ਦੇ ਕਿੰਨਿਆਂ ਦੇ ਕਤਲ ਹੋਏ, ਇੱਦਾਂ ਬਾਬਾ ਰਾਮਾਨੰਦ ਦਾ ਹੋ ਗਿਆ, ਤੇ ਹੁਣ ਤਾਂ ਰਿਸਰਚ ਆ ਗਈ ਬਾਬਾ ਸਾਹਿਬ ਅੰਬੇਡਕਰ ਦਾ ਕਤਲ ਹੋਇਆ, ਲੰਕੇਸ਼ ਗੌਰੀ, ਉਹ ਬਰਾਬਰਤਾ ਦੀ ਗੱਲ ਸੀ, ਉਹਦਾ ਕਤਲ ਹੋਇਆ। ਜਿਹਨੇ ਬਰਾਬਰਤਾ ਦੀ ਗੱਲ ਕਰਨੀ, ਤੁਹਾਡਾ ਦੁਸ਼ਮਣ ਜਿਹੜਾ 3.5% ਭਾਰਤ ਦਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ, ਉਹਨੇ ਕਤਲ ਕਰਨੇ ਆ ਤੁਹਾਡੇ, ਪਰ ਤੁਸੀਂ ਸਿਧਾਂਤ ਛੱਡ ਜਾਓਗੇ। ਸਿਧਾਂਤ ਨਹੀਂ ਛੱਡਣਾ ਚਾਹੀਦਾ, ਤੁਹਾਡੇ ਕਤਲ ਵੀ ਹੋ ਜਾਣ, ਉਹਦੇ ਫਾਲੋਅਰ ਆ, ਸਿਧਾਂਤ ਨਹੀਂ ਛੱਡਣਾ ਚਾਹੀਦਾ। ਇਹ ਸਿਧਾਂਤ 85% ਦਾ, 15% ਜਿਹੜੇ ਬਾਹਰੋਂ ਆਏ ਲੋਕ ਨੇ, ਤੁਹਾਨੂੰ 85% ਲੋਕਾਂ ਨੂੰ ਰਾਜ ਭਾਗ ਆਪਣੇ ਹੱਥਾਂ 'ਚ ਲੈ ਕੇ 15% ਨੂੰ ਵੀ ਅਕਲ ਦੇਣੀ ਆ ਵੀ ਤੁਸੀਂ ਤਾਂ ਸਾਡਾ ਵਿਤਕਰਾ ਕਰਦੇ ਰਹੇ, ਸਾਨੂੰ ਨੀਵੇਂ ਸਮਝਦੇ ਰਹੇ, ਅਸੀਂ ਤੁਹਾਨੂੰ ਤੁਹਾਡੀ ਗਿਣਤੀ ਦੇ ਮੁਤਾਬਕ ਭਾਰਤ ਦੇ ਵਿੱਚ ਹਿੱਸੇਦਾਰੀ ਦੇਵਾਂਗੇ, ਤੁਹਾਨੂੰ ਉਨੀਆਂ ਜੌਬਾਂ ਦੇਵਾਂਗੇ, ਉਹਨਾਂ ਨਾਲ ਵੀ ਨਿਆਂ ਕਰਨਾ, ਇਹ ਸੀ ਤੁਹਾਡਾ ਫਰਜ਼ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਦਾ। ਉਹਨਾਂ ਲਈ ਵੀ ਫਰੀडम ਐਂਡ ਜਸਟਿਸ ਪੈਦਾ ਕਰਨਾ, ਇਹ ਆ ਕਨਸੈਪਟ ਰੱਬ ਦਾ। ਪਰ ਤੁਸੀਂ ਹਰ ਪਾਸਿਓਂ ਫਿਸਲੇ ਆ, ਤੁਸੀਂ 35 ਮਹਾਂਪੁਰਸ਼ਾਂ ਨੂੰ ਵੀ ਵੰਡ ਲਿਆ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਆ, ਵਿੱਚੇ ਸ਼ੈਵਲਿੰਗ ਪੂਜੀ ਜਾਂਦੇ ਆ, ਵਿੱਚੇ ਦੇਵੀਆਂ ਦੇਵਤੇ ਪੂਜੀ ਜਾਂਦੇ ਆ, ਵਿੱਚੇ ਗਾਈਆਂ ਪੂਜੀ ਜਾਂਦੇ ਆ। ਇੱਕ ਗਾਈਆਂ ਵਾਲਾ ਬਾਬਾ ਵੀ ਹੋਇਆ, ਸਰਦਾਰ ਸੀ ਉਹ, ਤੇ ਸੰਗਮਰਮਰ ਲਾ ਕੇ ਯੂਨੀਵਰਸਿਟੀ ਤੁਹਾਡੀ ਕੋਈ ਨਹੀਂ, ਕਾਲਜ ਤੁਹਾਡਾ ਕੋਈ ਨਹੀਂ, ਮੈਡੀਕਲ ਹਸਪੀਟਲ ਤੁਹਾਡੇ ਕੋਈ ਨਹੀਂ, ਬਿਨਾਂ ਇਲਾਜ ਤੋਂ ਮਰੀ ਜਾਂਦੇ ਆ। ਸਰਕਾਰਾਂ ਕਿਉਂ ਤੁਹਾਡਾ ਖਿਆਲ ਰੱਖਣ? ਉਹ ਤਾਂ ਦੁਸ਼ਮਣ ਰਾਜ ਕਰਦੇ ਆ, 3.5% ਰਾਜ ਕਰਦੇ ਆ, ਉਹ ਤੁਹਾਨੂੰ ਮੈਡੀਕਲ ਕਿਉਂ ਦਊਗੇ?
ਮੈਡੀਕਲ ਸਹੂਲਤਾਂ ਤੁਹਾਨੂੰ ਕਿਉਂ ਦਊਗੇ? ਕਿਉਂ ਉਹ ਭੁੱਖਿਆਂ ਨੂੰ ਰੋਟੀ ਦਊਗੇ? ਕਿਉਂ 85% ਲੋਕਾਂ ਨੂੰ 85% ਜੌਬਾਂ ਦਊਗੇ? ਸੰਵਿਧਾਨ ਭਾਵੇਂ ਤੁਹਾਡਾ ਲੱਖ ਕਹਿੰਦਾ ਕਿ 85% ਲੋਕਾਂ ਨੂੰ 85% ਜੌਬਾਂ ਮਿਲਣੀ ਚਾਹੀਦੀਆਂ, ਉਹ ਕਿਉਂ ਤੁਹਾਨੂੰ ਦਊਗੇ? ਕਿਉਂਕਿ ਦੁਸ਼ਮਣ ਬਹਾਲਿਆ ਤੁਸੀਂ। ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਟੈਕ ਕਰਦੀ ਆ ਦਰਬਾਰ ਸਾਹਿਬ ਤੇ ਲੱਡੂ ਵੰਡਦੀ ਆ ਬੀਜੇਪੀ। ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖਾਂ ਦੀਆਂ ਵੋਟਾਂ ਬੀਜੇਪੀ ਨੂੰ ਪਾਉਂਦਾ, ਲੱਡੂ ਵੰਡਣ ਵਾਲਿਆਂ ਨੂੰ। ਕਿਉਂਕਿ ਜਿਨ੍ਹਾਂ ਨੇ ਕਿ ਸਿੱਖ ਧਰਮ ਅਪਣਾਇਆ ਉਹਨਾਂ ਨੂੰ ਕਾਂਚੀ ਰਾਮ ਜਿਹੜਾ ਆ ਉਹ ਛੋਟੀ ਜਾਤ ਦਾ ਲੱਗਾ। ਉਹ ਸਿਧਾਂਤ ਛੱਡ ਗਏ, ਉਹ ਸਿਧਾਂਤ ਨੂੰ ਛੱਡ ਗਏ ਭਾਵੇਂ ਕਿ ਸਤਾਰੀ ਸੀ। ਜੇ ਉਹ ਇਹਨਾਂ ਦਾ ਸਾਥ ਦਿੰਦੇ ਭਾਰਤ ਤੇ ਰਾਜ ਕਰਨਾ ਸੀ। ਤੇ ਹੁਣ ਕੁੱਟ ਖਾ ਰਿਹਾ। ਇਦਾਂ ਹੀ ਜਿੱਦਾਂ ਉਹ ਸਿਧਾਂਤ ਛੱਡਦੇ ਇਦਾਂ ਤੁਸੀਂ ਵੀ ਸਿਧਾਂਤ ਛੱਡਦੇ ਆ। ਰਵਿਦਾਸ ਮਹਾਰਾਜ ਦੇ ਸਿਰ ਤੇ ਹਾਏ ਦਸਤਾਰ ਕਿਉਂ ਸਜਾਤੀ? ਮਿੱਤਰੋ, ਦਸਤਾਰ ਸਜਾਉਣਾ ਜਿਹੜਾ ਹੁੰਦਾ ਨਾ, ਇਹ ਕਿਸੇ ਨੂੰ ਇੱਜ਼ਤ ਦੇਣਾ ਹੁੰਦਾ, ਤੇ ਦਸਤਾਰ ਲਾਉਣਾ ਬੇਇੱਜ਼ਤੀ ਕਰਨਾ ਹੁੰਦਾ। ਰਵਿਦਾਸ ਮਹਾਰਾਜ ਦੇ ਸਿਰ ਤੋਂ ਦਸਤਾਰ ਇਸ ਕਰਕੇ ਲਾਈ ਗਈ ਸੀ ਕਿ ਭਾਰ ਦੇ ਲੋਕ ਕਿਤੇ ਕਿੱਸਾਧਾਰੀ ਨਾ ਹੋ ਜਾਣ। ਕਿਉਂਕਿ ਪੰਜਾਬ ਜਿਹੜਾ ਗਵਾਹੀ ਕਰਦਾ ਰਵਿਦਾਸ ਮਹਾਰਾਜ ਦਾ ਨਾਮ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪਤਾ ਲੱਗਾ। ਸਾਨੂੰ ਨਹੀਂ ਸੀ ਪਤਾ ਰਵਿਦਾਸ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਕਰਕੇ ਪਤਾ ਲੱਗਾ। ਤੇ ਪੰਜਾਬ ਦੇ ਲੋਕਾਂ ਨੇ ਗਵਾਹੀ ਕਰਨੀ ਸੀ। ਜੇ ਰਵਿਦਾਸ ਮਹਾਰਾਜ, ਕਬੀਰ ਮਹਾਰਾਜ, ਬਾਬਾ ਨਾਮਦੇਵ ਜੀ, ਤਰਲੋਚਨ ਜੀ, ਸਦਨਾ ਜੀ, ਸਾਰਿਆਂ ਦੇ 35 ਮਹਾਂਪੁਰਸ਼ਾਂ ਦੇ ਸਿਰ ਤੇ ਦਸਤਾਰ ਆ ਜਾਂਦੀ ਤਾਂ ਭਾਰਤ ਦੇ ਲੋਕਾਂ ਦੇ ਸਿਰ ਤੇ ਦਸਤਾਰ ਹੋਣੀ ਸੀ, ਜੋ ਬਾਹਮਣ ਨੂੰ ਚੰਗੀ ਨਹੀਂ ਲੱਗਦੀ। ਇਸ ਕਰਕੇ ਉਹਨੂੰ ਗੁਰੂ ਸਾਹਿਬਾਨ ਦੇ ਸਿਰ ਤੋਂ ਦਸਤਾਰ ਲਾਈ ਤੇ ਉਹ ਫੋਟੋ ਰਿਲੀਜ਼ ਕੀਤੀ। ਤੇ ਉਸੋ ਫੋਟੋ ਨੂੰ ਤੁਸੀਂ ਮੰਨਦੇ ਆ ਤੁਸੀਂ ਕਿੱਦਾਂ ਬੇਗਮਪੁਰਾ ਬਣਾ ਲਓਗੇ? ਦੱਸੋ, ਆਪਣੇ ਲੋਕਾਂ ਨਾਲ ਟੁੱਟ ਕੇ ਕਿੱਦਾਂ ਬੇਗਮਪੁਰਾ ਬਣਾ ਲਓਗੇ? ਕੱਲੀ ਕੱਲੀ ਜਾਤ ਆਪਣੇ ਨਾਂ ਦੇ ਗੀਤ ਬਣਾ ਕੇ ਤਾਂ ਤੁਸੀਂ ਗੁਲਾਮੀ ਪੱਕੀ ਕਰ ਸਕਦੇ ਆ। ਤਾਂ ਤੁਸੀਂ ਨਾ ਬੇਗਮਪੁਰਾ, ਨਾ ਖਾਲਸਾ ਰਾਜ, ਨਾ ਖਾਲਸਾ ਕੱਖ ਨਹੀਂ ਬਣਾ ਸਕਦੇ। ਤੁਹਾਡੇ ਪੱਲੇ ਸਿਧਾਂਤ ਇਹ ਨਹੀਂ। ਜਦੋਂ ਉੱਚੀ ਉੱਚੀ ਬੋਲ ਕੇ, ਨਾਰੇ ਲਾ ਕੇ, ਜਕਾਰੇ ਛੱਡ ਕੇ, ਲੋਕਾਂ ਨੂੰ ਜਜ਼ਬਾਤੀ ਕਰਕੇ ਹਾਏ ਸਾਡੇ ਇੰਨੇ ਮਾਰਤੇ, ਹਾਏ ਸਾਡੇ ਇੰਨੇ ਮਾਰਤੇ। ਜੇ ਤੁਹਾਨੂੰ ਪੁੱਛੇ ਵੀ ਤੁਹਾਡੇ 85% ਲੋਕ ਆ, ਤੁਹਾਨੂੰ ਕਾਹਦੇ 3.5% ਮਾਰੀ ਜਾਂਦੇ ਆ? ਤੁਹਾਨੂੰ ਸ਼ਰਮ ਨਾ ਆਊ? ਜਾਂ ਫਿਰ ਤੁਹਾਨੂੰ ਇਹ ਦੱਸਣਾ ਪਊ ਵੀ ਭਰਾਵੋ ਹੈਗੇ ਤਾਂ ਅਸੀਂ 85%, ਪਰ ਅਸੀਂ ਜਾਤੀ ਵਿਵਸਥਾ ਚ ਵਿੱਚ ਵੰਡੇ ਹੋ, ਅਸੀਂ ਬ੍ਰਾਹਮਣ ਨੇ ਵੰਡਿਆ ਸੀ, ਉਹ ਚੀਜ਼ਾਂ ਮੰਨਦੇ ਆ ਤਾਂ ਅਸੀਂ ਮਰ ਰਹੇ ਹਾਂ। ਤੁਹਾਨੂੰ ਦੱਸਣਾ ਪਊ, ਰਾਈਟ? ਇਸ ਕਰਕੇ ਤੁਹਾਡੇ ਪੱਲੇ ਕਨਸੈਪਟ ਨਹੀਂ, ਕਨਸੈਪਟ ਨੂੰ ਸਮਝੋ। ਤੁਹਾਡੀ ਕੋਈ ਜਾਤ ਨਹੀਂ, ਨਾ ਤੁਸੀਂ ਨੀਵੇਂ ਆ ਨਾ ਤੁਸੀਂ ਉੱਚੇ ਆ। ਤੁਸੀਂ ਭਾਰਤ ਦੇ ਮੂਲ ਵਾਸੀ ਆ। ਬਾਹਰਲੇ ਲੋਕ ਤੁਹਾਡੇ ਤੇ ਆ ਕੇ ਰਾਜ ਕਰਦੇ ਆ, ਜੁੱਤੀ ਦੇ ਜ਼ੋਰ ਨਾਲ ਤੁਹਾਡੇ ਮੁਕਾਬਲੇ ਵੀ ਬਣਾਉਂਦੇ ਆ, ਤੁਹਾਨੂੰ ਪੁਲਿਸ ਵਿੱਚ ਲੈ ਜਾ ਕੇ ਕੁੱਟਦੇ ਮਾਰਦੇ ਵੀ ਆ, ਤੁਹਾਡੀਆਂ ਧੀਆਂ ਭਾਣਿਆਂ ਦੀ ਬੇਇੱਜ਼ਤੀ ਵੀ ਕਰਦੇ ਆ। ਬਾਅਦ 'ਚ ਤੁਸੀਂ ਛਡਾਉਣ ਨੂੰ ਧਰਨੇ ਲਾਉਨੇ ਆ ਤੇ ਕਦੇ ਮੰਗਾਂ ਮੰਗਦੇ ਆ, ਕਦੇ ਐਜੀਟੇਸ਼ਨ ਲੜਦੇ ਆ, ਕਿਉਂਕਿ ਤੁਸੀਂ ਅਲੱਗ-ਅਲੱਗ ਲੜਦੇ ਕਰਕੇ ਤੁਹਾਡੇ ਪੂਰੇ ਨਹੀਂ ਹੋ ਰਹੇ। ਆ ਤੁਹਾਡੀ ਗੁਲਾਮੀ। ਅਗਰ ਇਹ ਗੁਲਾਮੀ ਚੋਂ ਨਿਕਲਣਾ ਆ ਤਾਂ ਇਸ ਵੇਲੇ ਜਿਹੜੇ ਆ ਲੋਕ ਗਰਾਊਂਡ ਤੇ ਆਏ ਆ, ਉਹਨਾਂ ਨੂੰ ਇਹ ਨਾ ਸਮਝੋ ਕਿ ਉੱਚੀਆਂ ਜਾਤਾਂ ਦੇ ਆ, ਉਹਨਾਂ ਨੂੰ ਜੱਟ ਨਾ ਸਮਝੋ, ਸੈਣੀ ਨਾ ਸਮਝੋ, ਤਰਖਾਣ ਜ਼ਮੀਂਦਾਰ ਨਾ ਸਮਝੋ। ਉਹਨਾਂ ਨੂੰ ਸਮਝੋ ਕਿ ਭਾਰਤ ਦੇ ਮੂਲ ਵਾਸੀ ਆ। ਇਹ ਸਾਡੇ ਜ਼ਮੀਨਾਂ ਤੇ ਅਸੀਂ ਕਬਜ਼ੇ ਬ੍ਰਾਹਮਣ ਤੋਂ ਖੋਏ ਸੀ ਤੇ ਬ੍ਰਾਹਮਣ ਸਾਤੋਂ ਖੋਣਾ ਚਾਹੁੰਦਾ। ਇਸ ਚੀਜ਼ ਨੂੰ ਲੈ ਕੇ ਗਰਾਊਂਡ ਤੇ ਨਿਕਲੋ ਤੇ ਨਾਲੇ ਆਪਣੇ ਹੋਰ ਫੰਡਾਮੈਂਟਲ ਰਾਈਟ ਜਿਹੜਾ ਤੁਹਾਡੇ ਤੋਂ ਖੋਇਆ ਉਹਦੀ ਗੱਲ ਕਰੋ। ਉਹਨੂੰ ਕਹੋ ਵੀ ਸਾਨੂੰ 85% ਜੌਬਾਂ ਚਾਹੀਦੀਆਂ, ਮੰਡਲ ਕਮਿਸ਼ਨ ਲਾਗੂ ਚਾਹੀਦਾ, 8 ਘੰਟੇ ਸਾਡੀ ਚਾਹੀਦੀ ਆ, ਸਾਨੂੰ 15-12 ਘੰਟੇ ਨਹੀਂ ਜੌਬ ਕਰ ਸਕਦੇ। ਤੇ ਤੁਸੀਂ ਗਿਣਤੀ ਕਰਾਓ ਸਰਕਾਰੀ ਜੌਬਾਂ ਤੇ ਵੀ 3.5% ਬਾਹਮਣ ਹੋਣੇ ਚਾਹੀਦੇ ਆ, 5% ਖੱਤਰੀ ਹੋਣੇ ਚਾਹੀਦੇ ਆ, 6% ਬਾਣੀ ਹੋਣੇ ਚਾਹੀਦੇ ਆ। ਇਦੋਂ ਵੱਧ ਸਰਕਾਰੀ ਜੌਬਾਂ ਤੇ ਕੋਈ ਬੰਦਾ ਹੋਣਾ ਨਹੀਂ ਚਾਹੀਦਾ। ਪ੍ਰਾਈਵੇਟ ਜੌਬਾਂ ਤੇ ਵੀ ਸੰਵਿਧਾਨ ਲਾਗੂ ਹੋਵੇ, ਇਹਨਾਂ ਦੇ ਪ੍ਰਾਈਵੇਟ ਜੌਬਾਂ ਵੀ ਇੰਨੇ ਪਰਸੈਂਟ ਚਾਹੀਦੀਆਂ। ਇਹ ਗੱਲਾਂ ਕਰੋ ਬਾਹਰ ਨਿਕਲ ਕੇ। ਇਹ ਮੂਰਤੀਆਂ ਮਾਰਤੀਆਂ ਇਹਨਾਂ ਚੱਕਰਾਂ ਚੋਂ ਨਿਕਲ ਜਾਓ, ਸਿਧਾਂਤ ਦੀ ਗੱਲ ਕਰੋ। ਮੇਰਾ ਖਿਆਲ ਮੇਰੇ ਵੀਰਾਂ ਨੂੰ ਗੱਲ ਸਮਝ ਪਈ ਹੋਗੀ। ਜੇ ਨਹੀਂ ਸਮਝ ਪਈ ਮੇਰੇ ਵੀਰੋ, ਤੁਸੀਂ ਇੱਕ ਦੂਜੇ ਨਾਲ ਗੱਲ ਕਰੋ ਕਿ ਕੀ ਇਹ ਮੂਰਤੀਆਂ ਦੀ ਖਾਤਰ, ਸਟੈਚੂਆਂ ਦੀ, ਪੱਥਰਾਂ ਦੀ ਖਾਤਰ, ਕਾਗਜ਼ ਦੀ ਖਾਤਰ, ਲੱਕੜ ਦੀ ਖਾਤਰ ਲੜਾਈ ਪਾਉਣੀ ਆ ਜਾਂ ਸਿਧਾਂਤ ਨੂੰ ਮੰਨ ਕੇ ਇਕੱਠੇ ਹੋਣਾ। ਬਾਬਾ ਸਾਹਿਬ ਨੂੰ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਓ, ਬਾਈਬਲ ਪੜ੍ਹ ਲਓ, ਕੁਰਾਨ ਪੜ੍ਹ ਲਓ। ਪੜ੍ਹ ਕੇ ਇੱਕ ਹੋਣ ਦੀ ਕੋਸ਼ਿਸ਼ ਕਰੋ। ਪਰ ਅਸੀਂ ਕੀ ਕੀਤਾ ਇਨਸਾਨ ਨੇ? ਜੇ ਕੋਈ ਮੁਸਲਮਾਨ ਬਣਿਆ ਭਾਰਤ ਦੇ 85% ਲੋਕਾਂ ਚੋਂ, ਉਹ ਮੁਸਲਮਾਨ ਬਣ ਕੇ ਉਹਨੇ ਇਸਲਾਮ ਨੂੰ ਫੈਲਾਇਆ ਨਹੀਂ ਭਾਰਤ ਵਿੱਚ। ਜੇ ਕੋਈ ਸਿੱਖ ਬਣਿਆ, ਉਹਨੇ ਸਿੱਖੀਜ਼ਮ ਨੂੰ ਫੈਲਾਇਆ ਨਹੀਂ ਭਾਰਤ ਦੇ ਵਿੱਚ। ਸਾਨੂੰ ਈਸਾਈ ਬਣ ਕੇ, ਸਿੱਖ ਬਣ ਕੇ, ਮੁਸਲਮਾਨ ਬਣ ਕੇ, ਬੋਧੀ ਬਣ ਕੇ ਜਿਹੜੀਆਂ ਦੀਵਾਰਾਂ ਆ ਸਾਡੇ ਵਿੱਚ, ਉਹ ਤੋੜਨੀਆਂ ਚਾਹੀਦੀਆਂ ਨਫ਼ਰਤ ਦੀਆਂ, ਚਾਹੇ ਉਹ ਜਾਤ ਦੀਆਂ,
ਊਚ ਨੀਚ ਦੀਆਂ ਸਾਰੀਆਂ ਦੀਵਾਰਾਂ ਤੋੜ ਕੇ ਸਾਨੂੰ ਇੱਕ ਖੁਸ਼ਬੂ ਫੈਲਾਉਣੀ ਚਾਹੀਦੀ ਆ ਪਿਆਰ ਦੀ। ਜਦ ਪਿਆਰ ਦੀ ਖੁਸ਼ਬੂ ਫੈਲਾਵਾਂਗੇ, ਬਰਾਬਰਤਾ ਦੀ, ਫਰੀडम ਜਸਟਿਸ ਦੀ ਖੁਸ਼ਬੂ ਫੈਲਾਵਾਂਗੇ ਤਾਂ ਲੋਕ ਧਰਮਾਂ ਨੂੰ ਪ੍ਰਫੁੱਲਿਤ ਕਰੂਗੇ। ਪਰ ਅੱਜ ਲੋਕ ਧਰਮਾਂ ਨੂੰ ਕਿਉਂ ਨਫ਼ਰਤ ਕਰਦੇ ਆ? ਕਿਉਂਕਿ ਤੁਸੀਂ ਧਰਮ ਅਪਣਾ ਕੇ ਵੀ ਨਫ਼ਰਤ ਕੀਤੀ ਆ ਤਾਂ ਸੁੱਲਾ ਆ ਤਾਂ ਸਿੱਖ ਆ ਯਾਰ, ਇਹ ਐਵੇਂ ਤੁਰੇ ਫਿਰਦੇ ਆ ਤਾਂ ਦਲਿਤ ਆ ਯਾਰ, ਆ ਤਾਂ ਫਲਾਨ। ਇਹਨਾਂ ਚੱਕਰਾਂ 'ਚ ਮੇਰੇ ਵੀਰੋ ਤੁਸੀਂ ਨਫ਼ਰਤ ਕਰਦੇ ਆ, ਧਰਮ ਅਪਣਾ ਕੇ ਵੀ ਨਫ਼ਰਤ ਕਰਦੇ ਆ। ਬਹੁਤ ਖੁਸ਼ੀ ਦੀ ਗੱਲ ਆ, ਇੰਡੀਆ ਵਿੱਚ ਕ੍ਰਿਸਚੈਨਿਟੀ ਵੱਧ ਫੁੱਲ ਰਹੀ ਆ, ਬਹੁਤ ਵਧੀਆ ਗੱਲ ਆ। ਹੋਰ ਕੋਈ ਧਰਮ ਨਹੀਂ ਵੱਧ ਫੁੱਲ ਰਿਹਾ, ਕ੍ਰਿਸਚੈਨਿਟੀ ਵੱਧ ਫੁੱਲ ਰਹੀ ਆ। ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ, ਕਿਉਂਕਿ ਜਿੱਦਾਂ ਇਹ ਯੂਰਪੀਅਨ ਕੰਟਰੀ ਅਮਰੀਕਾ ਕੈਨੇਡਾ ਖੁਸ਼ਹਾਲ ਬਣਾਤੇ, ਉਹਨਾਂ ਨੇ ਇੱਕ ਦਿਨ ਇੰਡੀਆ ਵੀ ਖੁਸ਼ਹਾਲ ਬਣਾ ਦੇਣਾ। ਇਹ ਗੱਲ ਨੋਟ ਕਰ ਲਿਓ ਮੇਰੀ, ਔਰ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜੇ ਲੋਕ ਧਰਮਾਂ ਦੀਆਂ ਦੀਵਾਰਾਂ ਵਿੱਚ ਫਸੇ ਹੋ, ਉਹਨਾਂ ਨੂੰ ਵੀ ਅਕਲ ਆਊਗੀ ਵੀ ਕੰਮ ਤਾਂ ਅਸੀਂ ਆਹ ਕਰਨਾ ਸੀ ਤੇ ਕੰਮ ਅਸੀਂ ਹੋਰੇ ਕਰਦੇ ਰਹੇ। ਮੇਰਾ ਧਰਮ ਤਾਂ ਵਧੀਆ ਆ, ਮੇਰੇ ਗੁਰੂ ਤਾਂ ਆਹ ਕਹਿ ਗਏ, ਮੇਰੇ ਗੁਰੂ ਤਾਂ ਆਹ ਗਏ। ਗੁਰਬਾਣੀ 'ਚ ਸ਼ਲੋਕ ਦੱਸਣ ਪੜ੍ਹਾਉਣ ਲੱਗ ਪੈਂਦੇ ਆ, ਸ਼ਲੋਕ ਪੜ੍ਹਨ ਲੱਗ ਪੈਂਦੇ ਆ। ਜਵਾਨੀ ਰਟਿਓ ਆ, ਓਏ ਜਵਾਨੀ ਰਟਿਓ, ਤੁਹਾਡੇ ਦਿਲ ਦਿਮਾਗ 'ਚ ਕਿੱਥੇ ਆ? ਇਹ ਕਿੱਥੇ ਤੁਸੀਂ ਅਪਣਾ ਲੈ? ਦੱਸੋ ਕਿਹੜੇ ਪਿੰਡਾਂ ਵਿੱਚ ਮੈਂ ਕਿਹਾ ਤੁਸੀਂ ਰਹਿੰਦੇ ਆ ਬਰਾਬਰਤਾ ਦੀ ਆਪਣਾ ਲਾਗੂ ਕੀਤੀ ਹੋਈ? ਇਹਨਾਂ ਕੰਟਰੀਆਂ 'ਚ ਹੈਗੇ ਨਾ ਬਰਾਬਰਤਾ, ਅਮਰੀਕਾ ਕੈਨੇਡਾ ਯੂਰਪੀਅਨ ਕ੍ਰਿਸਚੀਅਨ ਕੰਟਰੀ ਹੈਗੀ ਨਾ ਬਰਾਬਰਤਾ। ਇਹ ਦੀਦੀ ਆ, ਤਾਂ ਹੀ ਨਹੀਂ ਸਾਡੇ ਲੋਕਾਂ ਨੂੰ ਚੱਲਿਆ। ਤੇ ਸਾਡੇ ਪੰਜਾਬ 'ਚ ਭਈਏ ਆਏ, ਅਸੀਂ ਭਈਏ ਗਾਲ ਬਣਾਤੀ। ਮੱਝ ਵੀ ਸਿੱਖ, ਅਸੀਂ ਮੱਝ ਵੀ ਛੋਟੇ ਸਮਝਦੇ ਰਹੇ। ਸਿਵੇ ਗੁਰਦੁਆਰੇ ਨਫ਼ਰਤ ਨਾਲ ਫੈਲਾਤੇ, ਲੜਾਈਆਂ ਕਰਦੇ ਆ। ਧਰਮ ਨਹੀਂ ਸਾਡੇ ਨੇੜੇ ਤੇੜੇ ਵੀ। ਇਸ ਕਰਕੇ ਮੇਰੇ ਵੀਰੋ, ਆਪਣੇ ਦਿਲਾਂ 'ਚ ਦਿਮਾਗ 'ਚ ਸਿਧਾਂਤ ਲੈ ਕੇ ਆਓ। ਮੂਰਤੀ ਪੂਜਾ ਨੂੰ, ਗਾਇਤਰੀ ਪਾਠਾਂ ਨੂੰ, ਲਗਾਤਾਰ ਪਾਠਾਂ ਨੂੰ, ਜਾਂ ਉੱਦਾਂ ਹੀ ਮੱਥੇ ਟੇਕਣਾ ਨੂੰ, ਸਟੈਚੂਆਂ ਨੂੰ, ਇਹ ਛੱਡੋ। ਸਿਧਾਂਤ ਲੈ ਕੇ ਆਓ। ਰਾਜ ਭਾਗ ਦੀ ਗੱਲ ਕਰੋ, ਬੇਗਮਪੁਰਾ ਖਾਲਸਾ ਰਾਜ ਦੀ ਗੱਲ ਕਰੋ। ਭਾਰਤ ਵਰਸਸ ਹਿੰਦੂ ਰਾਸ਼ਟਰ ਜੰਗ ਬਣਾਓ। ਹਿੰਦੂ ਰਾਸ਼ਟਰ ਵਾਲੇ 3.5% ਲੋਕ ਨੇ, ਕਿਉਂਕਿ 3.5% ਬ੍ਰਾਹਮਣ ਖੱਤਰੀਆਂ ਨੂੰ ਵੀ ਨਫ਼ਰਤ ਕਰਦਾ, ਬਾਣੀਆਂ ਨੂੰ ਵੀ ਨਫ਼ਰਤ ਕਰਦਾ, ਉਹਨਾਂ ਨੂੰ ਵੀ ਉਹ ਛੋਟੇ ਸਮਝਦਾ। ਤੇ ਉਹ ਵੀ ਤੁਹਾਡੇ ਭਰਾ ਬਣ ਸਕਦੇ ਆ, ਉਹ ਵੀ ਤੁਹਾਡੇ ਭਰਾ ਬਣ ਸਕਦੇ ਆ। ਤੇ 3.5% ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ, ਤੁਸੀਂ ਉਹਨੂੰ ਜੱਫਾ ਮਾਰ ਸਕਦੇ ਆ ਜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੋਗੇ। ਅਗਰ ਮੂਰਤੀਆਂ ਦੇ ਵਿੱਚ ਝਗੜੇ ਪਾਉਂਦੇ ਰਹੋਗੇ, ਅਗਰ ਇਤਿਹਾਸ ਲਕੋ ਕੇ ਜੱਗ ਜ਼ਾਹਰ ਨਾ ਕਰੋਗੇ, ਜਿਹੜੀਆਂ RSS ਨੇ ਕਿਤਾਬਾਂ ਲਿਖੀਆਂ ਹੋਈਆਂ ਸਿੱਖੀਜ਼ਮ ਨੂੰ ਖਤਮ ਕਰਨ ਦੇ ਲਈ, ਉਹ ਜੱਗ ਜ਼ਾਹਰ ਨਾ ਕਰੋਗੇ, ਫਿਰ ਤੁਸੀਂ ਗੁਲਾਮ ਰਹੋਗੇ। ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਕਿ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਗ੍ਰੰਥਾਂ ਦੇ ਵੇਰਵੇ ਦੇ ਕੇ ਜਿੱਥੇ ਗੁਰੂ ਸਾਹਿਬਾਨ ਨੂੰ ਗਲਤ ਲਿਖਿਆ ਆ, ਪ੍ਰਚਾਰ ਕਰਦੇ ਆ, ਲੋਕਾਂ ਨੂੰ ਦੱਸਦੇ ਆ ਵੀ RSS ਨੇ ਲਿਖਿਆ, ਬਹੁਤ ਵਧੀਆ ਗੱਲ ਆ। ਇੱਦਾਂ ਹੀ ਉਹਨਾਂ ਨੂੰ ਜੋ ਰਵਿਦਾਸ ਮਹਾਰਾਜ ਬਾਰੇ, ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਬਾਰੇ ਵਿੱਚ ਪਾੜਾ ਪਾਉਣ ਦੀਆਂ ਗੱਲਾਂ ਲਿਖੀਆਂ, ਇਹ ਵੀ ਜੱਗ ਜ਼ਾਹਰ ਕਰਨੀਆਂ ਚਾਹੀਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਵਿੱਚ ਤੀਜੀ ਧਿਰ ਕੰਮ ਕਰ ਰਹੀ ਆ RSS ਦੀ, ਜਿਹਨੇ ਹਰ ਜਾਤ ਚੋਂ ਕੁਝ ਬੰਦੇ ਖਰੀਦ ਕੇ ਨਫ਼ਰਤ ਫੈਲਾਈ ਆ। ਜਿੱਦਣ ਅਸੀਂ ਇਹ ਸਮਝ ਜਾਵਾਂਗੇ, ਉਦਣ ਅਸੀਂ ਇੱਕ ਹੋ ਜਾਵਾਂਗੇ। ਉਦਣ ਅਸੀਂ ਇੱਕ ਹੋਣਾ ਜਿੱਦਣ ਹਰ ਜਾਤ ਵਿੱਚ ਬੈਠੇ ਨਫ਼ਰਤ ਕਰਨ ਵਾਲੇ ਬੰਦੇ ਨੂੰ, ਊਚ ਨੀਚ ਸਮਝਣ ਵਾਲੇ ਬੰਦੇ ਨੂੰ, ਜਿਹੜਾ ਇੱਕ ਦੂਜੇ ਨੂੰ ਸਟੈਚੂਆਂ ਦੇ ਮੂਰਤਾਂ ਦੇ ਹਿਸਾਬ ਨਾਲ ਨਫ਼ਰਤ ਕਰਦੇ ਆ, ਤੇ ਉਹਨਾਂ ਨੂੰ ਜਦੋਂ ਤੁਸੀਂ ਸਮਝ ਜਾਓਗੇ RSS ਦੇ ਬੰਦਿਆਂ ਨੂੰ, ਫਿਰ ਤੁਸੀਂ ਇੱਕ ਹੋ ਜਾਓਗੇ। ਜਿੱਦਣ ਤੁਸੀਂ 35 ਮਹਾਂਪੁਰਸ਼ਾਂ ਨੂੰ ਇੱਕ ਸਮਝੋਗੇ, ਇੱਕ, ਉਦਣ ਤੁਸੀਂ ਇੱਕ ਹੋ ਜਾਓਗੇ। ਕਿਉਂਕਿ ਇਹ ਲੜਾਈ 85-15 ਦੀ ਆ, ਤੇ 15 ਵਿੱਚੋਂ ਵੀ 3.5% ਆਪਣੇ ਆਪ ਨੂੰ ਸੁਪੀਰੀਅਰ ਸਮਝਦਾ, ਇਹ ਦੂਜਿਆਂ ਨਾਲ ਵਿਤਕਰਾ ਕਰਦਾ। ਉਹਨਾਂ ਨੂੰ ਵੀ ਨਾਲ ਜੋੜੋ ਤੇ ਤੁਹਾਡੀ ਜਿੱਤ ਹੋਊਗੀ। ਇਹੀ ਬੇਗਮਪੁਰਾ ਖਾਲਸਾ ਰਾਜ ਆ, ਇਹੀ ਭਾਰਤ ਵਾ, ਇਹੀ ਖਾਲਿਸਤਾਨ ਵਾ, ਇਹੀ ਜਿਹੜੀ ਆ ਤੁਹਾਡੀ ਲੜਾਈ ਆ। ਅੱਜ ਲੜਾਈ ਜਿਹੜੀ ਆ ਮੋਰਚੇ ਦੇ ਵਿੱਚ ਚੱਲ ਰਹੀ ਆ ਦਿੱਲੀ, ਜਿਹੜੀਆਂ ਸਾਡੇ ਭਰਾਵਾਂ ਤੋਂ ਜ਼ਮੀਨਾਂ ਖੋਹਣ ਦੀ ਉਹ ਗੱਲ ਕਰਦੇ ਆ, ਉਹ ਤੁਹਾਡੇ ਸਕੇ ਭਰਾ ਨੇ, ਤੁਹਾਡੇ ਗੋਤ ਵੀ ਮਿਲਦੇ ਆ, ਉਹ ਵੀ ਭਾਰਤ ਦੇ ਮੂਲ ਵਾਸੀ ਨੇ। ਬ੍ਰਹਮ ਉਹ ਵੀ ਚੌਥੇ ਵਰਨ ਦੇ ਲੋਕ ਨੇ, ਬ੍ਰਾਹਮਣ ਉਹਨਾਂ ਨੂੰ ਵੀ ਸ਼ੂਦਰ ਕਹਿੰਦਾ। ਤੇ ਉਹ ਤੁਹਾਡੇ ਸਾਰੇ ਤੁਹਾਡੇ ਲੋਕ ਨੇ। ਜਿਹੜੀ ਤੁਹਾਡੀ ਆਪਸੀ ਨਫ਼ਰਤ ਆ ਉਹਨੂੰ ਖਤਮ ਕਰ ਦਿਓ, ਉਹਨਾਂ ਦੇ ਮੋਹਰੇ ਹੋ ਜਾਓ, ਜਾ ਕੇ ਆ ਜਾਓ ਬਈ। ਨਾਲੇ ਦੱਸੋ ਬਾਬਾ ਸਾਹਿਬ ਅੰਬੇਡਕਰ ਬਾਰੇ, ਦੱਸੋ ਜੋਤੀਰਾਓ ਫੂਲੇ, ਦੱਸੋ ਬਿਰਸਾ ਮੁੰਡਾ, ਸ਼ਾਹੂ ਜੀ ਮਹਾਰਾਜ, ਸਾਰਾ ਦੱਸੋ ਇਤਿਹਾਸ ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਬ੍ਰਾਹਮਣ ਨੇ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਇਹ ਜਦੋਂ ਤੁਸੀਂ ਗੱਲਾਂ ਦੱਸੋਗੇ, ਤੁਹਾਡੀ ਜੰਗ ਜਿਹੜੀ ਆ ਵੱਡੀ ਬਣੂਗੀ, ਲੜਾਈ ਵੱਡੀ ਬਣੂਗੀ, ਲੋਕ ਇਕੱਠੇ ਹੋਊਗੇ। ਤੇ ਹਰ ਇੱਕ ਦੇ ਜਿਹੜੀ ਭਾਰਤ ਲੈਵਲ ਤੇ, ਜਿੱਦਾਂ ਹੁਣ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ, ਉਹ ਵਿੱਚ ਪਾ ਲਓ, ਮੰਡਲ ਕਮਿਸ਼ਨ ਲਾਗੂ ਕਰੋ, ਕਰਜ਼ੇ ਮਾਫ ਕਰੋ, ਕੋਈ ਕਰਜ਼ਾ ਨਹੀਂ ਇਹੀ ਦੇਣਾ, ਬਿਜਲੀ ਦੇ ਬਿੱਲ ਸਾਰਾ ਕੁਝ ਪਾ ਲਓ, ਤੇ ਮੇਰੇ ਵੀਰੋ ਉਨਾ ਹੀ ਵੱਡਾ ਅੰਦੋਲਨ ਬਣ ਜਾਣਾ ਤੇ ਤੁਹਾਡੀ ਜਿੱਤ ਹੋਊਗੀ। ਇਸ ਤਰੀਕੇ ਨਾਲ ਤੁਸੀਂ ਇੱਕ ਹੋ ਸਕਦੇ ਆ। ਲੜੋ, ਇਕੱਠੇ ਹੋ ਕੇ ਲੜੋ ਆਪਣੇ ਦੁਸ਼ਮਣ ਦੇ ਖਿਲਾਫ, ਆਪਸ ਵਿੱਚ ਨਾ ਲੜੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਵਾਸੀ, ਨਮੋ ਬੁੱਧੇ, ਸਲਾਮ ਅਲੈਕਮ, ਜੈ ਮਸੀਹ।